प्यारे विद्यार्थियों सत श्री अकाल। मैं रणजीत सिंह ते अज आपां जिहड़ी लोक वन्नगी है लोक काव्य दी वन्नगी बुझारतां बुझण वालियां बातां ਉਹ ਲੈ ਕੇ ਆਪਾਂ ਹਾਜ਼ਰ ਹਾਂ ਤੇ ਆਪਾਂ ਦੇਖਦੇ ਹਾਂ कि ਇਹ किस किस तरह ਦੀਆਂ ਬਾਤਾਂ ਜਿਹੜੀਆਂ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਣਗੀਆਂ। ਪੰਜਾਬੀ ਬੁਝਾਰਤਾਂ ठीक है, मैं बुझारतां पाउणीਆਂ ਤੁਸੀਂ बुझणीਆਂ है ना। चलो पहली बुझारत है औ गई ठीक है, औ गई ये की हो सकता है। ये बात बच्चे जिहड़े है इस तरह की बात सारे ही बुझते हैं है ना। अच्छा बातां बुझण नाल ज्ञान भी वधदा है, बातां बुझण नाल मनोरंजन भी हुंदा है ना। बातां नाल ते बातां नाल आपां नूं होर भी कई जिहड़े है पुराने अपने सभ्याचार विरसे बारे अपने होर रिश्ते नात्यां बारे है ना कई तरह ਦੀਆਂ ਜਿਹੜੀਆਂ ਆਪਾਂ चीज़ां तो जाणू ਹੁੰਨੇ ਆ है ना। इस तरह है ना। ते औ गई ये की है। अच्छा ये की है अपने मतलब दसो 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 चलो हाँ जी की हो गया दसो जल्दी। हाँ की हो गया औ गई यानी कि अख दी निगाह अख दी ठीक है अख दी निगाह ठीक है। बड़ा है ना ये तो सारे सवाल कई मतलब पाउंदे हैगे है अख दी निगाह ठीक है। हो गया ना उत्तर अख दी निगाह। देखो आप कहने औ गई ऐ करके देखते हैं ना ठीक है। ਉਹ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਹੁਣ ਇੱਥੇ ਹੈ ਫਿਰ ਆਪਾਂ ਐਂ ਦੇਖੀਏ ਇੱਥੇ ਹੈ ਫਿਰ ਐਂ ਦੇਖੀਏ ਉਹ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ ਨਾ। ਦੇਖੋ ਆਪਣੇ ਚੰਦ ਸੂਰਜ ਤਾਰੇ ਕਿੰਨੇ ਲੱਖਾਂ ਮੀਲ ਦੂਰ ਹੈ ਫਿਰ ਵੀ ਆਪਣੇ ਇੱਕ ਮਿੰਟ 'ਚ ਅੱਖਾਂ ਦੇਖ ਲੈਂਦੀਆਂ ਹੈ ਨਾ ਠੀਕ ਹੈ। ਨਿਗਾਹ ਦੇਖ ਲੈਂਦੀ ਨਾ ਅੱਖ ਦੀ ਨਿਗਾਹ। ਅੱਗੇ ਆ ਜਾਓ ਆਲਾ ਕੌਡੀਆਂ ਵਾਲਾ ਵਿੱਚ ਮੇਰੀ ਘੁਤਰੋ ਬੋਲੇ। ਹੁਣ ਦੇਖੋ ਆਲਾ ਹੈ ਠੀਕ ਹੈ। ਅੱਗੇ ਹੁੰਦੇ ਸੀ ਨਾ ਕੰਧਾਂ 'ਚ ਰੱਖੇ ਵੇ ਆਲਾ ठीक है। ਤੇ ਆਲਾ ਕੌਡੀਆਂ ਵਾਲਾ ਹੁਣ ਆਲਾ ਹੈ ਤੇ ਉਹਦੇ ਵਿੱਚ ਕੌਡੀਆਂ ਪੁਰਾਣੇ ਪਹਿਲਾਂ ਜ਼ਮਾਨੇ 'ਚ ਇੱਕ ਜਿਹੜੀਆਂ ਕੌਡੀਆਂ ਹੁੰਦੀਆਂ ਸਨ ਠੀਕ ਹੈ। ਤੇ ਉਹ ਆਪਣੇ ਜਿਵੇਂ ਆਪਣੇ ਆਹ ਦਰਿਆ ਦੇ ਕੰਢੇ ਆਪਣੇ ਨਿਕਲਦੇ ਨੇ ਨਿੱਕੇ ਨਿੱਕੇ ਸੰਖ ਜੇ ਤੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਉਹੀ ਚੀਜ਼ਾਂ ਉਹਦੇ ਨਾਲ ਹੀ ਮਿਲਦੀਆਂ ਜੁਲਦੀਆਂ ਹੁੰਦੀਆਂ ਸੀ ਪਹਿਲਾਂ। ਕੌਡੀਆਂ ਜਿਹੜੀਆਂ ਹੈ ਉਹ ਇੱਕ ਤਰ੍ਹਾਂ ਦਾ ਆਪਣੇ ਜਿਵੇਂ ਹੁਣ ਪੈਸੇ ਆਪਾਂ ਦੇ ਕੇ ਕੋਈ ਚੀਜ਼ ਲੈ ਲੈਂਦੇ ਹਾਂ ਉਵੇਂ ਕੌਡੀਆਂ ਇੱਕ ਮੁਦਰਾ ਦੇ ਰੂਪ 'ਚ ਚੱਲਦੀਆਂ ਸੀ ਅੱਗੇ ਠੀਕ ਹੈ। ਇੱਕ ਕਰੰਸੀ ਦੇ ਰੂਪ 'ਚ ਅੱਗੇ ਚੱਲਦੀਆਂ ਸਨ ਠੀਕ ਹੈ। ਇੱਕ ਕਾਣੀ ਕੌਡੀ ਵੀ ਹੁੰਦੀ ਸੀ ਉਹ ਕੌਡੀ ਕਾਣੀ ਹੁੰਦੀ ਸੀ ਚਿੱਟੇ ਜਿਹੇ ਰੰਗ ਦੀਆਂ ਹੁੰਦੀਆਂ ਛੋਟੀਆਂ ਛੋਟੀਆਂ ਠੀਕ ਹੈ। ਕਈਆਂ ਦੇ ਆਮ ਆਪਣੇ ਹਾਰ ਪਰੋਏ ਹੁੰਦੇ ਆ ਕਈਆਂ ਦੇ ਛੱਤ ਤੇ ਟੰਗਣ ਵਾਲਾ ਉਹ ਫਾਨੂਸ ਜਾਂ ਜਿਹੜਾ ਹੈਗਾ ਉਹ ਬਣਾਇਆ ਹੁੰਦਾ ਹੈਗਾ ਹੈ ਨਾ ਠੀਕ ਹੈ। ਉਹ ਇਸ ਤਰ੍ਹਾਂ ਕਰਕੇ ਤੇ ਉਹ ਬਥੇਰੇ ਕੰਮ ਆਉਂਦੀਆਂ ਹੁਣ ਤਾਂ ਤੇ ਪਹਿਲਾਂ ਇਹ ਮੁਦਰਾ ਦੇ ਕੰਮ ਆਉਂਦੀਆਂ ਸਨ ਹੈ ਨਾ। ਇਹ ਵੀ ਇੱਕ ਇਹਨਾਂ ਦੀ ਵੀ ਇੱਕ ਸਮੇਂ ਟੌਰ ਹੁੰਦੀ ਸੀਗੀ ਠੀਕ ਹੈ ਕੌਡੀਆਂ। ਤੇ ਉਹ ਆਂਦੇ ਆਲਾ ਕੌਡੀਆਂ ਵਾਲਾ ਵਿੱਚ ਮੇਰੀ ਘੁਤਰੋ ਬੋਲੇ। ਆਲਾ ਹੈ ਤੇ ਉਹਦੇ ਉਹ ਕੌਡੀਆਂ ਹੈ ਤੇ ਕੌਡੀਆਂ ਦੇ ਵਿੱਚ ਇੱਕ ਘੁਤਰੋ ਮਤਲਬ ਬਹੁਤ ਜ਼ਿਆਦਾ ਬੋਲਣ ਵਾਲੀ ਉਹ ਬੋਲਦੀ ਹੈ। ਹੁਣ ਕੌਣ ਹੈ। ਅੱਛਾ ਇਹਦੇ ਨਾਲ ਸੰਬੰਧਿਤ ਹੈ ਕਿ ਇਹ ਆਪਾਂ ਜਿਹੜਾ ਹੈ ਆਪਣੇ ਸਰੀਰ ਨਾਲ ਸੰਬੰਧਿਤ ਹੈ ਮੈਂ ਦੱਸ ਦਿੰਦਾ ਹੈਗਾ ਠੀਕ ਹੈ। ਬੁੱਝੋ ਬੁੱਝੋ ਬੁੱਝੋ। ਅੱਛਾ ਤੁਹਾਡੇ ਇਸ ਤਰ੍ਹਾਂ ਦੇ ਕੌਡੀਆਂ ਚਿੱਟੇ ਕੌਡੀਆਂ ਵਰਗਾ ਕੋਈ ਚੀਜ਼ ਕਿੱਥੇ ਹੈ ਦੱਸੋ। एक आला है हाँ की हैगा आला। आला की हो गया अपना मुंह हो गया है ना। की हैगा आला कौडियां वाला आला तो मुंह हो गया विच मेरी घुतरो बोले। घुतरो का मतलब जीभ ठीक है। आ जिहड़ी जीभ है ये जीभ बोलती है। देखो दंद हो गए एक मुंह हो गया मुंह आला हो गया दंद हो गए कौडियां हो गई ते विच घुतरो बोलती है है ना। कई लुतरो आख दिंदे है जिहड़े ज़्यादा बोलते हैं है ना ठीक है। इनू आख दिंदे है लुतरो तो बंद ही नहीं हुंदी तेरी है ना घुतरो लुतरो है ना। तो ये की है जीभ की है जीभ ठीक है हो गया ना। तो फिर अगे देखो इन्नी क हट्टी विच बैठी गुलाबो जट्टी इन्नी क हट्टी। ਹੁਣ ਇਹ ਵੀ मतलब मिलती जुलती है उस नाल बात है ना। देखो की बनता ਇਹਦਾ उत्तर ਇੰਨੀ ਕ हट्टी बिल्कुल हट्टी थोड़ी दुकान हट्टी मैंने दुकान थोड़ी जी है ना छोटी जी हट्टी ते विच बैठी गुलाबो जट्टी ठीक है। दसो दसो दसो
ਕੀ ਬਣਦਾ ਇਹ ਵੀ ਜੀਭ ਹੈ। ਕੀ ਹੈ? ਇਹ ਵੀ ਜੀਭ ਹੈ। ठीक है, शाबाश। ये भी की है? जीभ है। ठीक है, ਇੰਨੀ ਕ ਹੱਟੀ ਆ ਛੋਟੀ जी हट्टी ਇੰਨੀ ਕ मतलब जमा ही छोटी जी है ना, ਤੇ ਵਿੱਚ ਬੈਠੀ ਗੁਲਾਬੋ ਜੱਟੀ ਆ ਗੁਲਾਬੀ ਰੰਗ ਵਾਲੀ ਹੈ ਨਾ, ਠੀਕ ਹੈ ਨਾ, ਬੈਠੀ ਗੁਲਾਬੋ ਜੱਟੀ ਤੇ ਆਪਦੇ मतलब ਕੀ ਹੈਗਾ ਸਾਰਿਆਂ ਨੂੰ मतलब ਕੀ ਹੈਗਾ। ਅੱਛਾ ਫਿਰ ਇਹ ਜਿਹੜੀ ਹੈ ਉਹ ਕਹਿੰਦੇ ਆ ਨਾ ਕਿ ਇਹਦੇ ਅੰਦਰ ਹੱਡੀ ਨਹੀਂ ਹੁੰਦੀ, ਪਰ ਜੇ ਆਪਾਂ ਕਿਸੇ ਨੂੰ ਗਲਤ ਬੋਲੀਏ ਤੇ ਇਹ ਹੱਡ ਤੜਵਾ ਦਿੰਦੀ ਹੈ ਨਾ, ਹੁੰਦਾ ਹੈ ਨਾ ਇਸ ਤਰ੍ਹਾਂ, ਹੈ ਨਾ, ठीक है ना। तो यानी कि ये जी इनू जुबान भी आख देंगे है, ठीक है, जुबान भी आख देंगे है, ठीक है। तो आप कहने जुबान संभाल के बोल, ਇਹਦਾ मतलब है भी भाई आपदे मतलब की है पहला जिहड़ा है तोलो फिर बोलो, है ना, पहला सोच विचारो फिर बोलो, ठीक है। नहीं तो जीभ है जिहड़ी ये बहुत कुछ करवा दिंदी है ते सत्कार भी बड़ा करवा दिंदी है ना। ये बंदे नूं अरशां ते भी लै जांदी है ते फर्शां ते भी डेग दिंदी है, ठीक है। ये सारा ये बोलन करन नाल हुंदा है ना। चलो अगे चलो। 20 सीस फड़ धरों 20 सीस फड़ धड़ों उतारे, कीता खून न जानो मारे, ठीक है। धड़ तो जिवें आ अपनी धड़ है तो इत्थे आ सीस है तो इत्थों फड़ के उतारते, है ना, ऐ करके आंदे 20 सीस, किन्ने 20 सिर, 20 जिहड़े सिर है वो फड़ के धड़ तो उतार दिते ते कीता खून भी नहीं कीता ते जानो भी नहीं मारे, खून भी नहीं किया जानो भी नहीं मारे ते 20 सीस भी ला के परे मारे। की हो गया इहदा दसो। अच्छा ये पता की है, ये मैं ऐ दस दिना थोनू, जदों अपने थोड़े स्कूलों में अपने जदों सवेर की सभा हुंदी है ना, तो उदों फिर वो अपने गुरुजन जिहड़े हैगे है वो फिर आंदे आ खड़े हो जाओ भाई, तो उत्थे फिर अपने वर्दी चैक करते हैं भी वर्दी किहदे किते पाई है, तो वाल मतलब किसी के किवें हैगे है जिहड़े कट्टे हुए है कोई, है ना, तो जां भाई होर की चीज़ है, तो एक होर वो चीज़ देखते हैं, है ना, आंदे ऐ हत्थ करो कहते हैं ना, तो की देखते हैं दसो 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 समझ गए ना। 9, ठीक है, यानी कि 9, ठीक है। इनू आपां ऐ लिखते हैं, ठीक है। नन्ना नन्ने नू नन्ना हाहे नू औंकड़ ते हाहे दे उत्ते टिप्पी 9, इनू 9 बोलते हैं, ठीक है, समझे। इनू की बोलते हैं 9। 20 सीस फड़, 20 सीस केड़े हो गए आ देखो, 10 तो आ हो गए ते 10 अपने पैरों वाले हो गए, 20 हो गए ना। 20 सीस, सीस मतलब मूरों मूरों कटते, है ना, 9 कट्टने है ना, मूरों मूरों कटते, ठीक है। अपने अपने कह देंगे है कि कई इन्हों कट्टण वास्ते कई तो पहला ब्लेड नाल कट्टते हुंदे सी, पर ब्लेड ना कट्टना नहीं चाहिए गा, वज जाता है ना। अजकल की है मतलब की है अजकल 9 कट्टनी कहते हैं, या पहला नहेरना हुंदा सी, 9 कट्टना वाले 9 कट्टण दा एक संद हुंदा सी, उहनूं नहेरना बोलते सन। की बोलते सन? नहेरना, ठीक है, ऐ करके नहेरना, ठीक है। वो 9 कट्टण वाला संद हुंदा सीगा, है ना, ठीक है। तो वेखो ये नाले खून भी नहीं हुंदा, ठीक है। तो फिर ये मतलब की है ना, ये जानो मरदे है, क्योंकि ये कहते हैं भी अगले हिस्से है जिहड़े वो मरे वे हुंदे है ना, कट्टण नाल इस करके आपां नूं दर्द नहीं ना हुंदा, ठीक है। मूरों मूरों जो आपां कट्टदे, जो कच्चा नूं कट्टिया जावे उदों दर्द हुंदा है, ठीक है। 20 सीस फड़ धड़ों उतारे, कीता खून ना जानो मारे, ठीक है। इसे करके अपने एक कहावत भी इन्हां नाल जुड़ी है कि भाई 10 नौवां दी किरत कमाई, कहते हैं ना 10 नौ आहा हत्थां दी किरत कमाई, 10 नौवां दी मतलब कहते हत्थां दी किरत कमाई करया करो भाई, है ना, 10 नौवां दी किरत कमाई, ये इन्हां नाल जुड़ी हुई कहावत है। अगे चलो, अगे है बात पावां बतौली पावां, बात नूं लावां कुंडे, ठीक है। कुंडे कुंडे जिवें गेट का कुंडा हो, ठीक है, इस तरह करके जिंदे कुंडे आपां कहते हैं, जिंदरा पहला, ठीक है, कुंडा बंद हुंदा फिर उत्तों जिंदरा लगता है। बात पावां बतौली, ये एक तरह का तुकबंदी करने वास्ते ला दिता गया, पर यह अर्थ इहदा हुंदा जरूर, है ना। बात पावां बतौली पावां, बात नूं लावां कुंडे, सदा कुड़ी नूं विआउण चले सारे पिंड दे मुंडे, ठीक है। सदा कुड़ी नाम है, ठीक है, विआउण चले, उन्होंने विआउण चले है सारे पिंड दे मुंडे। देखो नहीं तो एक ही विआउण जाता है, सारे ही चले है ना। आम अपने विआह च हुंदा है ना भी एक कुड़ी हुंदी है, एक मुंडा हुंदा है, विआउण जाते हैं, पर यह की है, ठीक है,
ਸਦਾ ਕੁੜੀ ਨੂੰ ਵਿਆਹੁਣ ਚੱਲੇ, ਹਰੇਕ ਹੀ ਕੋਈ ਮਤਲਬ ਅੱਛਾ ਇਹਦੇ ਵਿੱਚ ਇਹ ਹੈ ਬਰਾਤ 'ਚ ਤਾਂ ਜਾਨੀ ਹੁੰਦੇ ਹੈ ਤੇ ਇੱਕ ਲਾੜਾ ਹੁੰਦਾ ਹੈ, ਇੱਥੇ ਸਾਰੇ ਹੀ ਲਾੜੇ ਹੁੰਦੇ ਹੈ ਨਾ, ਇੱਥੇ ਸਾਰੇ ਹੀ ਲਾੜੇ ਹੁੰਦੇ ਹੈ। ਹੁਣ ਦੇਖ ਲਓ ਕਿਵੇਂ ਬਣਨਗੇ, ਦੱਸੋ। ਸਦਾ ਕੁੜੀ ਨੂੰ ਵਿਆਹੁਣ ਚੱਲੇ ਸਾਰੇ ਪਿੰਡ ਦੇ ਮੁੰਡੇ। ਅੱਛਾ ਇਹਦੇ ਨਾਲ ਸੰਬੰਧਿਤ ਆਪਣੇ ਜਿਹੜੇ ਮਤਲਬ ਕੀ ਹੈਗਾ ਨਾ, ਇਹਦੇ ਨਾਲ ਸੰਬੰਧਿਤ ਮਿਲਦੀ ਜੁਲਦੀ ਇੱਕ ਖੇਡ ਹੈ ਜਿਹੜੀ ਆਪਣੇ ਭਾਰਤ ਦੀ ਕੌਮੀ ਖੇਡ ਹੈ। ਹੁਣ ਬੁੱਝ ਲਓ, ਦੱਸੋ ਕੀ ਹੋ ਸਕਦਾ ਹੈ, ਕੀ ਹੋ ਸਕਦਾ ਹੈ। ਤੇ ਇਹਦਾ ਹੈਗਾ ਆਪਣੇ ਦੋਨੇ ਸ਼ਬਦ ਹੈ ਨਾ ਜਿਹੜੇ ਉਹ ਖੱਖੇ ਤੇ ਪੈਂਦੇ ਹੈ। ਦੇਖੋ ਆਪਣੇ ਪਹਿਲਾਂ ਆਪਣੇ ਭਾਰਤ ਦੀ ਜਿਹੜੀ ਕੌਮੀ ਖੇਡ ਹੈ, ਆਪਣੇ ਰਾਸ਼ਟਰੀ ਖੇਡ ਉਹ ਕਿਹੜੀ ਹੈ, ਕਿਹੜੀ ਹੈ, ਹਾਕੀ। ਕਿਹੜੀ ਹੈ, ਹਾਕੀ, ਹੈ ਨਾ। ਤੇ ਪਰ ਇੱਥੇ ਕੀ ਹੈ, ਇੱਥੇ ਹਾਕੀ ਦਾ ਇੱਕ ਪੁਰਾਤਨ ਰੂਪ ਹੁੰਦਾ ਸੀਗਾ ਪੁਰਾਣੇ ਜ਼ਮਾਨੇ 'ਚ, ਜਿਹੜਾ ਹੈਗਾ ਉਹਦਾ ਹੁੰਦਾ ਸੀ ਖੁੱਦੋ ਖੂੰਡੀ। ਕੀ ਹੁੰਦਾ ਸੀ, ਖੁੱਦੋ ਖੂੰਡੀ। ਤੇ ਇੱਧਰ ਦੇਖੋ ਆ ਹੋ ਗਿਆ ਖੁੱਦੋ ਤੇ ਆ ਹੋ ਗਿਆ ਖੂੰਡੀ, ਠੀਕ ਹੈ, ਖੂੰਡੀ, ਠੀਕ ਹੈ ਨਾ, ਹੋ ਗਿਆ ਨਾ। ਇਹ ਹਾਕੀ ਆਪਣੇ ਜਿਹੜੇ ਹੈ ਭਾਰਤ ਦੀ ਜਿਹੜੀ ਕੌਮੀ ਖੇਡ ਹੈ, ਪਰ ਆ ਖੁੱਦੋ ਖੂੰਡੀ ਹੋ ਗਿਆ ਪੁਰਾਤਨ ਜਿਹੜਾ ਰੂਪ। ਉਹ ਕਹਿੰਦੇ ਕਿ ਬਾਤ ਨੂੰ ਲਾਵਾ ਕੁੰਡੇ, ਸਦਾ ਕੁੜੀ ਨੂੰ ਵਿਆਹੁਣ ਚੱਲੇ। ਵੇਖੋ ਇੱਕ ਖੁੱਦੋ ਹੁੰਦੀ ਹੈ ਤੇ ਜਿਹੜੇ ਖੇਡਣ ਵਾਲੇ ਸਾਰਿਆਂ ਦੇ ਹੱਥ 'ਚ ਖੂੰਡੀਆਂ ਹੁੰਦੀਆਂ, ਹੈ ਨਾ। ਖੂੰਡੀਆਂ ਉਸੇ ਤਰ੍ਹਾਂ ਹੀ ਹੁੰਦੀਆਂ ਜਿਵੇਂ ਆਪਣੇ ਆਮ ਬਜ਼ੁਰਗਾਂ ਦੇ ਜਦੋਂ ਚੱਲਦੇ ਆ ਤੇ ਉਹ ਮੂਹਰਲਾ ਪਾਸਾ ਇਹ ਮੁੜਿਆ ਹੁੰਦਾ ਹੈ, ਕਰਕੇ ਮੁੜਿਆ ਹੁੰਦਾ ਨਾ ਖੂੰਡੀ ਦਾ, ਇਸ ਤਰ੍ਹਾਂ ਕਰਕੇ, ਹੈ ਨਾ। ਉਸੇ ਤਰ੍ਹਾਂ ਹੀ ਹੁੰਦੇ ਆ ਹਾਕੀ ਦੀ ਤਰ੍ਹਾਂ। ਤੇ ਮਤਲਬ ਐਂ ਕਹਿੰਦੇ ਆ ਵੀ ਖੁੱਦੋ ਖੂੰਡੀ ਚੋਂ ਹੀ ਅੱਗੇ ਮਤਲਬ ਕੀ ਆ ਹਾਕੀ ਦਾ ਜਿਹੜਾ ਹੈ ਉਹ ਰੂਪ ਨਿਖਰਿਆ ਤੇ ਵਿਕਾਸ ਹੋਇਆ, ਹੈ ਨਾ। ਖੁੱਦੋ ਖੂੰਡੀ ਕਿ ਸਦਾ ਕੁੜੀ ਨੂੰ ਵਿਆਹੁਣ ਚੱਲੇ ਸਾਰੇ ਪਿੰਡ ਦੇ ਮੁੰਡੇ, ਠੀਕ ਹੈ, ਹੋ ਗਈ ਨਾ ਬਾਤ। ਅੱਗੇ ਚੱਲਦੇ ਆ। ਪੈਰ ਬਿਨਾ ਚੌਂਕੇ ਚੜੇ, ਮੂੰਹ ਬਿਨ ਆਟਾ ਖਾਏ, ਮਾਰਨ ਤੇ ਉਹ ਜੀ ਉੱਠੇ, ਬਿਨ ਮਾਰੇ ਮਰ ਜਾਏ। ਹੁਣ ਇਹ ਦੇਖੋ ਇਹ ਕੀ ਚੀਜ਼ ਹੈ, ਪੈਰ ਬਿਨਾ ਚੌਂਕੇ ਚੜੇ, ਮੂੰਹ ਬਿਨ ਆਟਾ ਖਾਏ। ਪੈਰ ਤੋਂ ਬਿਨਾ ਤਾਂ ਪੈਰ ਹੀ ਨਹੀਂ ਉਹਦੇ, ਪੈਰ ਤੋਂ ਬਿਨਾ ਉਹ ਚੌਂਕੇ ਚੜ ਜਾਂਦਾ। ਚੌਂਕਾ ਚੌਂਤਰਾ ਚੁੱਲ੍ਹਾ ਆਪਣੇ ਕਹਿ ਦਿੰਦੇ ਉਸੇ ਤਰ੍ਹਾਂ ਦਾ, ਕਿਉਂਕਿ ਮਾਂਜਿਆ ਸਵਾਰਿਆ ਆਪਣੇ ਜਿਹੜਾ ਸਵਾਰਿਆ ਸੰਭਰਿਆ ਹੁੰਦਾ ਹੈਗਾ, ਹੈ ਨਾ। ਉੱਥੇ ਗੋਹਾ ਮਿੱਟੀ ਲਾਉਂਦੇ ਆ ਆਪਣੇ, ਕਰਦੇ ਨਾ ਇਸ ਤਰ੍ਹਾਂ ਚੁੱਲ੍ਹੇ ਦੀ ਸਫਾਈ ਕਰਦੇ ਹੈ, ਉਹਨੂੰ ਗੋਹਾ ਮਿੱਟੀ ਲਾਉਂਦੇ ਹੈ, ਹੈ ਨਾ। ਤੇ ਫਿਰ ਉਹ ਗੋਹੇ ਦੀ ਤਲੀ ਦਿੰਦੇ ਹੈ, ਹੈ ਨਾ, ਮਿੱਟੀ ਫੇਰਨੀ, ਠੀਕ ਹੈ। ਉਸੇ ਤਰ੍ਹਾਂ ਉਹ ਹੈ ਕਿ ਪੈਰ ਬਿਨਾ ਚੌਂਕੇ ਚੜੇ, ਮੂੰਹ ਬਿਨ ਆਟਾ ਖਾਏ। ਤੇ ਮੂੰਹ ਤੋਂ ਬਿਨਾ ਆਟਾ ਖਾਂਦਾ ਹੈ, ਹੱਦ ਹੋ ਗਈ ਲੈ, ਹੈ। ਤੇ ਮਾਰਨ ਤੇ ਉਹ ਜੀ ਉੱਠੇ। ਦੇਖੋ ਜਦੋਂ ਮਾਰਦੇ ਆ ਉਹਦੇ ਥੋੜੀ ਜਿਹੀ ਚਪੇੜ ਤੇ ਉਹ ਜੀ ਉੱਠਦਾ ਹੈ, ਤੇ ਬਿਨ ਮਾਰੇ ਮਰ ਜਾਏ। ਤੇ ਨਾ ਉਹਨੂੰ ਕੁਛ ਕਹੀਏ ਤਾਂ ਉਹ ਮਰ ਜਾਂਦਾ ਹੈ। ਅੱਛਾ ਇਹ ਇੱਕ ਹੋਰ ਮੈਂ ਇਹਦੇ ਨਾਲ ਤੁਹਾਨੂੰ ਦੱਸ ਦਿੰਦਾ ਥੋੜਾ ਜਿਹਾ ਕਿ ਇਹ ਕੀ ਚੀਜ਼ ਹੋ ਸਕਦੀ ਹੈ। ਥੋੜਾ ਜਿਹਾ ਮੈਂ ਤੁਹਾਨੂੰ ਇਹਦਾ ਦੱਸ ਦਿੰਦਾ ਕਿ ਇਹ ਆਪਣੇ ਇੱਕ ਸਾਜ਼ ਨਾਲ ਸੰਬੰਧਿਤ ਚੀਜ਼ ਹੈ, ਠੀਕ ਹੈ। ਸਾਜ਼ ਨਾਲ ਸੰਬੰਧਿਤ ਹੈ। ਗਾਉਣ ਵਾਲੇ ਜਿਹੜੇ ਹੈ ਜਾਂ ਆਪਣੇ ਕੀਰਤਨ ਕਰਨ ਵਾਲੇ ਹੈ ਉਹ ਇਹਨੂੰ ਮਤਲਬ ਕੀ ਹੈ ਇਸਤੇਮਾਲ ਕਰਦੇ ਹੈ। ਦੱਸੋ ਦੱਸੋ ਦੱਸੋ, ਹੁਣ ਪਤਾ ਲੱਗ ਗਿਆ। ਚਲੋ ਚਲੋ ਅੱਛਾ ਇਹ ਜੋੜੀ 'ਚ ਹੁੰਦਾ ਹੈ, ਜੋੜੀ 'ਚ ਹੁੰਦੇ ਛੋਟੇ ਦੋ, ਹੈ ਨਾ। ਕੀ ਹੋ ਗਿਆ, ਅੱਛਾ ਫਿਰ ਮੈਂ ਚੱਲ ਹੋਰ ਇਦੋਂ ਵੀ ਸੌਖਾ ਦੱਸ ਦਿੰਦਾ ਕਿ ਤੱਤੇ ਅੱਖਰ ਤੇ ਪੈਂਦਾ ਹੈ, ਤੱਤੇ ਤੇ। ਕੀ ਹੋ ਗਿਆ, ਤਬਲਾ। ਕੀ ਹੋ ਗਿਆ, ਤਬਲਾ। ਦੇਖੋ ਤਬਲਾ, ਠੀਕ ਹੈ, ਇੱਕ ਸਾਜ਼ ਹੈ ਬੇਟਾ ਤਬਲਾ, ਠੀਕ ਹੈ। ਰਾਗੀ ਜਿਹੜੇ ਹੈ, ਰਾਗੀ ਸਿੰਘ ਕੀਰਤਨ ਵੀ ਕਰਦੇ ਹੈ, ਤੇ ਹੋਰ ਜਿਹੜੇ ਸੂਫੀਆਨਾ ਗਾਇਕ ਹੈ, ਹੋਰ ਜਿਹੜੇ ਇਸ ਤਰ੍ਹਾਂ ਦੇ ਗਾਉਂਦੇ ਹੈ ਉਹ ਵੀ ਇਸਤੇਮਾਲ ਕਰਦੇ ਹੈ। ਦੋ ਜੋੜੀ 'ਚ ਹੁੰਦੇ ਹੈ ਨਾ, ਹੈ ਨਾ। ਇੱਕ ਤਬਲਾ ਬੋਲਦੇ, ਇੱਕ ਨੂੰ ਸ਼ਾਇਦ ਧਾਮਾ ਬੋਲਦੇ ਆ, ਇਸ ਤਰ੍ਹਾਂ, ਹੈ ਨਾ। ਐ ਕਰਕੇ ਹੁੰਦਾ ਹੈਗਾ, ਦੋ ਜੋੜੀ 'ਚ ਹੁੰਦੇ, ਇੱਕ ਛੋਟਾ ਹੁੰਦਾ ਇੱਕ ਵੱਡਾ ਹੁੰਦਾ ਹੈ। ਤੇ ਉਹਦੇ ਤੇ ਫਿਰ ਐ ਕਰਕੇ ਮਤਲਬ ਕੀ ਹੈ ਜਿਹੜੇ ਹੈ ਉਹ ਸਾਜ਼ ਵਜਾਉਂਦੇ ਨੇ, ਹੈ ਨਾ। ਤੇ ਉਹਦੇ ਤੇ ਉਹ ਕੀ ਹੈ, ਇਹ ਕਹਿੰਦੇ ਨਾ ਕਿ ਪੈਰ ਬਿਨਾ ਚੌਂਕੇ। ਦੇਖੋ ਪੈਰ ਤਾਂ ਹੁੰਦੇ ਨਹੀਂ ਪਰ ਫਿਰ ਵੀ ਉਹ ਮਤਲਬ ਪੂਰੇ ਵਧੀਆ ਥਾਂ ਤੇ ਜਿੱਥੇ ਬੈਠ ਕੇ ਜਿਹੜੇ ਹੈ ਗਾਉਂਦੇ ਆ, ਗਾਉਣ ਵਾਲੇ ਉੱਚੀ ਥਾਂ ਤੇ ਬਹਿੰਦੇ ਆ, ਹੈ ਨਾ, ਚੌਂਕੇ ਤੇ। ਇਸੇ ਕਰਕੇ ਪੈਰ ਬਿਨਾ ਚੌਂਕੇ ਚੜੇ ਤੇ ਮੂੰਹ ਬਿਨਾ ਆਟਾ ਖਾਵੇ। ਹੁਣ ਇਹਦੇ ਤੇ ਆਟਾ ਲਾ ਲੈਂਦੇ ਥੋੜਾ ਜਿਹਾ, ਕਈ ਪਾਊਡਰ ਲਾਉਂਦੇ, ਆਟਾ ਲਾਉਂਦੇ ਉਹਦੇ ਮਤਲਬ ਕੀ ਉਹਦੇ ਨਾਲ ਹੱਥ ਮਤਲਬ ਕੀ ਹੈਗਾ ਉਹ ਪੂਰਾ ਚੱਲਣ ਲੱਗ ਜਾਂਦਾ ਹੈਗਾ, ਹੈ ਨਾ, ਇਸ ਤਰ੍ਹਾਂ, ਹੈ ਨਾ, ਠੀਕ ਹੈ ਨਾ। ਉਹਦੇ ਆਟਾ ਲਾ ਲੈਂਦੇ ਆ ਥੋੜਾ ਜਿਹਾ ਤੇ ਫਿਰ ਮਾਰਨ ਤੇ ਉਹ ਜੀ ਉੱਠੇ। ਹੁਣ ਜਦੋਂ ਆਪਣੇ ਕਰਕੇ ਐ ਮਾਰਦੇ ਆ ਜਾਂ ਐ ਕਰਦੇ ਆ ਤੇ ਆਵਾਜ਼ ਆਉਂਦੀ ਹੈ, ਹੈ ਨਾ। ਕਿੰਨੇ ਸੋਹਣੇ ਮਤਲਬ ਆਵਾਜ਼
तक धिन ता, है ना, इस तरह करते ना। तो ये की है, बिन मारे मर जाए। जे हुण ना मार के तो चुप करके बैठे है ना, तबला बिल्कुल चुप है, कुछ नहीं गा, ठीक है ना। यानी कि यह साज है। ते पैर बिना चौके चढ़े, मूँह बिना आटा खाए, मारन ते वो जी उठे, ते बिन मारे मर जाए। ठीक है, हो गई गल क्लीयर। अगे चलिए, देखो अगली बात है, सौण भादो एक रुत, दो बुढ़ियां दी एक गुत। हुण सौण भादों, क्योंकि सौण ते भादों लगभग जिहड़ा है वो एक रुत का मतलब है, सौण च मींह पैंदे रहिंदे है ना, ते भादों भी नाल दी नाल ही आ जांदी उत्तों। ठीक है ना, सौण भादों एक रुत ते दो बुढ़ियां दी एक गुत। हुण दो बुढ़ियां ते ओहदी इक्को ही गुत है, ਉਹਦੀ ਕੀ ਹੈ, ਇੱਕੋ ਹੀ ਗੁੱਤ ਹੈ। ਹੁਣ ਇਹਦੇ ਨਾਲ ਸੰਬੰਧਿਤ ਜਿਹੜੀ ਹੈ ਆਪਣੇ ਐ ਵੀ ਕਹਿ ਦਿੰਦੇ ਆ ਕਿ ਸੌਣ ਭਾਦੋਂ ਇੱਕ ਰੁੱਤ, ਦੋ ਭੈਣਾਂ ਦੀ ਇੱਕ ਗੁੱਤ। ਇੱਥੇ ਬੁੱਢੀਆਂ ਦੀ ਥਾਂ ਤੇ ਭੈਣਾਂ ਵੀ ਹੋ ਜਾਂਦਾ ਹੈ ਨਾ। ਤੇ ਫਿਰ ਇੱਕ ਹੋਰ ਗੱਲ ਹੈ ਕਿ ਇਹ ਜਿਹੜੇ ਹੈ ਉਹ ਵਸਤੂਆਂ ਨੂੰ ਜੋਖਣ, ਅੱਗੇ ਜੋਖਦੇ ਹੁੰਦੇ ਸੀ, ਕਹਿੰਦੇ ਨਾ ਜੋਖਣ ਜਾਂ ਤੋਲਣ ਦੇ ਕੰਮ ਆਉਂਦੀ ਹੈ ਨਾ। ਕੀ ਕੰਮ ਆਉਂਦੀ ਹੈ? ਤੋਲਣ ਦੇ ਕੰਮ ਆਉਂਦੀ ਹੈ। ਦੱਸੋ ਕੀ ਹੈ? शाबाश। दूजा, अच्छा नहीं नहीं बेटा नहीं, ठीक है। सौण भादों एक रुत, दो बुढ़ियां दी एक गुत। ठीक है, ये की है, ये मतलब की हैगा इत्थे अपने जिहड़ा है, दोबारा तो आपां इस नूं देखांगे। सौण भादों एक रुत, दो बुढ़ियां दी एक गुत। ठीक है, ਇਹ ਤੋਲਣ ਦੇ ਨਹੀਂ, ਇਹ ਮਤਲਬ ਜਿਹੜਾ ਹੈ ਨਾ ਆਪਣੇ, ਮਾਫੀ ਚਾਹੁੰਦਾ ਮੈਂ, ਇਹ ਇੱਕ ਤਰ੍ਹਾਂ ਦਾ ਕੁੜੀਆਂ ਸਾਉਣ ਦੇ ਮਹੀਨੇ ਤੇ ਹੋਰ ਕਈ ਥਾਵਾਂ ਤੇ ਮਤਲਬ ਪਿੱਪਲਾਂ ਤੇ ਮਤਲਬ ਕੀ ਹੈਗਾ ਉਸ ਨੂੰ ਮਤਲਬ ਮੈਂ ਹੁਣ ਇੱਥੇ ਨਾਂ ਨਹੀਂ ਲਊਂਗਾ, ਉਸ ਨੂੰ ਪਾ ਕੇ ਪਿੱਪਲਾਂ ਤੇ ਝੂਟਦੀਆਂ ਨੇ। ਕੀ ਹੈ? ਸ਼ਾਬਾਸ਼ ਸ਼ਾਬਾਸ਼। हाँ हाँ, तो फिर कहते भाई मैनू झूटे दे, है ना। ठीक है, कुड़ियां सहेलियां फिर एक दूजी नू झूटे दिंदियां। ठीक है, की हो गया? पींग। की हो गया? पींग। ठीक है, इत्थे पींग आऊगा बेटा, है ना। ठीक है, की आऊगा? पींग आऊगा। मैं पहला थोनू हिंट जिहड़ा गलत दे बैठा, है ना, तो माफ़ी चाहुंदा मैं। ये हैगा सौण भादों एक रुत, दो बुढ़ियां दी एक गुत। ठीक है, दो बुढ़ियां है ते ओदी एक गुत है। ठीक है, यानी कि दो ऐ करके लासां पाइयां हुंदियां, है ना, पिप्पल ते होर ते थल्ले वो गंढ एक हुंदी है ना, इस तरह हुंदी है ना कि आह दो बुढ़ियां मतलब दो लासां ऐ करके ऐ हो गईयां। ठीक है, ये लास एक ही हुंदी है पर वो दो किनारे हो जाते हैं। ठीक है, और फिर वो थल्ले आके जो बन्नते हैं तो फट्टी ला के वो फिर अपने वो पींग झूटते है ना, इस तरह है ना, पींग झूटते हैं। ठीक है, तो एक मतलब की है जिवें आपां कहने भी सत्त रंगी पींग, एक जो मींह पए तो बाद वो अंबर च आपां देखते हैं सत्त रंगी पींग, वो भी हुंदी है जिन्हों बुढ़ी माई दी पींग कहते हैं, है ना। सो उस तरह ये है, सौण भादों एक रुत, दो बुढ़ियां दी एक गुत। ठीक है ना, इस तरह है। वो जिहड़े तोलण जोखण वाला आउंदा है वो अगे तुहाडे होर आऊगा, वो है ना, उहदे चों अपना तकड़ी बनदा सीगा, है ना, वो आपां वो कह बैठे। चलो कोई नहीं, कदे कदे गुरु जी तो भी गलती हो जाती है ना। चलो अगे चलो। काठ दी संदूखड़ी विच तोता बोले। काठ दी संदूखड़ी विच तोता बोले। हुण देखो अगे जिवें सीगा वो अपने मतलब की हैगा एक मूँह नाल संबंधित, अपने जीभ नाल संबंधित एक चीज़ आई सी, है ना, वो आला है तो कौडियाँ है, तो उस तरह की ये काठ। काठ हुंदा लक्कड़, है ना, लक्कड़ दी संदूखड़ी, छोटी जी संदूखड़ी है। ठीक है, तो विच तोता बोलदा है। ठीक है, तोता बोलदा है, विच वो किवें बोलदा हैगा। अच्छा, ये एक होर भी चीज़ है भी, ये भी जिहड़ा है पुराने जमाने च जिहड़े अज तो 30-40 साल 30-40 साल पहला तो बहुत ही ज़्यादा मतलब लोग मतलब सुनते होंदे सन, है ना। तो अजकल तो हुण देखो मोबाइल आ गए, होर बहुत तरह दी चीज़ां आ गईयां, तो अगे ये सराणे रख लेंदे। ठीक है, तो उहदा कन्न जा मरोड़दे। समझ गए गल की होऊगा? ठीक है, हाँ हाँ हाँ, दसो दसो।
ठीक है, ਕੰਨ ਜਾਂ ਮਰੋੜਦੇ ਤੇ ਫਿਰ ਉਹਦੇ 'ਚ ਕੀ ਕਹਿੰਦੇ ਹੁੰਦੇ ਸੀਗੇ, ਕੀ ਕਹਿੰਦੇ ਸੀ, ਇਸ ਤਰ੍ਹਾਂ ਕਰਦੇ ਹੁੰਦੇ ਸੀ ਨਾ ਉਦੋਂ ਜਦੋਂ ਐ ਕਰਕੇ ਕਿ ਇਹ ਵਿਵਿਧ ਭਾਰਤੀ ਹੈ ਨਾ, ਜਾਂ ਕਰਦੇ ਹੁੰਦੇ ਸੀਗੇ ਕਿ ਇਹ ਆਕਾਸ਼ਵਾਣੀ ਹੈ ਨਾ, ਇਸ ਤਰ੍ਹਾਂ ਕਰਦੇ ਹੁੰਦੇ ਸੀ ਨਾ। ਦੱਸੋ ਦੱਸੋ, ਹਾਂ ਸਮਝ ਗਏ ਨਾ। ਰੇਡੀਓ ਕੀ ਹੁੰਦਾ ਸੀ, ਰੇਡੀਓ, ਠੀਕ ਹੈ, ਰੇਡੀਓ, ਠੀਕ ਹੈ, ਰੇਡੀਓ, ਠੀਕ ਹੈ ਨਾ। ਇਹ ਹੁੰਦਾ ਸੀਗਾ ਜਿਹੜਾ ਹੁਣ ਵੀ ਜਿਹੜਾ ਹੈ ਬਹੁਤ ਮਤਲਬ ਕਈਆਂ ਦੇ ਹੈਗਾ ਹਾਲੇ ਵੀ, ਪਰ ਘੱਟ ਸੁਣਦੇ ਆ ਹੁਣ, ਹੈ ਨਾ, ਹੈਗਾ ਹਾਲੇ ਵੀ। ਕਾਠ ਦੀ ਸੰਦੂਕੜੀ, ਕਿਉਂਕਿ ਅੱਗੇ ਲੱਕੜ ਦਾ ਹੁੰਦੀ ਸੀ ਉਹਦੀ ਬਾਡੀ ਜਿਹੜੀ ਹੁੰਦੀ ਸੀ ਨਾ, ਠੀਕ ਹੈ, ਉਹਦਾ ਸਰੀਰ ਜਿਹੜਾ ਸੀਗਾ ਲੱਕੜ ਦਾ ਹੁੰਦਾ ਸੀਗਾ, ਠੀਕ ਹੈ, ਤੇ ਵਿੱਚ ਫਿਰ ਫਿੱਟ ਕੀਤੇ ਹੁੰਦੇ ਸੀ ਸਾਰੇ ਜਿਹੜੇ ਉਹ ਯੰਤਰ ਹੈ, ਤੇ ਫਿਰ ਉਹ ਵਧੀਆ ਮਤਲਬ ਵਿੱਚ ਤੋਤਾ ਬੋਲਦਾ, ਫਿਰ ਬੋਲਦਾ ਜਦੋਂ ਕੰਨ ਜਾਂ ਮਰੋੜੀ ਦਾ ਉਹਦਾ, ਹੈ ਨਾ, ਬੋਲਦਾ ਨਾ ਫਿਰ, ਤੇ ਕਿੰਨਾ ਵਧੀਆ ਫਿਰ ਉੱਥੇ ਕਿੰਨੇ ਤਰ੍ਹਾਂ ਦੇ ਮਤਲਬ ਕੀ ਹੈਗਾ, ਚਾਹੇ ਉਹ ਗੁਰਬਾਣੀ ਮਤਲਬ ਆਉਂਦੀ ਉਹ ਸੁਣਦੇ ਸ਼ਾਮ ਦੇ ਸਮੇਂ ਆਥਣ ਦੇ, ਤੇ ਚਾਹੇ ਤੜਕੇ ਵੇਲੇ ਦੁਪਹਿਰੇ ਖਬਰਾਂ ਤੇ ਹੋਰ ਗੀਤ, ਕਿੰਨਾ ਕੁਛ ਹੀ ਮਤਲਬ ਉਹਦੇ ਇਹਦੇ 'ਚ ਸੁਣਦੇ ਸੀ, ਹੈ ਨਾ। ਇਹ ਵੇਖ ਲਓ ਅੱਗੇ ਮਤਲਬ ਕੀ ਹੈਗਾ ਜਿਹੜਾ ਰੇਡੀਓ ਹੈ, ਰੇਡੀਓ 'ਤੇ ਵੀ ਮਤਲਬ ਕਹਿੰਦੇ ਸੀਗੇ ਵੀ ਮਤਲਬ ਇਹ ਲਾਇਸੈਂਸ ਬਣਦਾ ਹੁੰਦਾ ਸੀਗਾ ਰੱਖਣ ਦਾ, ਹੈ। ਇਹ ਮੈਂ ਕਿਤੋਂ ਸੁਣਿਆ, ਕਹਿੰਦੇ ਇਹਨੂੰ ਰੱਖਣ ਦਾ ਵੀ ਲਾਇਸੈਂਸ ਹੁੰਦਾ ਸੀਗਾ ਵੀ ਭਾਈ ਦੱਸੋ, ਠੀਕ ਹੈ ਨਾ, ਹੈ ਨਾ। ਤੇ ਹੁਣ ਤਾਂ ਆਪਣੇ ਉਹੀ ਰੱਖ ਸਕਦੇ ਆ, ਹੈ ਨਾ। ਤੇ ਕਾਠ ਦੀ ਸੰਦੂਖੜੀ ਵਿੱਚ ਤੋਤਾ ਬੋਲੇ, ਤੇ ਵਿੱਚ ਤੋਤਾ ਬੋਲਦਾ ਹੈ, ਔਰ ਤੋਤਾ ਫਿਰ ਬੜਾ ਮਨੋਰੰਜਨ ਲਾਉਂਦਾ ਹੈ ਨਾ, ਠੀਕ ਹੈ। ਅੱਗੇ ਚਲੋ, ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ। ਹੁਣ ਨਿੱਕੀ ਜਿਹੀ ਕੁੜੀ ਹੈ, ਠੀਕ ਹੈ, ਤੇ ਆਪਣੇ ਗੁੱਤ ਹੁੰਦੀ ਨਾ, ਗੁੱਤ ਗੁੰਨਦੀਆਂ ਕੁੜੀਆਂ, ਤੇ ਗੁੱਤ ਤੇ ਫਿਰ ਕਾਲੇ ਰੰਗ ਦਾ ਉਹ ਅੱਗੇ ਗਾਂ ਗੁੱਤ ਨੂੰ ਲੰਮੀ ਕਰਨ ਵਾਸਤੇ ਜਾਂ ਸੋਹਣੀ ਕਰਨ ਵਾਸਤੇ ਪਰਾਂਦਾ ਗੁੰਨਦੀਆਂ, ਹੈ ਨਾ, ਠੀਕ ਹੈ, ਨਾਲ ਪਰਾਂਦਾ ਪਾਉਂਦੀਆਂ ਹੈਗੀਆਂ, ਤੇ ਉਹ ਕੋਈ ਲਾਲ ਪਰਾਂਦਾ ਪਾਉਂਦੀ ਹੈ, ਠੀਕ ਹੈ, ਇਸ ਤਰ੍ਹਾਂ ਕਰਕੇ ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ। ਹੁਣ ਦੱਸੋ, ਅੱਛਾ ਇਹ ਕੀ ਹੈ, ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ। ਹੁਣ ਇਹ ਚੀਜ਼ ਹੈਗੀ ਹੈ ਆਪਣੇ ਕਈ ਵਾਰੀ ਆਪਣੇ ਝੱਗੇ ਦਾ ਕੋਈ ਆਪਣੇ ਕੁੜਤੇ ਦਾ ਬਟਨ ਟੁੱਟ ਜੇ ਤਾਂ ਉਦੋਂ ਕੰਮ ਆਉਂਦੀ ਹੈ ਨਾ, ਤੇ ਕਈ ਵਾਰੀ ਆਪਣੇ ਕੰਡਾ ਵੱਜ ਜੇ ਤਾਂ ਕੰਡਾ ਕੱਢਣ ਦੇ ਕੰਮ ਆਉਂਦੀ ਹੈ ਨਾ। ਦੱਸੋ ਦੱਸੋ, ਸਮਝ ਗਏ ਬਸ ਹੁਣ ਤਾਂ, ਹੈ ਨਾ। ਕੀ ਹੈ, ਸੂਈ ਤੇ ਧਾਗਾ, ਠੀਕ ਹੈ, ਕੀ ਹੈ, ਸੂਈ ਤੇ ਧਾਗਾ, ਠੀਕ ਹੈ, ਸੂਈ ਤੇ ਧਾਗਾ, ਠੀਕ ਹੈ। ਨਿੱਕੀ ਜਿਹੀ ਕੁੜੀ, ਨਿੱਕੀ ਜਿਹੀ ਕੁੜੀ, ਸੂਈ ਨਿੱਕੀ ਜਿਹੀ ਹੁੰਦੀ ਹੈ ਤੇ ਉਹਦੇ ਧਾਗਾ ਪਾ ਦਈਦਾ, ਲੰਮਾ ਪਰਾਂਦਾ ਬਣ ਜਾਂਦਾ ਹੈ ਨਾ ਉਹਦਾ, ਠੀਕ ਹੈ ਨਾ। ਨਿੱਕੀ ਜਿਹੀ ਕੁੜੀ ਤੇ ਲੈ ਪਰਾਂਦਾ ਤੁਰੀ, ਆ ਗਿਆ ਨਾ ਗੱਲ। ਸੂਈ ਜਿਹੜੀ ਹੈ ਉਹ ਨਿੱਕੀ ਜਿਹੀ ਕੁੜੀ, ਤੇ ਜਿਹੜਾ ਧਾਗਾ ਹੈ ਉਹਦਾ ਪਰਾਂਦਾ ਹੋ ਗਿਆ, ਹੈ ਨਾ, ਠੀਕ ਹੈ। ਚਲੋ ਅੱਗੇ ਚੱਲਦੇ ਹਾਂ। ਅੱਗੇ ਹੈ ਫਿੱਟੇ ਮੂੰਹ ਉਸ ਵੱਡੀ ਦਾ, ਠੀਕ ਹੈ। ਫਿੱਟੇ ਮੂੰਹ ਮਤਲਬ ਲਾਹਣਤ, ਲੱਖ ਲਾਹਣਤ, ਹੈ ਨਾ, ਕਿ ਫਿੱਟੇ ਮੂੰਹ ਉਸ ਵੱਡੀ ਦਾ ਜਿਸ ਵੱਖੋ ਵੱਖ ਕਰਾਇਆ, ਹੈ ਨਾ। ਸ਼ਾਬਾਸ਼ ਏ ਉਸ ਛੋਟੀ ਦਾ ਜਿਸ ਵਿਛੜਿਆ ਤਾਈਂ ਮਿਲਾਇਆ। ਹੁਣ ਇਹ ਵੀ ਚੀਜ਼ ਪਹਿਲਾਂ ਜਿਹੜੀ ਆਪਾਂ ਬਾਤ ਪਾ ਕੇ ਗਏ ਆ ਨਾ, ਉਹਦੇ ਨਾਲ ਹੀ ਮਿਲਦੀ ਜੁਲਦੀ ਬਾਤ ਹੈ, ਤੇ ਵਰਤਣ ਵਾਲੀਆਂ ਚੀਜ਼ਾਂ 'ਚ ਆਉਂਦੀ ਹੈ, ਤੇ ਦੋ ਚੀਜ਼ਾਂ ਬਣਦੀਆਂ, ਠੀਕ ਹੈ। ਇਹ ਆਪਣੇ ਲੀੜੇ ਜਿਹੜੇ ਕੱਪੜੇ ਸਿਉਣ ਦੇ ਵਿੱਚ ਕੰਮ ਆਉਂਦੀਆਂ, ਠੀਕ ਹੈ, ਸਮਝੇ ਨਾ ਗੱਲ। ਇੱਕ ਹੈ ਜਿਹੜੀ ਉਹ ਲੀੜਿਆਂ ਨੂੰ ਕੱਟਦੀ ਹੈ, ਤੇ ਦੂਜੀ ਹੈ ਜਿਹੜੀ ਉਹ ਸਿਉਂ ਦਿੰਦੀ ਹੈ, ਜੋੜ ਦਿੰਦੀ ਹੈ। ਸਮਝ ਗਏ ਨਾ ਹੁਣ ਤਾਂ, ਕਿ ਨਹੀਂ ਸਮਝੇ? ਸਮਝ ਗਏ, ਹੈ ਨਾ। ਕੀ ਹੋ ਗਿਆ, ਫਿੱਟੇ ਮੂੰਹ ਉਸ ਵੱਡੀ ਦਾ। ਹੁਣ ਵੱਡੀ ਕੌਣ ਹੋ ਗਈ, ਵੱਡੀ ਹੋ ਗਈ ਕੈਂਚੀ। ਕੀ ਹੋ ਗਿਆ, ਕੈਂਚੀ, ਠੀਕ ਹੈ, ਇਹ ਹੋ ਗਿਆ ਕੈਂਚੀ, ਠੀਕ ਹੈ। ਤੇ ਉਸ ਤੋਂ ਬਾਅਦ ਸ਼ਾਬਾਸ਼ ਏ ਉਸ ਛੋਟੀ ਦੇ ਜਿਸ ਵਿਛੜਿਆ ਤਾਈਂ ਮਿਲਾਇਆ। ਕੈਂਚੀ ਹੈ ਜਿਹੜੀ ਉਹ ਕੱਪੜੇ ਨੂੰ ਕੱਟਦੀ ਹੈ, ਹਰ ਥਾਂ ਤੋਂ ਵੱਖ-ਵੱਖ ਕਰ ਦਿੰਦੀ ਹੈ, ਠੀਕ ਹੈ। ਔਰ ਉਸ ਤੋਂ ਬਾਅਦ ਸੂਈ ਨਾਲ ਉਸ ਨੂੰ, ਚਾਹੇ ਉਹ ਮਸ਼ੀਨ ਹੈ, ਮਸ਼ੀਨ 'ਚ ਸੂਈ ਲੱਗੀ ਹੁੰਦੀ ਹੈ, ਚਾਹੇ ਉਹ ਅੱਗੇ ਹੱਥ ਨਾਲ ਸਿਉਂਦੇ ਹੁੰਦੇ ਸਨ, ਤੇ ਉਸੇ ਤਰ੍ਹਾਂ ਉਹ ਕੀ ਹੋ ਗਿਆ, ਕੈਂਚੀ ਤੇ ਸੂਈ, ਠੀਕ ਹੈ, ਕੈਂਚੀ ਤੇ ਸੂਈ, ਠੀਕ ਹੈ।
ਸੂਈ ਦਾ ਇੱਕ ਵੱਡਾ ਰੂਪ ਹੁੰਦਾ, ਕਿਹੜਾ ਹੁੰਦਾ ਹੈ? ਸੂਈ ਦਾ ਕੰਧੂਈ, ਹਨਾ, ਕੰਧੂਈ ਆਂਦੇ ਹੁੰਦੇ ਨਾ। ਤੇ ਇੱਕ ਉਸ ਤੋਂ ਵੱਡਾ ਹੁੰਦਾ ਜੇ ਬੋਰੀਆਂ ਸਿਉਣਾ ਤੇ ਉਹ ਸੂਆ, ਹਨਾ, ਸੇਬੇ ਨਾਲ ਬੋਰੀਆਂ ਸਿਉਂਦੇ ਹੈ, ਠੀਕ ਹੈ ਨਾ। ਇੱਕ ਤਾਂ ਕੈਂਚੀ ਹੁੰਦੀ ਹੈ, ਇੱਕ ਸੂਈ ਹੁੰਦੀ ਹੈ, ਠੀਕ ਹੈ। ਇੱਕ ਸੂਈ ਤੋਂ ਵੱਡੀ ਕੰਧੂਈ ਹੁੰਦੀ ਹੈ ਜਿਹਦੇ 'ਚ ਆਪਾਂ ਲੇਫਾਂ ਦੇ ਤੇ ਉਹਦੇ ਆਪਣੇ ਗਦੈਲੇ ਦੇ ਨਗੰਦੇ ਪਾਉਂਦੇ ਆ ਜਿਹੜੇ ਉਹ ਵਿੱਚ ਦੀ ਐ ਕਰਕੇ, ਠੀਕ ਹੈ। ਨਗੰਦੇ ਸਿਉਣੇ ਨਾ ਰੂਹ ਵਿੱਚ ਦੀ ਗਾਹ ਅੱਗੇ ਨਗੰਦੇ ਪਾਉਣਾ ਕਿਹਾ ਜਾਂਦਾ ਹੈ, ਕੰਧੂਈ ਨਾਲ ਪਾਉਂਦੇ ਹੈ ਨਾ। ਫਿਰ ਉਸ ਤੋਂ ਬਾਅਦ ਸੂਆ ਹੁੰਦਾ ਜਿਹਦੇ ਨਾਲ ਫਿਰ ਬੋਰੀਆਂ ਬਾਰੀਆਂ ਸਿਉਂਦੇ ਆ ਸੇਬੇ ਨਾਲ, ਦੇਖੋ, ਹਨਾ। ਇਸ ਤਰ੍ਹਾਂ ਹੈ। ਇਹ ਕੀ ਹੁੰਦਾ ਵੀ ਕੈਂਚੀ ਹੈ, ਕੈਂਚੀ ਹੈ ਜਿਹੜੀ ਕੱਪੜੇ ਨੂੰ ਕੱਟਦੀ ਹੈ, ਠੀਕ ਹੈ। ਤੇ ਜਿਹੜੀ ਆਹ ਮਤਲਬ ਸੂਈ ਹੈ ਇਹ ਉਸ ਨੂੰ ਜੋੜ ਦਿੰਦੀ ਹੈ, ਛੋਟਾ ਛੋਟਾ ਕਰਕੇ, ਹਨਾ, ਜੋੜਦੀ ਹੈ ਨਾ। ਸੋ ਇਸ ਤਰ੍ਹਾਂ ਕਰਕੇ ਇਹ ਮਤਲਬ ਕੀ ਹੈਗਾ, ਕੈਂਚੀ ਤੇ ਸੂਈ ਬਣਦਾ ਹੈ, ਠੀਕ ਹੈ ਨਾ। ਪਰ ਇਹ ਆਪਣਾ ਆਪਣਾ ਕੰਮ ਹੈ, ਠੀਕ ਹੈ। ਇਹ ਆਪਣਾ ਆਪਣਾ ਕੰਮ ਹੈ। ਜੇ ਅਗਰ ਮਤਲਬ ਕੀ ਹੈਗਾ ਕੈਂਚੀ ਨਾ ਕੱਟੇ, ਕੈਂਚੀ ਅਗਰ ਕੱਪੜੇ ਨੂੰ ਨਾ ਕੱਟੇ ਤਾਂ ਉਹ ਤਰਤੀਬ ਨਹੀਂ ਬਣਦੀ। ਸੂਈ ਜਿਹੜੀ ਹੈ ਕੱਲੀ ਉਹ ਕੰਮ ਨਹੀਂ ਕਰ ਸਕਦੀ, ਠੀਕ ਹੈ। ਜੇ ਕੈਂਚੀ ਉਸ ਨੂੰ ਤਰਤੀਬ ਨਾਲ ਕੱਟਦੀ ਹੈ ਤਾਂ ਫਿਰ ਹੀ ਉਹ ਸੂਈ ਹੈ ਜਿਹੜੀ ਉਸੇ ਤਰਤੀਬ ਨਾਲ ਸਿਉਂ ਦਿੰਦੀ ਹੈ ਉਹਨੂੰ, ਹਨਾ। ਇਵੇਂ ਗੱਲ ਹੈ ਨਾ। ਹੁਣ ਕੁੜੀਆਂ ਜਿਹੜੀਆਂ ਗੁੱਤ ਕਰਦੀਆਂ, ਅੱਛਾ ਕਰਦੀਆਂ ਨਾ, ਤਾਂ ਪਰ ਉਹ ਜਦੋਂ ਉਹਨਾਂ ਨੇ ਵਾਲ ਵਾਹੁਣੇ ਹੋਣ ਤਾਂ ਫਿਰ ਕੀ ਕਰਦੀਆਂ, ਵਾਲ ਨੂੰ ਪਹਿਲਾਂ, ਗੁੱਤ ਨੂੰ ਪਹਿਲਾਂ ਖੋਲ੍ਹਣਾ ਪੈਂਦਾ ਹੈ, ਖੋਲ੍ਹਣਾ ਪੈਂਦਾ ਨਾ। ਗੁੱਤ ਖੁੱਲ੍ਹ ਕੇ ਤੇ ਫਿਰ ਹੀ ਉਹਨੂੰ ਵਾਲ ਨੂੰ ਵਾਹਿਆ ਜਾ ਸਕਦਾ ਹੈ ਨਾ। ਸੋ ਇਸੇ ਤਰ੍ਹਾਂ ਹੈ, ਠੀਕ ਹੈ। ਇੱਥੇ ਬਸ ਸਮਝਾਉਣ ਵਾਸਤੇ ਗੱਲ ਕੀਤੀ ਹੈ, ਬਾਤ ਬਣਾਉਣ ਵਾਸਤੇ ਗੱਲ ਕੀਤੀ ਹੈ, ਹਨਾ। ਬਾਕੀ ਕੈਂਚੀ ਆਪਣੀ ਥਾਂ ਤੇ ਠੀਕ ਹੈ ਤੇ ਸੂਈ ਆਪਣੀ ਥਾਂ ਤੇ ਠੀਕ ਹੈ, ਠੀਕ ਹੈ। ਪਰ ਇਹਦੇ ਨਾਲ ਹੋਰ ਵੀ ਗੱਲ ਲਈ ਜਾਂਦੀ ਅੱਗੇ ਕਿ ਜਿਹੜਾ ਬੰਦਾ ਦੂਜਿਆਂ 'ਚ ਫੁੱਟ ਪਵਾ ਕੇ ਅੱਡੋ ਅੱਡੀ ਕਰਾ ਦਿੰਦਾ ਹੈ, ਔਰ ਇੱਕ ਬੰਦਾ ਸੂਈ ਵਰਗਾ ਜਿਹੜਾ ਉਹਨਾਂ ਨੂੰ ਜੋੜ ਦਿੰਦਾ ਆਪਸ ਵਿੱਚ, ਹਨਾ। ਇੱਕ ਬੰਦਾ ਕਿਸੇ ਵਿੱਚ ਫੁੱਟ ਪਾ ਦਿੰਦਾ, ਇੱਕ ਹੈਗਾ ਉਹਨੂੰ, ਉਹਨਾਂ ਨੂੰ ਮਿਲਾ ਦਿੰਦਾ, ਜੋੜ ਦਿੰਦਾ। ਇਹ ਐ ਵੀ ਇਹਦਾ ਅਰਥ ਲਿਆ ਜਾਂਦਾ, ਪਰ ਉਹ ਬਹੁਤ ਵੱਡੀਆਂ ਗੱਲਾਂ ਨੇ, ਹਨਾ। ਚਲੋ ਅੱਗੇ ਆ ਜਾਓ। ਬਾਤ ਬੇਟਾ ਜਿਹੜੀ ਬਾਤ ਹੁਣ ਆਈ ਹੈ ਇਸ ਨੂੰ ਵੀ ਆਪਾਂ ਸਮਝਾਂਗੇ ਬੜੇ ਵਿਸਤਾਰ ਨਾਲ ਕਿ ਆਰ ਡਾਂਗਾ ਪਾਰ ਡਾਂਗਾ ਵਿੱਚ ਟੱਲ ਮਟੱਲੀਆਂ, ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਵਣ ਚੱਲੀਆਂ, ਢੋਲ ਝਵੱਕਲੀ ਸਿੱਧਾ ਤੀਰ, ਕਿਆਰੋ ਕਿਆਰੀ ਪਾਣੀ ਫਿਰਦਾ ਜਿਵੇਂ ਦਰ ਦਰ ਫਿਰਦਾ ਫਕੀਰ, ਢੋਲ ਝਵੱਕਲੀ ਇੰਜ ਮਿਲਦੇ ਜਿਵੇਂ ਭੈਣਾਂ ਨੂੰ ਮਿਲਦੇ ਵੀਰ, ਠੀਕ ਹੈ। ਹੁਣ ਵੇਖੋ ਇਹ ਜਿਹੜੀ ਚੀਜ਼ ਹੈ ਆਪਾਂ ਹੁਣ ਇਹ ਦੱਸੀਏ, ਇਹ ਵੈਸੇ ਹੈ ਆਰ, ਅੱਛਾ ਇੱਥੇ ਆਰ ਡਾਂਗਾ, ਕਈ ਆਰ ਢਾਂਗਾ ਵੀ ਬੋਲ ਦਿੰਦੇ ਆ, ਹਨਾ। ਢਾਂਗਾ ਐ ਕਰਕੇ ਨਾ, ਢੱਡੇ ਨਾਲ ਐ ਕਰਕੇ ਢਾਂਗਾ, ਢਾਂਗਾ, ਠੀਕ ਹੈ। ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲ ਮਟੱਲੀਆਂ। ਹੁਣ ਇੱਥੇ ਜਿਹੜੀ ਚੀਜ਼ ਹੈ ਬੇਟਾ ਉਹ ਹੈਗੀ ਹੈ ਆਪਣੇ ਪੁਰਾਣੇ ਜ਼ਮਾਨੇ 'ਚ ਨਾ, ਬਹੁਤ ਪੁਰਾਣੇ ਜ਼ਮਾਨੇ ਦੀ ਗੱਲ, ਮਤਲਬ ਹੁਣ ਮੈਂ ਮਤਲਬ ਕੀ ਹੈ ਕਈ ਵੀਡੀਓ 'ਚ ਮੈਂ ਪੁਰਾਣੇ ਜ਼ਮਾਨੇ ਦੀ ਗੱਲ ਕਰਦਾ, ਪਰ ਇਹ ਪੁਰਾਣਾ ਜ਼ਮਾਨਾ ਅੱਜ ਤੋਂ 50-60 ਸਾਲ ਪਹਿਲਾਂ ਦੀਆਂ ਗੱਲਾਂ ਦਾ ਹੈ, ਠੀਕ ਹੈ ਨਾ। ਯਾਨੀ ਕਿ ਉਦੋਂ ਵੀ ਪਹਿਲਾਂ ਦਾ, ਆਹ ਚੀਜ਼ ਤਾਂ ਉਦੋਂ ਵੀ ਪਹਿਲਾਂ ਦੀ ਹੈ, ਠੀਕ ਹੈ ਨਾ। ਇਹ 1947 ਜਾਂ ਉਸ ਦੇ ਆਸ-ਪਾਸ ਗੱਲਾਂ, ਨੇੜੇ ਤੇੜੇ ਗੱਲ ਹੈ ਜਿਹੜੀ ਹੈਗੀ ਹੈ, ਹਨਾ। ਇਹ ਕਿ ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲ ਮਟੱਲੀਆਂ, ਠੀਕ ਹੈ। ਹੁਣ ਇਹ ਹੁੰਦਾ ਸੀਗਾ, ਇੱਕ ਤਾਂ ਹੁੰਦਾ ਸੀ ਆਮ ਖੂਹ, ਇੱਕ ਹੁੰਦਾ ਸੀ ਹਲਟ, ਠੀਕ ਹੈ। ਇਹਨੂੰ ਆਪਣੇ ਹਲਟ ਵੀ ਬੋਲ ਦਿੰਦੇ ਸੀ ਕਿ ਹਲਟ ਤੇ ਹਰਟ, ਠੀਕ ਹੈ। ਹਰਟ ਵੀ ਬੋਲ ਦਿੰਦੇ ਸੀ ਤੇ ਹਰਹਟ ਵੀ ਬੋਲ ਦਿੰਦੇ ਸੀ, ਠੀਕ ਹੈ। ਹਰਹਟ, ਠੀਕ ਹੈ, ਤੇ ਅਰਘਟ, ਇਸ ਤਰ੍ਹਾਂ ਕਰਕੇ ਕਈ ਨਾਮ ਸੀ ਇਹਨਾਂ ਦੇ, ਹਨਾ। ਇਹ ਖੂਹ ਹੁੰਦਾ ਸੀਗਾ। ਅੱਛਾ ਇਹਦੇ ਵਿੱਚ ਕੀ ਹੁੰਦਾ ਸੀਗਾ ਵੀ ਜਿਹੜਾ ਹੈਗਾ ਨਾ ਆਪਣੇ ਐਂ ਕਹੀਏ, ਇੱਕ ਮਿੰਟ, ਜਿਹੜਾ ਹੈ ਬੇਟਾ ਕਿ ਹੁਣ ਆਪਾਂ ਇੱਥੇ ਦੇਖੀਏ ਕਿ ਇੱਕ ਪਾਸੇ ਤਾਂ ਦੇਖੋ ਆ ਇੱਥੇ ਆ ਖੂਹ ਐ ਜਿਹੜਾ ਹੈਗਾ, ਇੱਕ ਤਾਂ ਇਸ ਤਰ੍ਹਾਂ ਕਰਕੇ ਐ ਹੁੰਦਾ ਸੀਗਾ, ਠੀਕ ਹੈ। ਫਿਰ ਉਸ ਤੋਂ ਬਾਅਦ ਇੱਕ ਇਸ ਤਰ੍ਹਾਂ ਕਰਕੇ ਐ ਹੁੰਦਾ ਸੀਗਾ, ਤੇ ਇੱਥੇ ਫਿਰ ਇੱਕ ਹੋਰ ਜਿਹੜਾ ਹੈਗਾ ਉਹ ਖੂਹ ਹੁੰਦਾ ਸੀਗਾ ਐ ਕਰਕੇ, ਠੀਕ ਹੈ। ਉਹਦੇ ਵਿੱਚ ਆ ਇਸ ਤਰ੍ਹਾਂ ਕਰਕੇ ਐ ਚੱਕਰ ਹੁੰਦਾ ਸੀ, ਠੀਕ ਹੈ। ਇਸ ਤਰ੍ਹਾਂ ਕਰਕੇ ਆ ਇੱਥੇ ਇੱਕ ਮਤਲਬ ਚੀਜ਼, ਹੁਣ ਇੱਥੇ ਕੀ ਹੈਗਾ ਵੀ ਇਹਨੂੰ ਐਸ ਨੂੰ ਬੋਲਦੇ ਸੀ, ਆ ਜਿਹੜਾ ਆਇਆ ਨਾ ਸ਼ਬਦ ਦੇਖੋ ਇੱਧਰ, ਆਹ ਢੋਲ ਤੇ ਆ ਝਵੱਕਲੀ, ਯਾਨੀ ਢੋਲ ਹੈ, ਢੋਲ ਨੂੰ ਬੋਲਦੇ ਸੀਗੇ ਵੱਡਾ ਚਕਲਾ, ਠੀਕ ਹੈ। ਇਹਨੂੰ ਕੀ ਬੋਲਦੇ ਸੀ, ਵੱਡਾ ਚਕਲਾ, ਠੀਕ ਹੈ। ਇਹਨੂੰ ਚਕਲਾ ਬੋਲਦੇ ਸੀ, ਠੀਕ ਹੈ।
ਤੇ ਇਹ ਚਕਲਾ ਜਿਹੜਾ ਹੈ ਇਹ ਇੱਕ ਤਰ੍ਹਾਂ ਦਾ ਮਤਲਬ ਕੀ ਹੈਗਾ ਇੱਥੋਂ ਆਹ ਨਾ ਉਦੋਂ ਬਾਅਦ ਐ ਕਰਕੇ ਜਿਹੜੇ ਹੈ ਛੱਤ ਪਾਈ ਜਾਂਦੀ ਸੀ ਇਸ ਤਰ੍ਹਾਂ ਕਰਕੇ, ਯਾਨੀ ਕਿ ਦੋਨੇ ਪਾਸੇ ਦੇਖੋ ਐਂ ਕਰਕੇ ਇੱਕ ਛੱਤ ਬਣਾ ਮਤਲਬ ਮੁੰਨੇ ਗੱਡੇ ਜਾਂਦੇ ਸੀ, ਬਣਾਏ ਜਾਂਦੇ ਸੀ ਲੱਕੜ ਦੇ, ਤੇ ਉਹਦੇ ਉੱਤੇ ਮਤਲਬ ਐਂ ਕਰਕੇ ਇੱਕ ਬਾਲਾ ਰੱਖਿਆ ਜਾਂਦਾ ਸੀਗਾ, ਜਿਵੇਂ ਐਂ ਕਰਕੇ ਆਪਾਂ ਬਣਾਤਾ ਐਂ ਕਰਕੇ ਆਏ, ਠੀਕ ਹੈ। ਤੇ ਇੱਥੇ ਐਂ ਕਰਕੇ ਬਾਲਾ ਰੱਖਿਆ ਜਾਂਦਾ ਸੀ, ਠੀਕ ਹੈ ਨਾ। ਤੇ ਆਹ ਚੀਜ਼ ਇੱਥੋਂ ਐਂ ਕਰਕੇ ਐ ਚੱਲਦਾ ਹੁੰਦਾ ਸੀ ਆਹ। ਹੁਣ ਆਹ ਜਿਹੜੀ ਚੀਜ਼ ਹੈ ਆਹ ਇਹਨੂੰ ਆਪਣੇ ਧੱਕੜ ਬੋਲਦੇ ਸੀ ਪਹਿਲਾਂ, ਧੱਕੜ, ਠੀਕ ਹੈ। ਆਹ ਜਿਹੜੇ ਹੁੰਦੇ ਸੀ ਇਹਨੂੰ ਮੁੰਨੇ ਬੋਲਦੇ ਸੀ, ਠੀਕ ਹੈ। ਇਹ ਆਹ ਚੀਜ਼ ਹੋ ਗਈ, ਸਮਝੇ। ਇੱਥੋਂ ਕੀ ਹੈਗਾ ਜਿਹੜਾ ਆਹ ਚੀਜ਼ ਹੁੰਦੀ ਸੀ ਨਾ, ਇਹ ਮੈਂ ਹੁਣ ਤੁਹਾਨੂੰ ਹਾਰਟ ਦੀ ਬਣਾਵਟ ਦੱਸ ਰਿਹਾ ਪਹਿਲਾਂ, ਹੈ ਨਾ, ਫਿਰ ਇਹ ਤੁਹਾਨੂੰ ਜਿਹੜੀ ਗੱਲ ਸਮਝ ਆਊਗੀ ਇਹ, ਠੀਕ ਹੈ, ਵੀ ਕੀ ਚੀਜ਼ ਹੈਗੀ ਸੀਗੀ। ਤਾਂ ਫਿਰ ਇਹ ਮਤਲਬ ਕੀ ਹੈਗਾ ਵੀ ਇਹਦੇ ਵਿੱਚ ਵੀ ਇੱਕ ਜਿਹੜੀ ਹੈ ਸਿੱਧੀ ਮਤਲਬ ਇੱਕ ਲੱਠ ਪਾਈ ਜਾਂਦੀ ਸੀਗੀ, ਠੀਕ ਹੈ। ਇਹ ਇੱਕ ਚੱਕਰ ਹੁੰਦਾ ਸੀ ਲੋਹੇ ਦਾ, ਠੀਕ ਹੈ, ਜਿਹਨੂੰ ਆਪਣੇ ਚਕਲਾ ਬੋਲਦੇ ਸੀ। ਚੱਕਰ ਹੁੰਦਾ ਸੀ ਲੋਹੇ ਦਾ ਐਂ ਲੋਟ ਗਿੜਨ ਵਾਲਾ, ਠੀਕ ਹੈ। ਜਿਹੜਾ ਆਹ ਹੈ ਇਹ ਐਂ ਲੋਟ ਗਿੜੂਗਾ, ਐਂ ਲੋਟ, ਠੀਕ ਹੈ, ਠੀਕ ਹੈ। ਇਹ ਦੂਜਾ ਜਿਹੜਾ ਵੱਡਾ ਚਕਲਾ ਐਂ ਲੋਟ ਗਿੜੂਗਾ ਤੇ ਉਹ ਐਂ ਲੋਟ ਗਿੜਦਾ ਸੀਗਾ। ਇਹ ਕੀ ਹੈ, ਆਹ ਧਰਤੀ ਤੋਂ ਥੋੜਾ ਜਿਹਾ ਥੱਲੇ ਹੁੰਦਾ ਸੀ ਇੰਨਾ ਕੁ, ਆਹ ਜਿਹੜਾ ਆਹ ਨਾ ਧਰਤੀ ਤੋਂ ਥੋੜਾ ਜਿਹਾ ਥੱਲੇ ਹੁੰਦਾ ਸੀ। ਤੇ ਆਹ ਕੀ ਹੈ, ਇਹਦੇ ਵਿੱਚ ਦੀ ਇੱਕ ਮਤਲਬ ਕੀ ਹੈ ਲੰਮੀ ਲੱਠ ਗੱਡ ਕੇ, ਠੀਕ ਹੈ, ਤੇ ਥੱਲੇ ਮਤਲਬ ਕੀ ਹੈ ਲੱਕੜ ਦੀ ਫੱਟੀ ਤੇ ਇਹ ਕੱਸ ਦਿੱਤਾ ਜਾਂਦਾ ਸੀਗਾ। ਇਹ ਜਿਹੜਾ ਹੈਗਾ ਢਾਂਚਾ, ਠੀਕ ਹੈ, ਚਕਲਾ। ਤੇ ਨਾਲ ਹੀ ਇਹਦੇ ਇੱਥੇ ਇਹ ਛੋਟੀ ਮਤਲਬ ਚੱਕਲੀ ਬੋਲਦੇ ਸੀ, ਜਿਹਨੂੰ ਝਵੱਕਲੀ ਕਹਿੰਦੇ ਆ, ਠੀਕ ਹੈ। ਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਦੀ ਹੋ ਕੇ ਇੱਥੋਂ ਤੱਕ ਨਾ ਇਹ ਕਰਕੇ ਲੰਮੀ ਇੱਕ ਲੱਠ ਹੁੰਦੀ ਸੀਗੀ, ਠੀਕ ਹੈ। ਆਹ ਇੱਥੋਂ ਲੰਮੇ ਲੈ ਲਓ ਤੇ ਇਹਦੇ ਵਿੱਚ ਇੱਥੋਂ ਤੱਕ ਜਾਂਦੀ ਹੁੰਦੀ ਸੀ ਉਹ ਲੱਠ, ਠੀਕ ਹੈ, ਸਿੱਧੀ ਲੱਠ ਹੁੰਦੀ ਸੀਗੀ, ਠੀਕ ਹੈ। ਉਹ ਬਿਲਕੁਲ ਧਰਤੀ ਦੇ ਥੱਲੇ ਥੱਲੇ ਜਾਂਦੀ ਸੀ, ਉੱਚੀ ਨਹੀਂ ਉੱਠੀ ਹੁੰਦੀ ਸੀ, ਬਿਲਕੁਲ ਥੱਲੇ ਥੱਲੇ ਦੀ, ਠੀਕ ਹੈ। ਤੇ ਇੱਕ ਇਹਦੇ ਉੱਤੋਂ ਦੀ ਵਧਾ ਕੇ ਜਿਹੜਾ ਐਂ ਕਰਕੇ ਮਤਲਬ ਆਹ ਗੋਲ ਚੱਕਰ ਹੈ ਆਹ, ਠੀਕ ਹੈ, ਆਹ ਇੱਥੇ ਗੋਲ ਚੱਕਰ ਹੈ ਤੇ ਆਹ ਉਤਲਾ ਹਿੱਸਾ ਹੈ। ਉਤਲੇ ਹਿੱਸੇ ਦੇ ਇੱਥੋਂ ਮਤਲਬ ਕੀ ਹੈਗਾ ਇੱਕ ਲੱਕੜ ਦੀ ਹੋਰ ਮਤਲਬ ਕੀ ਹੈਗਾ ਜਿਹੜੀ ਆਪਾਂ ਨੂੰ ਜਿਹਨੂੰ ਗਰਦਲ ਕਹਿੰਦੇ ਆ, ਗਰਦਲ ਹੁੰਦੀ ਸੀਗੀ ਤੇ ਉਹਨੂੰ ਗਾਦੀ ਵੀ ਕਹਿੰਦੇ ਸਨ, ਠੀਕ ਹੈ। ਗਾਦੀ ਹੁੰਦੀ ਸੀ, ਅੱਗੇ ਆਪਾਂ ਤਸਵੀਰ ਵੀ ਵੇਖਾਂਗੇ, ਗਾਦੀ ਹੁੰਦੀ ਸੀ, ਠੀਕ ਹੈ। ਉਸ ਗਾਦੀ ਨਾਲ ਜਿਹੜਾ ਹੈ ਗਰਦਲ ਮਤਲਬ ਇੱਕ ਤਰ੍ਹਾਂ ਉਹਦੇ ਨਾਲ ਬਲਦ ਬੰਨੇ ਹੁੰਦੇ ਸਨ, ਠੀਕ ਹੈ। ਉਹ ਬਲਦ ਇਸ ਤਰ੍ਹਾਂ ਕਰਕੇ ਐ ਕਰਕੇ ਇਹਦੇ ਉੱਤੋਂ ਦੀ ਇਸ ਤਰ੍ਹਾਂ ਜਿਵੇਂ ਐ ਕਰਕੇ ਇੱਥੋਂ ਦੀ ਆਈ ਇੱਥੋਂ ਦੀ ਐ ਕਰਕੇ ਐ ਕਰਕੇ ਨਾ ਐ ਕਰਕੇ ਉਹ ਬਲਦ ਘੁੰਮਦੇ ਰਹਿੰਦੇ ਸੀ, ਐ ਕਰਕੇ ਐ ਚੱਕਰ ਲਾਉਂਦੇ ਰਹਿੰਦੇ ਸੀ ਇੱਥੋਂ ਐ, ਠੀਕ ਹੈ। ਜਿਹੜੀ ਲੱਠ ਹੈ ਤਾਂ ਬਿਲਕੁਲ ਧਰਤੀ ਦੇ ਥੱਲੇ ਹੁੰਦੀ ਸੀ, ਪਰ ਜਿਹੜੀ ਉਹ ਦੂਜੀ ਹੈ ਜਿਹੜੀ ਉਹ ਮਤਲਬ ਗਾਦੀ ਹੁੰਦੀ ਸੀ, ਗਰਦਲ, ਉਹ ਥੋੜੀ ਜਿਹੀ ਤਾਂ ਚੱਕ ਕੇ, ਠੀਕ ਹੈ, ਥੋੜੀ ਜਿਹੀ ਤਾਂ ਚੱਕ ਕੇ ਨਾ ਤੇ ਉਹ ਮਤਲਬ ਕੀ ਹੈਗਾ ਉੱਚੀ ਹੁੰਦੀ ਸੀ ਵੀ ਇੱਥੋਂ ਦੀ ਬਲਦ ਆਰਾਮ ਨਾਲ ਜਿਹੜੀ ਥੱਲੇ ਪੈਪ ਪਾਈ ਅੜਕਦੀ ਨਹੀਂ ਸੀ। ਇਹ ਲੱਠ ਪਾਈ ਹੁੰਦੀ ਹੈ, ਇਹਨੂੰ ਥੱਲੇ ਮਤਲਬ ਕੀ ਹੈ ਆਰਾਮ ਨਾਲ ਉੱਤੋਂ ਦੀ ਐ ਕਰਕੇ ਘੁੰਮਦਾ ਹੁੰਦਾ ਸੀ। ਤੇ ਇਹਦੇ ਨਾਲ ਲੱਗੇ ਹੁੰਦੇ ਸਨ ਇੱਥੇ ਮਤਲਬ ਇਹਨਾਂ ਦੇ ਇੱਥੇ ਐ ਕਰਕੇ ਨਾ ਲੱਕੜ ਦੇ ਗੁੱਲੇ ਐ ਕਰਕੇ ਐ ਹੁੰਦੇ ਸਨ, ਠੀਕ ਹੈ, ਇਸ ਤਰ੍ਹਾਂ ਕਰਕੇ ਐ ਲੱਕੜ ਦੇ ਗੁੱਲੇ ਹੁੰਦੇ ਸਨ, ਇਧਰੋਂ ਵੀ ਹੁੰਦੇ ਸਨ, ਠੀਕ ਹੈ। ਜਿਹਨੂੰ ਆਪਣੇ ਐ ਕਹਿ ਦਿਓ ਵੀ ਇਹਨਾਂ ਨੂੰ ਲੱਕੜ ਦੇ ਗੁੱਲੇ ਹੁੰਦੇ ਸਨ, ਜਿਨ੍ਹਾਂ ਨੂੰ ਇਹ ਬੂੜੀਏ ਕਹਿੰਦੇ ਸਨ, ਬੂੜੀਏ। ਇਹ ਆਪਸ ਵਿੱਚ ਘੁੰਮਦੇ ਰਹਿੰਦੇ ਸਨ, ਹਨਾ, ਠੀਕ ਹੈ ਨਾ। ਯਾਨੀ ਕਿ ਇੱਥੇ ਲਿਖਿਆ ਨਾ ਦੇਖੋ, ਢੋਲ ਝਵੱਕਲੀ ਇੰਜ ਮਿਲਦੇ ਜਿਵੇਂ ਭੈਣਾਂ ਨੂੰ ਮਿਲਦੇ ਵੀਰ। ਆਹ ਢੋਲ ਹੋ ਗਿਆ ਤੇ ਆ ਝਵੱਕਲੀ ਹੋ ਗਿਆ, ਆਪਸ ਵਿੱਚ ਮਿਲਦੇ ਰਹਿੰਦੇ ਸੀ ਇਹਦੇ, ਹਨਾ। ਇਹਨਾਂ ਦੇ ਆ ਜਿਹੜੇ ਗੁੱਲੇ ਹੈ ਆਪਸ ਵਿੱਚ ਮਿਲਦੇ ਸਨ। ਜਦੋਂ ਬਲਦ ਤੁਰਦਾ ਸੀ ਜਾਂ ਊਠ ਬੰਨਿਆ ਜਾਂਦਾ ਸੀਗਾ, ਊਠ ਟੱਲੀਆਂ ਵਾਲੇ ਹੁੰਦੇ ਸਨ ਜਾਂ ਉਹ ਬੰਨਿਆ ਜਾਂਦਾ ਸੀ, ਠੀਕ ਹੈ। ਔਰ ਊਠ ਦੇ ਇੱਕ ਪਾਸੇ ਗਰਦਨ ਨੂੰ ਢਾਂਗ ਹੁੰਦੀ ਸੀ, ਢਾਂਗਾ, ਤੇ ਇੱਕ ਪਾਸੇ ਉਹ ਜਿਹੜਾ ਹੈ ਗਾਦੀ ਨੂੰ ਬੰਨਿਆ ਜਾਂਦਾ ਸੀ, ਢਾਂਗਾ, ਤਾਂ ਕਿ ਊਠ, ਕਿਉਂਕਿ ਇੱਧਰ ਵੀ ਦੇਖੋ ਇੱਧਰ ਵੀ ਖੂਹ ਹੁੰਦਾ, ਮਤਲਬ ਡੂੰਘਾ ਟੋਆ ਸੀਗਾ, ਇੱਧਰ ਵੀ ਖੂਹ ਹੁੰਦਾ ਸੀ, ਤੇ ਉਹ ਬਲਦ ਜਿਹੜਾ ਹੈ ਹਮੇਸ਼ਾ ਇੱਥੇ ਤੁਰਦੇ ਸੀ, ਚਾਹੇ ਊਠ ਹੋਵੇ ਚਾਹੇ ਕੋਈ। ਇਹਨੂੰ ਪੈੜ ਕਿਹਾ ਜਾਂਦਾ ਸੀ, ਇਹਨੂੰ ਕੀ ਕਿਹਾ ਜਾਂਦਾ ਸੀ, ਪੈੜ, ਠੀਕ ਹੈ, ਇਹਨੂੰ ਕਿਹਾ ਜਾਂਦਾ ਸੀ ਪੈੜ, ਠੀਕ ਹੈ। ਯਾਨੀ ਕਿ ਇਹ ਊਠ ਜੋ ਬਲਦ ਹੈ ਉਹ ਆਪਦੇ ਉੱਥੇ ਹੀ ਤੁਰਦੇ ਸੀ ਐ ਕਰਕੇ, ਠੀਕ ਹੈ। ਉੱਤੇ ਇਹਨਾਂ ਦੇ ਊਠ ਦੇ ਜਾਂ ਆਪਣੇ ਮਤਲਬ ਜਿਹੜੇ ਬਲਦਾਂ ਦੇ ਹੈ ਉਹ ਜਿਹੜੇ ਖੋਪੇ ਦੀਆਂ ਠੂਠੀਆਂ ਹੁੰਦੀਆਂ ਨਾ, ਉਹ ਚੜਾ ਦਿੱਤੀਆਂ ਜਾਂਦੀਆਂ ਸੀਗੀਆਂ, ਠੀਕ ਹੈ। ਖੋਪੇ ਕਹਿ ਦਿੰਦੇ ਆ ਕਿ ਬਲਦ ਡਰੇ ਨਾ ਆਪਸ ਵਿੱਚ ਤੇ ਆਰਾਮ ਦੀ ਨਾਲ ਉੱਥੇ ਹੀ ਚੱਲਦਾ ਰਵੇ, ਉੱਥੇ ਹੀ ਚੱਲਦਾ ਰਵੇ। ਤੇ ਫਿਰ ਉਹਦੇ ਚੱਲਣ ਨਾਲ ਇਹ ਗਿੜਦੇ ਸੀਗੇ। ਤੇ ਇੱਧਰ ਜਿਹੜਾ ਸੀਗਾ ਇੱਥੇ ਆਪਣੇ ਕੀ ਹੈ ਇੱਕ ਤਰ੍ਹਾਂ ਦਾ ਜਿਹੜਾ ਹੈ ਉਹਨੂੰ ਮਾਲ ਹੁੰਦੀ ਸੀ ਇੱਕ, ਠੀਕ ਹੈ, ਮਾਲ ਹੁੰਦੀ ਸੀਗੀ ਲੋਹੇ ਦਾ, ਇੱਕ ਤਰ੍ਹਾਂ ਦਾ ਜਿਹੜਾ ਢਾਂਚਾ ਹੁੰਦਾ ਸੀਗਾ 6 ਫੁੱਟ ਦੀ ਗੁਲਾਈ ਦਾ, ਠੀਕ ਹੈ, 6 ਫੁੱਟ ਦੀ ਗੁਲਾਈ ਦਾ ਢਾਂਚਾ ਹੁੰਦਾ ਸੀ।
ਤੇ ਜਿਹਦੇ ਤੇ ਮਤਲਬ ਇਹ ਖੂਹ ਚ ਹੁੰਦਾ, ਖੂਹ ਦੇ ਉਤਲੇ ਪਾਸੇ ਲੱਗਿਆ ਹੁੰਦਾ ਸੀਗਾ ਗਾਡਰ ਦੇ, ਆਹ ਖੂਹ ਦੇ ਦੇਖੋ ਆਹ ਜਿਹੜਾ ਖੂਹ ਹੁੰਦਾ ਨਾ, ਖੂਹ ਦੀ ਆਹ ਜਿਹੜੀ ਆਹ ਚੀਜ਼ ਹੁੰਦੀ ਹੈ ਉਤਲੀ, ਇਹਨੂੰ ਮੌਣ ਬੋਲਿਆ ਜਾਂਦਾ, ਮੌਣ, ਉਤਲੀ ਉਤਲੀ ਹੈ ਨਾ, ਬਨੇਰਾ ਜਾਂ ਜਿਹੜਾ ਜਿਵੇਂ ਆਪਾਂ ਕਹਿ ਦਈਏ ਛੱਤ ਦਾ, ਇਹਨੂੰ ਮੌਣ ਬੋਲਿਆ ਜਾਂਦਾ ਹੈ, ਮੌਣ। ਠੀਕ ਹੈ, ਕੀ ਬੋਲਿਆ ਜਾਂਦਾ ਹੈ? ਮੌਣ। ਤੇ ਇਹ ਮੌਣ ਤੇ ਮਤਲਬ ਆਹ ਜਿਹੜਾ ਹੈ ਅੱਗੇ ਇੱਥੇ ਗਾਡਰ ਲੱਗ ਕੇ ਤੇ ਆਹ ਜਿਹੜੀ ਲੱਠ ਇੱਥੋਂ ਆਈ ਹੈ ਸਿੱਧੀ। ਅੱਛਾ, ਜੇ ਲੱਠ ਵਿੰਗੀ ਹੋ ਜਾਂਦੀ ਸੀ ਨਾ ਕਈ ਵਾਰੀ, ਕਿਉਂਕਿ ਲੱਕੜ ਦੀ ਹੁੰਦੀ ਸੀ ਪੁਰਾਣੀ, ਹੁਣ ਤਾਂ ਲੋਹੇ ਦੀ ਲੱਗਣ ਲੱਗ ਗਈ, ਜੇ ਇਹ ਮਤਲਬ ਸਿੱਧਾ ਤੀਰ ਦਾ ਮਤਲਬ ਸਿੱਧੀ ਹੋਣੀ ਚਾਹੀਦੀ ਹੈ, ਢੋਲ ਚਵੱਕਲੀ ਸਿੱਧਾ ਤੀਰ ਬਿਲਕੁਲ ਐ ਸਿੱਧੀ ਹੋਣੀ ਚਾਹੀਦੀ। ਜੇ ਵਿੰਗੀ ਹੋ ਜਾਂਦੀ ਸੀ ਲੱਕੜ ਦੀ ਤਾਂ ਇਹ ਪਾਣੀ ਕੱਢਣ ਵਿੱਚ ਬੜਾ ਔਖਿਆਈ ਆਉਂਦੀ ਸੀ ਪਹਿਲਾਂ, ਹਨਾ। ਇਸ ਕਰਕੇ ਇੱਥੋਂ ਤੱਕ ਸਮਝ ਆ ਗਿਆ ਕਿ ਇਹ ਸਾਰੇ ਢਾਂਚਾ ਹੈ ਜਿਹੜਾ, ਦੇਖੋ ਇਹ ਹੋ ਗਿਆ ਚਕਲਾ, ਇਹ ਹੋ ਗਈ ਚਕਲੀ, ਆਪਸ ਵਿੱਚ ਇਹ ਮਤਲਬ ਕੀ ਹੈ ਇੱਕ ਲੱਠ ਨਾਲ ਤਿੰਨੇ ਇਸ ਤਰ੍ਹਾਂ ਕਰਕੇ ਜੁੜੇ ਰਹਿੰਦੇ ਆ। ਆ ਜਿਹੜਾ ਹੈਗਾ ਜਿਹਨੂੰ ਆਪਣੇ ਇੱਥੋਂ ਬੈੜ ਕਹਿੰਦੇ ਆ, ਬੈੜ। ਠੀਕ ਹੈ, ਇਹ 6 ਫੁੱਟ ਦਾ ਹੁੰਦਾ ਹੈਗਾ ਬੈੜ, ਤੇ ਬੈੜ ਦੇ ਉੱਪਰ ਜਿਹੜਾ ਹੈ ਇੱਕ ਤਰ੍ਹਾਂ ਜਿਵੇਂ ਚਰਖਾ ਹੁੰਦਾ ਨਾ, ਚਰਖੇ ਦੇ ਆਪਣੇ ਉੱਪਰਲੇ ਫੱਟੇ ਮਾਲ ਘੁੰਮਦੀ ਹੈ, ਉਸੇ ਤਰ੍ਹਾਂ ਚਰਖੇ ਦੇ ਉੱਤੇ ਜਿਹੜਾ ਹੈਗਾ ਇਹ ਮਤਲਬ ਟਿੰਡਾਂ ਬੰਨੀਆਂ ਹੁੰਦੀਆਂ ਸਨ। ਟਿੰਡਾਂ ਪਹਿਲਾਂ ਤਾਂ ਮਿੱਟੀ ਦੀਆਂ ਹੁੰਦੀਆਂ ਸਨ, ਨਿੱਕੇ ਨਿੱਕੇ ਕੁੱਜੇ ਹੁੰਦੇ ਸਨ, ਜਾਂ ਫਿਰ ਬਾਅਦ ਚ ਜਿਸਤੀ ਦੀਆਂ ਆ ਗਈਆਂ, ਹੋਰ ਕਈ ਇਸ ਤਰ੍ਹਾਂ ਦੀਆਂ ਆ ਗਈਆਂ, ਤੇ ਉਹ ਇੱਕ ਤਰ੍ਹਾਂ ਦੀ ਮਾਲ ਬਣੀ ਹੁੰਦੀ ਸੀ। ਠੀਕ ਹੈ, ਯਾਨੀ ਕਿ ਟਿੰਡਾਂ ਇੱਥੇ ਜਿਵੇਂ ਐ ਕਰਕੇ ਨਾ, ਮੈਂ ਇੱਥੇ ਸਮਝਾਉਣਾ, ਜਿਵੇਂ ਆਹ ਮਤਲਬ ਐ ਕਰਕੇ ਐ ਹੋ ਗਿਆ ਐ, ਤੇ ਇਹਦੇ 'ਚ ਇੱਥੇ ਮਤਲਬ ਇੱਕ ਟਿੰਡ ਇੱਥੇ ਹੋ ਗਈ, 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 ਐ ਕਰਕੇ ਐ ਸਾਰੀ ਐ ਕਰਕੇ ਮਾਲ ਨਾਲ ਐ ਟਿੰਡਾਂ ਮਤਲਬ ਉਹ ਜਿਵੇਂ ਜਿਵੇਂ ਦੇਖੋ ਇਹ ਐ ਲੋਟ ਗਿੜਦੀ ਸੀ, ਹਨਾ, ਮਾਲ ਲੰਮੀ ਹੁੰਦੀ ਸੀ। ਠੀਕ ਹੈ, ਥੱਲੇ ਤਾਈਂ ਜਦੋਂ ਇਹ ਗਿੜਦੇ ਤੇ ਆ ਜਿਹੜੀਆਂ ਇਹਦੇ ਤੇ ਮਤਲਬ ਟਿੰਡਾਂ ਲੱਗੀਆਂ, ਉਹ ਪੂਰੀ ਲੰਮੀ ਮਾਲ ਹੁੰਦੀ ਸੀ ਤੇ ਖੂਹ ਦੇ ਪਾਣੀ 'ਚ ਡੁੱਬ ਕੇ ਫਿਰ ਵਾਪਸ ਆਉਂਦੀ ਬਾਹਰ। ਤੇ ਫਿਰ ਇੱਥੇ ਇੱਕ ਪਾੜਛਾ ਬਣਿਆ ਹੁੰਦਾ ਸੀ। ਠੀਕ ਹੈ, ਉਹ ਪਾੜਛਾ ਹੁੰਦਾ ਵੀ ਪਾਣੀ ਉਹਦੇ 'ਚ ਭਰ ਜਾਂਦਾ ਹੈ, ਭਰ ਕੇ ਗਾਂ ਉਹ ਔਲੂ 'ਚ ਜਾਂਦਾ ਹੈ, ਔਲੂ ਤੋਂ ਗਾਂ ਮਤਲਬ ਚਵੱਚਾ ਹੁੰਦਾ ਇੱਕ ਤਰ੍ਹਾਂ ਦਾ, ਉਹਦੇ 'ਚ ਜਾਂਦਾ ਹੈ, ਉਹਦੇ 'ਚੋਂ ਫਿਰ ਅੱਗੇ ਕਿਆਰਿਆਂ 'ਚ ਜਾਂਦਾ ਹੈ, ਹਨਾ, ਉਹਨੂੰ ਨਸਾਰ ਬੋਲਦੇ ਆ ਗਾਂ। ਮਤਲਬ ਇਹਦੇ ਬਹੁਤ ਸਾਰੇ ਅੰਗ ਹੈ। ਠੀਕ ਹੈ, ਹਲਟ ਦੇ ਬਹੁਤ ਸਾਰੇ ਅੰਗ ਹੈ, ਔਰ ਤਕਰੀਬਨ ਇਹ ਸਾਰੇ ਢਾਂਚੇ ਨੂੰ ਜਿਹੜਾ ਹੈ ਹਲਟ ਬੋਲਿਆ ਜਾਂਦਾ ਸੀ ਜਾਂ ਹਲਟ ਬੋਲਿਆ ਜਾਂਦਾ ਸੀ। ਠੀਕ ਹੈ ਨਾ, ਸਮਝ ਕੇ ਗੱਲ ਨਾ, ਇਹ ਬੋਲਿਆ ਜਾਂਦਾ ਸੀ। ਤੇ ਇਸੇ ਤਰ੍ਹਾਂ ਕਰਕੇ ਇਹ ਇੱਕ ਜਿਹੜਾ ਹੈ ਢਾਂਚਾ ਹੁੰਦਾ ਸੀ ਬੇਟਾ। ਤੇ ਹੁਣ ਦੇਖੋ ਹੁਣ ਕੀ ਹੈਗੀ, ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲ ਮਟੱਲੀਆਂ। ਹੁਣ ਇੱਥੇ ਊਠ ਵੀ ਲਾ ਲੈਂਦੇ ਸਨ। ਠੀਕ ਹੈ, ਤੇ ਊਠ ਦੇ ਇੱਕ ਤਾਂ ਗਲ ਨੂੰ ਮਤਲਬ ਢਾਂਗ ਪਾਈ ਹੁੰਦੀ ਸੀਗੀ ਬਾਂਸ, ਤੇ ਇੱਕ ਉਹ ਗਾਦੀ ਨੂੰ, ਆਹ ਗਾਦੀ ਲੱਕੜ ਦੀ ਹੁੰਦੀ ਸੀਗੀ। ਠੀਕ ਹੈ, ਲੱਕੜ ਦੀ ਗਾਦੀ ਮੂਹਰੋਂ ਐ ਕਰਕੇ ਐ ਵੀ ਹੁੰਦੀ ਸੀ, ਦਸਾਂਗ ਐ ਕਰਕੇ, ਤੇ ਉਹ ਬੁਣੀ ਵੀ ਹੁੰਦੀ ਸੀਗੀ ਐ ਕਰਕੇ, ਉਹਦੇ ਨਾਲ ਆਪਣੇ ਨਾਲ ਮੁੰਜ ਦੀ ਰੱਸੀ ਨਾਲ ਜਾਂ ਹੋਰ ਹੈ, ਤੇ ਉਹਨੂੰ ਹੰਬੜ ਆਖਦੇ ਸਨ। ਤੇ ਉੱਤੇ ਬਹਿ ਵੀ ਸਕਦਾ ਸੀ ਬੰਦਾ, ਬਲਦ ਜੁੜੇ ਹੋਏ ਆ, ਉੱਤੇ ਬਹਿ ਕੇ ਵੀ ਹੱਕੀ ਜਾਂਦਾ ਹੈ। ਠੀਕ ਹੈ, ਤੇ ਇਸੇ ਤਰ੍ਹਾਂ ਊਠ ਦੇ ਵੀ ਉਹ ਇੱਕ ਤਾਂ ਗਾਦੀ ਨੂੰ ਜੁੜੀ ਹੁੰਦੀ ਸੀ ਢਾਂਗ ਇਧਰਲੇ ਪਾਸਿਓਂ, ਤੇ ਇੱਕ ਉਹਦੇ ਗਲ ਨੂੰ ਸੀ ਕਿ ਵੀ ਉਹ ਆਪਦੀ ਪੈੜ ਨਾ ਛੱਡੇ ਊਠ। ਠੀਕ ਹੈ, ਮਤਲਬ ਦੋਨੇ ਪਾਸੇ ਵੀ ਆਪਦੇ ਉੱਥੇ ਹੀ ਚੱਲੇ, ਉਹ ਨਾ ਤਾਂ ਇੱਧਰ ਹੋਵੇ ਤੇ ਨਾ ਇੱਧਰ ਹੋਵੇ। ਠੀਕ ਹੈ ਨਾ, ਯਾਨੀ ਕਿ ਨਾ ਤਾਂ ਉਹ ਇਸ ਪਾਸੇ ਹੋਵੇ ਤੇ ਨਾ ਇਸ ਪਾਸੇ ਹੋਵੇ। ਠੀਕ ਹੈ, ਯਾਨੀ ਕਿ ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲ ਮਟੱਲੀਆਂ। ਟੱਲ ਮਟੱਲੀਆਂ ਦਾ ਆਪਾਂ ਇਹ ਕਹਿ ਸਕਦੇ ਹਾਂ ਵੀ ਊਠ ਦੇ ਗਲ ਵਿੱਚ ਵੀ ਟੱਲੀਆਂ ਸੀਗੀਆਂ, ਤੇ ਆਪਣੇ ਉਹਨਾਂ ਦੇ ਆਪਣੇ ਬਲਦਾਂ ਦੇ ਵੀ ਟੱਲੀਆਂ ਹੁੰਦੀਆਂ ਸਨ, ਹਨਾ। ਅੱਛਾ, ਫਿਰ ਹੈ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਵਣ ਚੱਲੀਆਂ। ਹੁਣ ਕੂੰਜਾਂ ਕਿਹਨੂੰ ਆਖਿਆ? ਕੂੰਜਾਂ ਕਿਹਨੂੰ ਆਖਿਆ? ਦੇਖੋ ਕੂੰਜਾਂ ਆਹੀ ਟਿੰਡਾਂ ਨੂੰ, ਇਹਨੂੰ ਬੋਲਦੇ ਆ ਟਿੰਡ। ਠੀਕ ਹੈ, ਇਹਨੂੰ ਬੋਲਦੇ ਆ ਟਿੰਡ। ਇਹ ਬਹੁਤ ਸਾਰੀਆਂ ਕਹਾਵਤਾਂ ਬਣੀਆਂ। ਟਿੰਡ ਵਿੱਚ ਕਾਨਾ ਪਾਉਣਾ, ਯਾਨੀ ਕਿ ਟਿੰਡ 'ਚ ਕਾਨਾ ਪਾ ਕੇ ਐ ਕਰਕੇ ਖੜਕਾਉਣਾ, ਵੀ ਯਾਨੀ ਕਿ ਸ਼ੋਰ ਪਾਉਣਾ, ਬਿਨਾਂ ਮਤਲਬ ਤੋਂ ਤੰਗ ਕਰਨਾ, ਹਨਾ, ਕਿਸੇ ਨੂੰ ਵੀ ਇਹਨੇ ਤਾਂ ਯਾਰ ਟਿੰਡ 'ਚ ਕਾਨਾ ਪਾ ਰੱਖਿਆ, ਨਾ ਆਪ ਟਿਕਦਾ ਨਾ ਸਾਨੂੰ ਟਿਕਣ ਦਿੰਦਾ, ਹਨਾ। ਇਹ ਟਿੰਡ ਹੁੰਦਾ ਸੀਗਾ। ਠੀਕ ਹੈ, ਤੇ ਟਿੰਡਾਂ ਦਾ ਜਿਹੜਾ ਮਾਲ ਤੇ ਘੁੰਮਦੀਆਂ ਸੀ ਇਹ ਮਤਲਬ ਸਾਰਾ ਇੱਕ ਤਰ੍ਹਾਂ ਦਾ ਢਾਂਚਾ ਜਿਹੜਾ ਸੀਗਾ, ਉਹਨੂੰ ਹਲਟ ਬੋਲਿਆ ਜਾਂਦਾ ਹੈ। ਠੀਕ ਹੈ, ਤੇ ਇੱਥੇ ਇਹਨਾਂ ਨੇ ਕੀ ਕਿਹਾ? ਇੱਥੇ ਇਹਨਾਂ ਨੇ ਜਿਹੜੀ ਹੈ ਆਪਣੀ ਉਪਮਾ ਦਿੱਤੀ ਹੈ ਆਉਣ ਕੂੰਜਾਂ। ਇਹ ਇੱਕ ਤਰ੍ਹਾਂ ਦੀਆਂ ਕੂੰਜਾਂ ਹੈ। ਟਿੰਡਾਂ ਕੀ ਹੈ? ਕੂੰਜਾਂ ਹੈ। ਜਿਵੇਂ ਕੂੰਜਾਂ ਹੋਰ ਮੁਲਕਾਂ ਤੋਂ ਆ ਕੇ ਤੇ ਮਤਲਬ ਕੀ ਹੈਗਾ ਇੱਥੇ ਆਪਣੇ ਆਉਂਦੀਆਂ ਭਾਰਤ 'ਚ ਫਿਰ ਚਲੀਆਂ ਜਾਂਦੀਆਂ, ਉਸੇ ਤਰ੍ਹਾਂ ਇਹ ਕੂੰਜਾਂ ਹੈ, ਟਿੰਡਾਂ ਜਿਹੜੀਆਂ ਹੈ ਐਂ ਕਰਕੇ ਮਾਲ ਦੇ ਨਾਲ ਐਂ ਕਰਕੇ ਥੱਲੇ ਖੂਹ ਤੱਕ ਜਾਂਦੀਆਂ, ਉੱਥੋਂ ਭਰੀਆਂ ਆਉਂਦੀਆਂ ਤੇ ਆ ਕੇ ਉਤਲੇ ਪਾਸੇ ਇੱਥੇ ਪਾੜਛੇ 'ਚ ਉੱਥੇ ਖਾਲੀ ਹੋ ਜਾਂਦੀ। ਇੱਥੇ ਇੱਕ ਥਾਂ ਤੇ ਆ ਛੋਟੀ ਚੱਕਲੀ ਦੇ ਨਾਲ ਇੱਕ ਥਾਂ ਤੇ ਕੁੱਤਾ ਲੱਗਿਆ ਹੁੰਦਾ, ਕੁੱਤਾ ਸ਼ਬਦ ਹੁੰਦਾ। ਦੇਖੋ ਕਿਸ ਤਰ੍ਹਾਂ ਦੇ ਸ਼ਬਦ ਇੱਧਰ ਆ ਕੇ ਉਹਦਾ ਅਰਥ ਹੋਰ ਹੋ ਜਾਂਦਾ ਹੈ, ਹਨਾ। ਕੁੱਤਾ ਹੁੰਦਾ, ਕੁੱਤਾ ਇੱਕ ਤਰ੍ਹਾਂ ਦਾ ਬ੍ਰੇਕ ਹੁੰਦਾ ਹੈਗਾ।
ठीक है। जदों वो हल्ट नूं खड़ाउणा होवे तां वो ब्रेक दे इस्तेमाल मतलब काम आउंदा हैगा, ठीक है। तां वो मुड़ के ਇਹ ਜਿਹੜੀਆਂ ਟਿੰਡਾਂ ਹੈ ਇਸੇ ਤਰ੍ਹਾਂ ਕਰਕੇ ਭਰ ਕੇ ਆਉਂਦੀਆਂ, ਠੀਕ ਹੈ। ਇਹਦੇ ਨਾਲ ਦੇਖੋ ਜਗਤ ਦੇ ਨਾਲ ਵੀ ਇਹਨੂੰ ਜੋੜ ਕੇ ਦੇਖਿਆ ਗਿਆ ਹੈ ਕਿ ਦੁਨੀਆ ਵੇਖੋ ਆਉਂਦੀ ਹੈ, ਮਤਲਬ ਕੀ ਹੈਗਾ, ਫਿਰ ਇੱਥੋਂ ਕੁਛ ਟਿੰਡਾਂ ਭਰੀਆਂ ਆਉਂਦੀਆਂ, ਯਾਨੀ ਕਿ ਕੁਛ ਦਾ ਜਨਮ ਹੋ ਹੀ ਜਾਂਦਾ ਹੈ, ਕਿਸੇ ਦਾ ਇੱਥੋਂ ਚਲਿਆ ਗਿਆ। ਇਸੇ ਤਰ੍ਹਾਂ ਹੈ ਇਹ ਟਿੰਡਾਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਵਣ ਚੱਲੀਆਂ। ਹੁਣ ਇਹ ਕੂੰਜਾਂ ਹੀ ਹੈ, ਕੂੰਜਾਂ ਐ ਕੂੰਜਾਂ ਭਰ ਕੇ ਲਿਆਉਂਦੀਆਂ ਪਾਣੀ, ਹੈ ਨਾ। ਤੇ ਉਹ ਬੱਚੇ ਹੀ ਹੋ ਗਏ ਇੱਕ ਤਰ੍ਹਾਂ ਦੇ, ਜਦੋਂ ਪਾੜਛੇ 'ਚ ਆ ਕੇ ਪਾਣੀ ਦੇ ਦਿੰਦੀਆਂ ਤੇ ਅੱਗੇ ਗਾਂ ਉਹ ਔਲੂ ਬਣਿਆ, ਨਸਾਰ ਬਣਿਆ, ਅੱਗੇ ਖੇਤ ਕਿਆਰੋ ਕਿਆਰੀ ਆ ਦਿਖੇ ਨਾ, ਕਿਆਰੋ ਕਿਆਰੀ ਪਾਣੀ ਫਿਰਦਾ, ਫਿਰ ਅੱਗੇ ਇਸ ਤਰ੍ਹਾਂ ਪਾਣੀ ਲਾਉਂਦੇ ਸਨ, ਠੀਕ ਹੈ। ਬੜਾ ਵਧੀਆ ਇਹ ਮਤਲਬ ਤਰੀਕਾ ਹੁੰਦਾ ਸੀ ਪਹਿਲਾਂ, ਤੇ ਇਹ ਉਸ ਤੇ ਬਾਤ ਬਣੀ ਹੈ ਬੇਟਾ, ਠੀਕ ਹੈ। ਹੁਣ ਦੇਖੋ ਆਰ ਢਾਂਗਾ ਪਾਰ ਢਾਂਗਾ, ਢਾਂਗਾ ਦਾ ਮਤਲਬ ਤੁਹਾਨੂੰ ਲੱਗ ਗਿਆ ਵਿੱਚ ਟੱਲ ਮਟੱਲੀਆਂ ਆਉਣ ਕੂੰਜਾਂ। ਆ ਜਿਹੜੀਆਂ ਟਿੰਡਾਂ ਹੈ ਇਹ ਖੂਹ 'ਚ ਥੱਲੇ ਤੱਕ ਇੱਥੋਂ ਤੱਕ ਆ ਕੇ ਪਾਣੀ ਲਿਆਉਂਦੀਆਂ ਭਰ ਕੇ, ਠੀਕ ਹੈ, ਸਾਰੀਆਂ। ਤੇ ਇਹਦੇ ਜਿਹਦੇ ਤੇ ਲੱਗੀਆਂ ਹੁੰਦੀਆਂ ਉਹਨੂੰ ਮਾਲ ਬੋਲਿਆ ਜਾਂਦਾ, ਮਾਲ, ਹੈ ਨਾ। ਅਰਹਟ ਵੀ ਬੋਲ ਦਿੰਦੇ ਐ। ਤੇ ਨਦੀ ਨਹਾਵਣ ਚੱਲੀਆਂ। ਢੋਲ ਚਵੱਕਲੀ ਸਿੱਧਾ ਤੀਰ, ਢੋਲ ਤੇ ਚਵੱਕਲੀ, ਆ ਢੋਲ ਹੋ ਗਿਆ, ਆ ਕੀ ਹੋ ਗਿਆ, ਢੋਲ ਹੋ ਗਿਆ, ਇਹਨੂੰ ਚਕਲਾ ਵੀ ਬੋਲਦੇ ਹੈ। ਤੇ ਆ ਹੋ ਗਿਆ ਆਪਣੇ ਕੀ ਉਹਨੂੰ ਆਂਦੇ ਹੈ ਚਕਲੀ, ਠੀਕ ਹੈ। ਛੋਟਾ ਚਕਲਾ ਜਾਂ ਚਕਲੀ ਬੋਲ ਦਿੰਦੇ ਆ, ਹੈ ਨਾ। ਤੇ ਇਹ ਮਤਲਬ ਕੀ ਹੈਗਾ, ਇੱਥੋਂ ਆਹ ਜਿਹੜੀ ਆ ਲੱਠ ਹੈ ਸਿੱਧੀ ਹੈ, ਜੇ ਸਿੱਧੀ ਨਾ ਹੋਵੇ ਇਹ ਵਿੰਗੀ ਹੋ ਜੇ ਉਹਦੇ ਕਰਕੇ, ਤਾਂ ਕਹਿੰਦੇ ਆ ਵੀ ਉਹ ਜਿਵੇਂ ਆਂਦੇ ਆ ਨਾ ਵੀ ਉਹਦੀ ਮਾੜੀ ਕਿਸਮਤ ਕਿਸਾਨ ਦੀ ਜਿਹਦੀ ਖੂਹ ਦੀ ਲੱਠ ਵਿੰਗੀ ਹੋ ਜੇ, ਯਾਨੀ ਕਿ ਅੱਗੇ ਲੱਕੜ ਦੀ ਪਾਉਂਦੇ ਸਨ, ਕਦੇ ਉਹ ਹੋ ਜਾਂਦੀ ਸੀ ਉਸ ਤਰ੍ਹਾਂ, ਹੈ ਨਾ। ਤੇ ਹੁਣ ਤਾਂ ਲੋਹੇ ਦੀਆਂ ਪਾਉਣ ਲੱਗ ਗਏ। ਇਹ ਜਮਾ ਧਰਤੀ ਦੇ ਥੱਲੇ ਥੱਲੇ ਹੁੰਦੀ ਹੈ ਨਾ, ਬਿਲਕੁਲ। ਆ ਜਿਵੇਂ ਆ ਧਰਤੀ ਹੈ ਤੇ ਨਾਲ ਨਾਲ ਐ ਕਰਕੇ ਐ ਜਿਵੇਂ ਆਪਾਂ ਮਤਲਬ ਬਿਲਕੁਲ ਨਾਲ ਨਾਲ ਥੋੜੀ ਥੋੜੀ ਖਾਲੀ ਪੱਟ ਕੇ ਉਹ ਉੱਥੇ ਹੁੰਦੀ ਹੈ ਲੱਠ ਇਹ, ਠੀਕ ਹੈ। ਕਿਉਂਕਿ ਉੱਤੋਂ ਦੀ ਇਹਨਾਂ ਨੇ ਫਿਰ ਬਲਦ ਨੇ ਵੀ ਲੰਘਣਾ ਹੁੰਦਾ ਹੈ ਨਾ, ਜਿਵੇਂ ਆਪਣੇ ਕੋਈ ਰਸਤੇ 'ਚ ਪੈਪ ਪਈ ਹੋਵੇ ਤੇ ਆਪਾਂ ਲੰਘ ਹੀ ਸਕਦੇ ਹਾਂ, ਉਹੀ ਚੀਜ਼ ਹੈ, ਉੱਤੋਂ ਬਲਦ ਐ ਕਰਕੇ ਲੰਘਦੇ ਜਾਂਦੇ ਆ, ਠੀਕ ਹੈ। ਢੋਲ ਚਵੱਕਲੀ ਸਿੱਧਾ ਤੀਰ, ਕਿਆਰੋ ਕਿਆਰੀ ਪਾਣੀ ਫਿਰਦਾ, ਫਿਰ ਕਿਆਰੋ ਕਿਆਰੀ ਪਾਣੀ ਫਿਰਦਾ ਜਦੋਂ ਉਹ ਹੁੰਦਾ, ਜਿਵੇਂ ਦਰ ਦਰ ਫਿਰਦਾ ਫਕੀਰ। ਜਿਵੇਂ ਦੇਖੋ ਫਕੀਰ ਹੈ, ਫਕੀਰ ਬੰਦੇ ਦੀ ਕਿਵੇਂ ਆਦਤ ਹੁੰਦੀ ਹੈ, ਹੈ ਨਾ। ਉਹ ਮਤਲਬ ਇੱਕ ਘਰੋਂ ਖੈਰ ਲੈ ਕੇ ਆ, ਦੂਜੇ ਘਰੋਂ, ਤੀਜੇ ਘਰੋਂ, ਇਸ ਤਰ੍ਹਾਂ ਕਰਕੇ ਉਵੇਂ ਕਿਆਰੋ ਕਿਆਰੀ ਅੱਡੋ ਅੱਡੀ ਪਾਣੀ ਫਿਰਦਾ ਰਹਿੰਦਾ। ਤੇ ਜਿਵੇਂ ਫਕੀਰ ਹੈ, ਫਕੀਰ ਸਭ ਨੂੰ ਜਾ ਕੇ ਦੁਆਵਾਂ ਦਿੰਦੇ ਹੈ, ਸਭ ਨੂੰ, ਕਿਸੇ ਨੂੰ ਮੰਦਾ ਨਹੀਂ ਬੋਲਦੇ ਫਕੀਰ, ਹੈ ਨਾ। ਸਭ ਨੂੰ ਜਾ ਕੇ ਦੁਆਵਾਂ ਦਿੰਦੇ ਆ, ਭਾਈ ਤੇਰੇ ਦੁੱਧ ਪੁੱਤ ਹੋਵੇ, ਪੋਤੇ ਪੜੋਤੇ ਹੋਣ ਤੇਰੇ, ਮਤਲਬ ਕੀ ਹੈ, ਸਭ ਜੀਣ। ਤੇ ਪਾਣੀ, ਪਾਣੀ ਵੀ ਤਾਂ ਇੱਕ ਪਵਨ ਗੁਰੂ ਪਾਣੀ ਪਿਤਾ, ਪਾਣੀ ਪਿਤਾ ਦਾ ਰੂਪ ਕਿਹਾ ਗੁਰੂ ਨਾਨਕ ਦੇਵ ਜੀ ਨੇ, ਹੈ ਨਾ। ਤੇ ਪਾਣੀ ਵੀ ਉਸੇ ਤਰ੍ਹਾਂ ਫਕੀਰ ਤਰ੍ਹਾਂ ਕਿਸੇ ਨਾਲ ਭੇਦਭਾਵ ਨਹੀਂ ਕਰਦਾ, ਸਭ ਨੂੰ ਇੱਕੋ ਜਿਹਾ ਕਰ ਦਿੰਦਾ, ਫਸਲਾਂ ਨੂੰ, ਬੂਟਿਆਂ ਨੂੰ, ਹੈ ਨਾ। ਤਾਂ ਕਰਕੇ ਫਕੀਰ ਆਖਿਆ ਹੈਗਾ ਕਿ ਜਿਵੇਂ ਦਰ ਦਰ ਫਿਰਦਾ ਫਕੀਰ, ਢੋਲ ਚਵੱਕਲੀ ਇੰਜ ਮਿਲਦੇ, ਕਿਵੇਂ ਮਿਲਦੇ, ਜਿਵੇਂ ਭੈਣਾਂ ਨੂੰ ਮਿਲਦੇ ਵੀਰ। ਕਿਉਂਕਿ ਇਹ ਦੋਨੇ ਆਪਸ ਵਿੱਚ ਆ ਜਿਹੜੇ ਇਹਦੇ ਆ ਗੁੱਲੇ ਲੱਗੇ ਆ ਨਾ, ਇਹ ਆਪਸ ਵਿੱਚ ਐ ਕਰਕੇ ਜਦੋਂ ਇਹ ਲੱਗ ਕੇ ਤੇ ਮਿਲਦੇ ਆ ਇਹ, ਠੀਕ ਹੈ, ਫੇਰ ਗਿੜਦੇ ਆ ਇਹ, ਠੀਕ ਹੈ। ਇੱਕ ਤਾਂ ਐਂ ਗਿੜਦਾ ਐ, ਇੱਕ ਐਂ ਗਿੜਦਾ, ਠੀਕ ਹੈ। ਇਹ ਬਣਤਰ ਇਸ ਤਰ੍ਹਾਂ ਦੀ ਬਣੀ ਹੁੰਦੀ ਹੈ, ਠੀਕ ਹੈ। ਸੋ ਇਹ ਚੀਜ਼ ਹੈ ਬੇਟਾ ਸਾਰੀ ਜਿਹੜੀ ਹਲਟ ਵਾਲਾ ਖੂਹ ਹੁੰਦਾ ਸੀਗਾ, ਸਮਝ ਕੇ ਗੱਲ। ਹੁਣ ਇਸ ਤੋਂ ਬਾਅਦ ਤੁਹਾਡਾ ਇੱਕ ਕੰਮ ਹੋਰ ਹੈ ਕਿ ਤੁਸੀਂ ਆਪਣੇ ਬਜ਼ੁਰਗਾਂ ਦਾ ਪੱਲਾ ਨਾ ਛੱਡਿਆ ਕਰੋ, ਠੀਕ ਹੈ। ਬਜ਼ੁਰਗਾਂ ਨੂੰ ਜ਼ਰੂਰ ਪੁੱਛਿਆ ਕਰੋ, ਆਪਣੇ ਦਾਦਾ ਜੀ, ਆਪਣੇ ਪੜਦਾਦਾ ਜੀ ਨੂੰ ਇਹ ਚੀਜ਼ਾਂ ਬਾਰੇ ਜ਼ਰੂਰ ਪੁੱਛਿਆ ਕਰੋ। ਤੇ ਜਾਂ ਤੁਸੀਂ ਉੱਥੇ ਕਈ ਵਾਰੀ ਆਪਣੇ ਮਤਲਬ ਮੋਬਾਈਲ ਤੇ ਆਪਾਂ ਸਰਚ ਕਰਦੇ ਆ ਨਾ, ਤੇ ਉੱਥੇ ਲਿਖ ਕੇ ਵੇਖਿਆ ਕਰੋ ਪੰਜਾਬੀ 'ਚ ਹਲਟ ਵਾਲਾ ਖੂਹ, ਜਾਂ ਉੱਥੇ ਲਿਖਿਆ ਕਰੋ ਚੱਕੀ, ਜਾਂ ਉੱਥੇ ਲਿਖਿਆ ਕਰੋ ਚੌਂਕਾ, ਜਾਂ ਉੱਥੇ ਲਿਖਿਆ ਕਰੋ ਭੱਠੀ, ਜਾਂ ਉੱਥੇ ਲਿਖਿਆ ਕਰੋ ਆਪਣੇ ਮਤਲਬ ਕੀ ਹੈਗਾ ਕੂੰਡਾ, ਘੋਟਣਾ, ਪੁਰਾਣੇ ਸ਼ਬਦਾਂ ਦੇ ਜਿਹੜੇ ਇਸ ਤਰ੍ਹਾਂ ਕਰਕੇ ਵਰਤ ਦੋ ਨਾ, ਤੁਹਾਨੂੰ ਕਿੰਨਾ ਕੁਛ ਹੀ ਪਤਾ ਲੱਗੂਗਾ, ਕੋਲੂ, ਹੈ ਨਾ, ਇਸ ਤਰ੍ਹਾਂ ਕਰਕੇ। ਸੋ ਇਹ ਚੀਜ਼ ਹੈ ਬੇਟਾ, ਇਸ ਬਾਤ ਦਾ ਅਰਥ ਇਹ ਹੈ, ਠੀਕ ਹੈ। ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲ ਮਟੱਲੀਆਂ, ਆਉਣ ਕੂੰਜਾਂ ਦੇਣ ਬੱਚੇ। ਕੂੰਜਾਂ ਕਿਹਨੂੰ ਆਖਿਆ, ਟਿੰਡਾਂ ਨੂੰ ਆਖਿਆ ਹੋਇਆ ਆਉਣ। ਅੱਛਾ, ਇਹਦੇ ਨਾਲ ਸੰਬੰਧਿਤ ਮੈਂ ਤੁਹਾਨੂੰ ਦੱਸ ਦਿਆਂ, ਇੱਕ ਪੁਰਾਣੇ ਜਿਹੜੇ ਹੈ ਬਹੁਤ ਮਤਲਬ ਗਾਇਕ ਹੋਏ ਨੇ, ਉਸਤਾਦ ਜਮਲਾ ਜੱਟ ਜੀ, ਹੈ ਨਾ। ਉਹਨਾਂ ਦਾ ਇੱਕ ਗੀਤ ਇਸ ਤਰ੍ਹਾਂ ਦਾ ਹੈ, ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲ ਮਟੱਲੀਆਂ, ਠੀਕ ਹੈ। ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲ ਮਟੱਲੀਆਂ, ਆਉਣ ਕੂੰਜਾਂ ਦੇਣ ਬੱਚੇ
ਜੇ ਨਦੀ ਨਾਵਣ ਚੱਲੀਆਂ, ਇਸ ਤਰ੍ਹਾਂ ਦਾ ਕਰਕੇ ਹੈ ਉਹ ਤੁਸੀਂ ਸੁਣਿਓ। ਕਿਸਾਨੀ ਜੀਵਨ ਨਾਲ ਬੜਾ ਮਤਲਬ ਹੈ ਉਹ ਗੱਲਾਂ। ਆਪਾਂ ਸਿਰਫ ਇਕੱਲੀ ਬਾਤ ਨਹੀਂ, ਆਪਾਂ ਇਹਨੂੰ ਇਕੱਲੀ ਬਾਤ ਨਹੀਂ ਕਹਿ ਸਕਦੇ। ਦੇਖੋ ਇਹਦੇ ਵਿੱਚ ਕਿੰਨਾ ਜੀਵਨ ਦਾ ਕਿੰਨੇ ਗੂੜੇ ਅਰਥ ਭਰੇ ਪਏ ਨੇ ਇਹਦੇ ਵਿੱਚ, ਹੈ ਨਾ। ਸੋ ਚਲੋ ਇੱਥੇ ਗੱਲ ਆਪਾਂ ਅੱਗੇ ਚੱਲੀਏ ਹੁਣ, ਹੈ ਨਾ। ਹੁਣ ਹੈ ਜਾਂ ਤੇ ਬੁੱਝੂ ਲਾਲ ਬੁਝੱਕੜ, ਅਗਲੀ ਬਾਤ ਹੈ, ਜਾਂ ਤੇ ਬੁੱਝੂ ਲਾਲ ਬੁਝੱਕੜ ਜਾਂ ਕੋਈ ਖਰਾ ਸਿਆਣਾ, ਰਾਤੀ ਉੱਥੋਂ ਦੀ ਰੱਬ ਲੰਘਿਆ ਉਹਦਾ ਡਿੱਗ ਪਿਆ ਸੁਰਮੇ ਦਾਣਾ। ਹੁਣ ਇਹ ਵੀ ਆਪਣੇ ਜਿਹੜੀ ਹੈ ਵਰਤੋਂ ਵਿੱਚ ਆਉਂਦੀ ਚੀਜ਼ ਹੈ, ਠੀਕ ਹੈ। ਹੁਣ ਆਪਣੇ ਐਂ ਦੱਸੋ ਤੁਸੀਂ ਆਪਣੇ ਤੇਲ ਲਾਉਂਦੇ ਹੋ ਨਾ ਸਰੋਂ ਦਾ, ਠੀਕ ਹੈ, ਤੇ ਤਿਲਾਂ ਦਾ, ਹੈ ਨਾ, ਕੁਛ ਸੋਇਆਬੀਨ ਦਾ, ਹੈ ਨਾ, ਤਿਲ ਵਾਲੀਆਂ ਜਿਹੜੀਆਂ ਫਸਲਾਂ ਸਾਰੀਆਂ, ਤਾਰਾ ਮੀਰਾ ਹੋ ਗਿਆ, ਹੋਰ ਹੈ ਨਾ, ਉਹ ਕਿਵੇਂ ਹੁੰਦਾ ਹੈ, ਮੂੰਗਫਲੀ ਦਾ, ਹੈ ਨਾ, ਕਿਵੇਂ ਉਹ ਕਿਵੇਂ ਨਿਕਲਦਾ ਹੈਗਾ, ਹੈ ਨਾ, ਪਤਾ ਹੈ ਨਾ, ਠੀਕ ਹੈ। ਇਹ ਉਸੇ ਨਾਲ ਸੰਬੰਧਿਤ ਚੀਜ਼ ਹੈ ਥੋੜ੍ਹੀ ਥੋੜ੍ਹੀ, ਹੈ ਨਾ। ਜਾਂ ਤਾਂ ਬੁੱਝੂ ਲਾਲ ਬੁਝੱਕੜ, ਲਾਲ ਬੁਝੱਕੜ ਮਤਲਬ ਹੈਗਾ ਵੀ ਬਸ ਬੇਪਰਵਾਹ ਬੰਦਾ, ਬਸ ਜਾਂ ਤਾਂ ਉਹਨੂੰ ਆਉਂਦਾ ਹੁੰਦਾ ਉੱਤਰ, ਠੀਕ ਹੈ, ਕਿਉਂਕਿ ਉਹ ਆਪਦੇ ਆਪ ਜੋ ਕੁਛ ਕਹਿ ਗਿਆ, ਫਕੀਰਾਂ ਵਰਗਾ ਬੰਦੇ ਹੁੰਦੇ ਆ, ਉਹ ਬਸ ਬੁੱਝ ਗਿਆ, ਠੀਕ ਹੈ। ਤੇ ਜਾਂ ਫਿਰ ਕੋਈ ਖਰਾ ਸਿਆਣਾ, ਖਰਾ ਸਿਆਣਾ ਵੀ ਬਹੁਤ ਜ਼ਿਆਦਾ ਸਿਆਣਾ ਜਿਹੜਾ ਹੈ, ਜਾਂ ਉਹ ਬੁੱਝੂਗਾ ਬਾਤ ਕਿਹੜੀ, ਰਾਤੀ ਉੱਥੋਂ ਦੀ ਰੱਬ ਲੰਘਿਆ ਉਹਦਾ ਡਿੱਗ ਪਿਆ ਸੁਰਮੇ ਦਾਣਾ। ਹੁਣ ਸੁਰਮੇ ਦਾਣਾ, ਇੱਥੇ ਸੁਰਮੇਦਾਨੀ ਵੀ ਹੁੰਦੀ ਹੈ ਨਾ, ਇੱਕ ਸੁਰਮੇਦਾਨੀ ਹੁੰਦੀ ਹੈ, ਉਹਦੇ ਤੇ ਉੱਤੇ ਸੁਰਮਚੂ ਹੁੰਦਾ ਹੈ, ਤੇ ਉਹ ਆਪਣੇ ਸੁਰਮਾ ਪੀਸ ਕੇ ਉਹਦੇ 'ਚ ਪਾ ਲੈਂਦੇ ਆ, ਪੀ ਕੇ, ਹੈ ਨਾ, ਚੰਗੀ ਤਰ੍ਹਾਂ, ਤੇ ਫਿਰ ਉਹ ਸਲਾਈ ਭਰ ਕੇ ਤੇ ਅੱਖਾਂ 'ਚ ਪਾਉਂਦੇ ਆ ਅੱਗੇ, ਹੈ ਨਾ। ਅੱਗੇ ਜੋਤ ਨੂੰ ਬੜਾ ਚੰਗਾ ਹੁੰਦਾ ਸੀਗਾ, ਮਤਲਬ ਅੱਖਾਂ ਦੀ ਜੋਤ ਨੂੰ, ਨਿਗਾਹ ਨੂੰ ਚੰਗਾ ਹੁੰਦਾ ਸੀ ਸੁਰਮਾ, ਹੈ ਨਾ। ਤੇ ਇੱਥੇ ਹੈਗਾ ਸੁਰਮੇ ਦਾਣਾ ਬਹੁਤ ਵੱਡਾ। ਹੁਣ ਇਹ ਕੀ ਚੀਜ਼ ਹੋ ਸਕਦੀ ਹੈ? ਉਹ ਤੇਲ ਕੱਢਣ ਦੇ ਕੰਮ ਆਉਂਦੀ ਹੈ। ਹਾਲੇ ਹੁਣ ਤਾਂ ਅੱਜ ਕੱਲ੍ਹ ਆਪਣੇ ਟਰੈਕਟਰਾਂ ਤੇ ਹੋਰ ਹੈ, ਘਰੇ ਹੀ ਆਉਣ ਲੱਗ ਗਏ, ਠੀਕ ਹੈ। ਚਾਹੇ ਆਪਾਂ ਕਣਕ ਭਿਉਣੀ ਹੈ, ਠੀਕ ਹੈ, ਤਾਂ ਵੀ ਘਰੇ ਆਉਣ ਲੱਗ ਗਏ। ਚਾਹੇ ਆਪਣੇ ਉਹ ਮਤਲਬ ਕੀ ਹੈ, ਉਸੇ ਤਰ੍ਹਾਂ ਹੈ ਕਿ ਆਪਣੇ ਜਿਹੜਾ ਹੈ ਸਰੋਂ ਹੈ, ਠੀਕ ਹੈ, ਉਹਦਾ ਆਪਣੇ ਜਾਂ ਤਿਲ ਹੈ, ਉਹਦੇ ਆਪਣੇ ਜਦੋਂ ਤੇਲ ਕਢਾਉਣਾ ਹੈ ਨਾ, ਉਸੇ ਨਾਲ ਸੰਬੰਧਿਤ ਬਾਤ ਹੈ। ਪਰ ਉਹ ਸ਼ਬਦ ਕੀ ਹੈ ਉਹ ਦੱਸੋ, ਕੀ ਆਂਦੇ ਹੈ? ਕੱਕੇ ਤੇ ਪੈਂਦਾ, ਕੱਕੇ ਤੇ, ਕੱਕਾ, ਕੱਕੇ ਅੱਖਰ ਤੇ ਪੈਂਦਾ ਹੈ। ਕੀ ਹੋ ਗਿਆ? ਕੋਲੂ। ਕੀ ਹੋ ਗਿਆ? ਕੋਲੂ, ਠੀਕ ਹੈ, ਇਹ ਹੋ ਗਿਆ ਕੋਲੂ। ਦੇਖੋ ਇਹਨੂੰ ਬੋਲਦੇ ਆ ਕੋਲੂ। ਕੋਲੂ ਕਿਵੇਂ ਹੈ? ਕਿਉਂਕਿ ਕੋਲੂ ਹੈ ਜਿਹੜਾ ਉਹ ਇੱਕ ਤਰ੍ਹਾਂ ਦਾ ਅੱਗੇ ਜਿਹੜੇ ਹੈ ਵੀ ਅੱਜ ਕੱਲ੍ਹ ਤਾਂ ਹੁਣ ਮਸ਼ੀਨਾਂ ਹੋਰ ਤਰ੍ਹਾਂ ਦੀਆਂ ਆ ਗਈਆਂ, ਬਹੁਤ ਕੁਛ ਹੈ, ਠੀਕ ਹੈ। ਅੱਗੇ ਆਪਣੇ ਕਈ ਵਾਰੀ ਲੱਕੜ ਦਾ ਹੀ ਬਣਾਇਆ ਹੁੰਦਾ ਸੀ, ਠੀਕ ਹੈ। ਇਸ ਤਰ੍ਹਾਂ ਆਪਾਂ ਆਹ ਮਿਟਾ ਦਈਏ, ਹੈ ਨਾ, ਇੱਕ ਵਾਰੀ ਰੁਕੋ, ਆਹ ਚੀਜ਼ ਆਪਾਂ ਕਰ ਦਈਏ ਪਾਸੇ, ਤੇ ਫਿਰ ਉਹ ਚੀਜ਼ ਹੁੰਦੀ ਸੀਗੀ ਜਿਹੜੀ ਕੋਲੂ ਹੈ ਨਾ, ਉਹ ਲੱਕੜ ਦਾ ਹੁੰਦਾ ਸੀਗਾ। ਇਸ ਤਰ੍ਹਾਂ ਕਰਕੇ ਆਏ, ਇੱਕ ਮਿੰਟ, ਕਿਵੇਂ ਹੁੰਦਾ ਸੀ? ਐਂ ਕਰਕੇ ਨਾ, ਐਂ ਕਰਕੇ ਹੁੰਦਾ ਸੀ ਉਹਦਾ ਮੂੰਹ, ਪਰ ਇੱਥੋਂ ਉਹ ਐਂ ਹੁੰਦਾ ਸੀ ਥੋੜ੍ਹਾ ਜਿਹਾ ਐਂ, ਹੈ ਨਾ, ਇਸ ਤਰ੍ਹਾਂ ਕਰਕੇ ਐਂ, ਠੀਕ ਹੈ ਨਾ, ਇਸ ਤਰ੍ਹਾਂ ਹੁੰਦਾ ਸੀ। ਤੇ ਉਹ ਮਤਲਬ ਕੀ ਹੈਗਾ, ਆਹ ਜਿਹੜਾ ਘੇਰ ਆਂਦੇ ਸੀ ਇਹਨੂੰ, ਆਹ ਬਾਰ ਖੁੱਲ੍ਹਾ ਹੁੰਦਾ ਸੀਗਾ, ਆਹ ਇਹਨੂੰ ਘੇਰ ਆਂਦੇ ਸੀਗੇ, ਘੇਰ, ਠੀਕ ਹੈ। ਇਹ ਵੀ ਮਿੱਟੀ ਦਾ ਹੁੰਦਾ ਸੀ। ਤੇ ਉਹ ਮੈਂ ਜਿਵੇਂ ਦੱਸਿਆ ਨਾ ਤੁਹਾਨੂੰ, ਉਹ ਪਹਿਲਾਂ ਗਾਦੀ, ਉਹ ਆਪਣੇ ਬਲਦ, ਗਰਦਲ ਤੇ ਗਾਦੀ ਬਲਦ ਗਿੜਦਾ ਸੀ, ਬਸ ਉਸੇ ਤਰ੍ਹਾਂ ਦਾ ਢਾਂਚਾ ਇਹਦਾ ਸੀ, ਠੀਕ ਹੈ। ਉਹ ਇੱਥੋਂ ਮਤਲਬ ਕੀ ਹੈਗਾ, ਵਿੱਚ ਇੱਥੇ ਇੱਕ ਮੂਸਲ ਹੁੰਦਾ ਸੀ ਬਹੁਤ ਵੱਡਾ, ਠੀਕ ਹੈ, ਐਂ ਕਰਕੇ ਆਪਣੇ ਲੱਠ ਕਹਿ ਲਓ, ਠੀਕ ਹੈ, ਇਹਨ ਲੱਠ ਹੁੰਦੀ ਸੀ ਪੂਰੀ ਵੱਡੀ, ਠੀਕ ਹੈ। ਤੇ ਉਹ ਲੱਠ ਇੱਥੋਂ ਇੱਥੇ ਜਦੋਂ ਐਂ ਕਰਕੇ ਚੀਜ਼ ਪਾਈ ਜਾਂਦੀ ਸੀ ਨਾ, ਤਿਲ ਜਾਂ ਕੋਈ ਹੋਰ ਚੀਜ਼ ਪਾਈ ਜਾਂਦੀ ਸੀ, ਤੇ ਉਹ ਇੱਥੋਂ ਬਲਦ ਇੱਥੇ ਗਾਦੀ ਨਾਲ ਬੰਨਿਆ ਹੁੰਦਾ ਸੀ ਇਹ, ਤੇ ਇੱਥੋਂ ਐਂ ਕਰਕੇ ਐਂ ਚੱਲਦਾ ਸੀ, ਐਂ ਚੱਲਦਾ ਸੀ ਬਲਦ। ਤੇ ਆਹ ਜਿਹੜਾ ਇੱਥੇ ਹੀ ਐਂ ਕਰਕੇ ਨਾ, ਐਂ ਕਰਕੇ ਐਂ ਘੁਕੀ ਜਾਂਦਾ ਸੀਗਾ ਇਹ, ਐਂ ਕਰਕੇ ਐਂ ਕਰਕੇ ਨਾ ਐਂ ਘੁਕਦਾ ਸੀਗਾ। ਤੇ ਉਹ ਨਾਲ ਜਿਹੜੀਆਂ ਚੀਜ਼ਾਂ ਪਈਆਂ ਉਹਨੂੰ ਪੀੜਨਾ ਕਹਿੰਦੇ ਨਾ, ਆਪਾਂ ਪੀੜ ਦਿਆਂਗੇ, ਪੀੜ ਮਤਲਬ ਦਬਾ ਦੇਣਾ ਬਹੁਤ ਜ਼ਿਆਦਾ। ਤੇ ਇਹਨੂੰ ਇੱਕ ਤਰ੍ਹਾਂ ਦਾ ਆਪਣੇ ਮੋਹਲਾ ਜਾਂ ਮੂੰਗਲੀਆਂ ਕਹਿੰਦੇ ਸਨ, ਹੈ ਨਾ, ਜਾਂ ਮੁਦਗਰ, ਠੀਕ ਹੈ। ਅੱਗੇ ਆਪਣੇ ਮੱਲ ਲੋਕ ਹੈ ਨਾ, ਜਿਹੜੇ ਪਹਿਲਵਾਨ ਹੈ, ਉਹ ਦੋਨਾਂ ਹੱਥਾਂ ਨਾਲ ਐਂ ਕਰਕੇ ਮੂੰਗਲੀਆਂ ਐਂ ਫੇਰਦੇ ਸਨ, ਐਂ ਕਰਕੇ ਐਡੀਆਂ ਮਤਲਬ ਹੁੰਦੀਆਂ ਸਨ, ਹੈ ਨਾ, ਇੱਕ ਤਰ੍ਹਾਂ ਦੇ ਦਰਖਤ ਦਾ, ਜਿਵੇਂ ਆਪਣੇ ਜਿਹੜੀ ਹੈ ਉਹ ਮਾੜੇ ਦਰਖਤ ਦਾ ਇੱਕ ਤਰ੍ਹਾਂ ਦਾ ਜਿਹੜਾ ਉਹ ਹੁੰਦਾ ਹੈਗਾ, ਆਪਣੇ ਤਣਾ ਜਿਹੜਾ ਹੁੰਦਾ ਹੈ ਨਾ, ਉਸੇ ਤਰ੍ਹਾਂ ਦਾ ਹੁੰਦਾ ਸੀਗਾ, ਠੀਕ ਹੈ।
ਇਸ ਤਰ੍ਹਾਂ ਦਾ ਹੁੰਦਾ ਸੀ ਨਾ। ਤੇ ਉਹ ਕੀ ਹੈ, ਜਦੋਂ ਇਹ ਐ ਕਰਕੇ ਇੱਥੇ ਮਤਲਬ ਤਿਲ ਪਾ ਦਿੱਤੇ ਜਾਂਦੇ ਜਾਂ ਤਾਰਾ ਮੀਰਾ ਜਾਂ ਕੁਛ ਵੀ ਚੀਜ਼ਾਂ ਪਾ ਦਿੱਤੀਆਂ, ਤੇ ਇਹਨੂੰ ਨਾ ਨਾਲ ਐ ਕਰਕੇ ਵੀ ਮਤਲਬ ਥੱਲੇ ਨੂੰ ਦੇਖੋ, ਉੱਤੇ ਐ ਕਰਕੇ ਖੁੱਲਾ ਥਾਂ ਹੁੰਦਾ ਸੀਗਾ, ਥੱਲੇ ਨੂੰ ਐ ਕਰਕੇ ਭੀੜਾ ਹੁੰਦਾ, ਤੇ ਉਹ ਥਾਂ ਮਤਲਬ ਜਦੋਂ ਇਹ ਐ ਕਰਕੇ ਫੇਰਦਾ ਨਾ, ਐ ਕਰਕੇ ਐ ਫਿਰਦਾ ਐ ਕਰਕੇ, ਤੇ ਇਧਰੋਂ ਇਹ ਕੰਧਾਂ ਆ ਜਾਂਦੀਆਂ ਸੀ, ਤੇ ਇਹਨਾਂ ਨੂੰ ਦਬਾਅ ਪੈਂਦਾ ਸੀ, ਦਬਾਅ, ਤੇ ਪੀੜਦੇ ਸੀਗੇ। ਠੀਕ ਹੈ, ਉਸ ਨੂੰ ਪੀੜਦੇ ਸੀ, ਇਹਨੂੰ ਵੀ ਬਲਦ ਨਾਲ ਹੀ ਚਲਾਉਂਦੇ ਸਨ। ਠੀਕ ਹੈ ਨਾ। ਇਹ ਜਿਹੜੀ ਵਿੱਚ ਆਪਣੇ ਸਰੋਂ ਪਾਈ ਜਾਂਦੀ ਸੀ, ਉਹਨੂੰ ਆਪਾਂ ਕਹਿੰਦੇ ਕਹਾਣੀ, ਹੈ ਨਾ। ਇੱਕ ਤਾਂ ਹੁੰਦੀ ਕਹਾਣੀ, ਕਹਾਣੀ ਤਾਂ ਹੋਊਗੀ ਬਾਤ, ਇਹ ਹੁੰਦੀ ਸੀ ਕਹਾਣੀ। ਕੀ ਹੁੰਦੀ ਸੀ? ਕਹਾਣੀ। ਠੀਕ ਹੈ। ਤੇ ਹੁੰਦਾ ਸੀਗਾ ਮੁਦਗਰ, ਆਪਣੇ ਮੁਦਗਰ ਵੀ ਆਖ ਦਿੰਦੇ ਆ, ਤੇ ਆਪਣੇ ਉਹ ਇਸ ਤਰ੍ਹਾਂ ਦੇ ਜਿਹੜਾ ਹੈ ਮੂੰਗਲੀ ਵੀ ਆਖ ਦਿੰਦੇ ਆ, ਹੈ ਨਾ। ਤੇ ਹੁੰਦਾ ਕੋਹਲੂ। ਹੁਣ ਦੇਖੋ ਚੀਜ਼, ਇੱਥੋਂ ਬਾਤ ਤਾਂ ਪਤਾ ਲੱਗ ਗਿਆ ਕਿ ਜਾਂ ਤੇ ਬੁੱਝੂ ਖਰਾ ਸਿਆਣਾ। ਅੱਗੇ ਹੈਗਾ ਰਾਤੀ ਉੱਥੋਂ ਦੀ ਰੱਬ ਲੰਘਿਆ ਤੇ ਉਹਦਾ ਡਿੱਗ ਪਿਆ ਸੁਰਮੇ ਦਾਣਾ। ਹੁਣ ਸੁਰਮੇ, ਅੱਛਾ, ਇਹਦੇ ਵਿੱਚ ਹੀ ਅੱਗੇ ਸਰੋਂ ਤੋਂ ਫਿਰ ਉਹ ਖਲ ਤਿਆਰ ਹੁੰਦੀ ਸੀ ਨਾ, ਖਲ ਤਿਆਰ ਹੁੰਦੀ ਸੀ। ਸੋ ਇਸ ਤਰ੍ਹਾਂ ਕਰਕੇ ਰਾਤੀ ਉੱਥੋਂ ਦੀ ਰੱਬ ਲੰਘਿਆ ਤੇ ਉਹਦਾ ਸੁਰਮੇ ਦਾਣਾ, ਜਿਹੜਾ ਹੋ ਗਿਆ ਸਾਰਾ ਢਾਂਚਾ, ਤਾਂ ਸੁਰਮੇ ਦਾਣਾ, ਤੇ ਰੱਬ ਦਾ ਸੁਰਮਚੂ ਹੋ ਗਿਆ, ਜਿਹਦੇ ਨਾਲ ਆਪਦੇ ਅੱਖਾਂ 'ਚ ਉਹ ਮਤਲਬ ਕੀ ਹੈ ਰੱਬ ਵੱਡਾ ਗਿਣਿਆ ਜਾਂਦਾ ਨਾ। ਦੇਖੋ ਕਿੰਨਾ ਵਧੀਆ ਬਾਤ ਬਣਾਈ ਹੈ ਨਾ, ਕਿ ਰੱਬ ਦਾ ਸੁਰਮੇ ਦਾਣਾ, ਹੈ ਨਾ। ਕਿਸੇ ਨੇ ਨਾਂ ਵਧੀਆ ਦਿੱਤਾ ਹੈਗਾ ਕਿ ਇਹ ਰੱਬ ਦਾ ਭਾਈ ਸੁਰਮੇ ਦਾਣਾ ਹੈਗਾ, ਤੇ ਜਿਹੜਾ ਹੈਗਾ ਮੁਦਗਰ, ਇਹਦਾ ਸੁਰਮਚੂ ਹੈ। ਬਾਤ ਹੋ ਗਈ ਨਾ ਸਹੀ। ਜਾਂ ਤੇ ਬੁੱਝੂ ਲਾਲ ਬੁਝੱਕੜ, ਜਾਂ ਕੋਈ ਖਰਾ ਸਿਆਣਾ, ਰਾਤੀ ਉੱਥੋਂ ਦੀ ਰੱਬ ਲੰਘਿਆ, ਉਹਦਾ ਡਿੱਗ ਪਿਆ ਸੁਰਮੇ ਦਾਣਾ, ਯਾਨੀ ਕਿ ਕੋਹਲੂ ਹੋ ਗਿਆ। ਠੀਕ ਹੈ, ਚਲੋ ਅੱਗੇ ਚੱਲਦੇ ਹਾਂ। ਹੁਣ ਇੱਥੇ ਆ ਗਿਆ, ਰੜੇ ਮੈਦਾਨ ਵਿੱਚ ਪਿਆ ਡੱਬਾ, ਚੱਕ ਨਹੀਂ ਹੁੰਦਾ ਚਕਾਈ ਰੱਬਾ। ਹੁਣ ਇਹਦੇ ਨਾਲ ਸੰਬੰਧਿਤ ਆਪਾਂ ਪਿੱਛੇ ਜਿਹੜੀ ਹੈ, ਮੈਂ ਤੁਹਾਨੂੰ ਵਿਸਤਾਰ ਵਿੱਚ ਇੱਕ ਗੱਲ ਸਮਝਾਈ ਸੀ, ਇੱਕ ਬਾਤ, ਬਸ ਉਹਦੇ ਨਾਲ ਮਿਲਦਾ ਜੁਲਦੀ ਗੱਲ ਹੈ। ਕੀ ਹੈਗਾ? ਮਿਲਦੀ ਜੁਲਦੀ ਗੱਲ ਹੈ। ਆਪਣੇ ਕਈ ਥਾਵਾਂ ਤੇ ਹਾਲੇ ਵੀ ਇਹ ਵਰਤੋਂ ਵਿੱਚ ਲਿਆ ਜਾਂਦਾ ਹੈ। ਠੀਕ ਹੈ। ਤੇ ਖੇਤਾਂ ਦੀ ਜਿਹੜੀ ਹੈ ਪਾਣੀ ਲਾਉਣ ਦੇ ਸਿੰਜਾਈ ਦੇ ਕੰਮ ਆਉਂਦਾ ਹੈ, ਉਹਨੂੰ ਸਿੰਜਿਆ ਜਾਂਦਾ ਖੇਤਾਂ ਨੂੰ। ਠੀਕ ਹੈ। ਜਿਵੇਂ ਉਹ ਅੱਗੇ ਆਪਾਂ ਇੱਕ ਹੋਰ ਕਿਹਦੇ ਨਾਲ ਉਹ ਮਤਲਬ ਕੀ ਹੈਗਾ ਖੇਤਾਂ ਨੂੰ ਸਿੰਜਿਆ ਜਾਂਦਾ ਸੀ, ਉਸੇ ਤਰ੍ਹਾਂ ਦਾ ਹੀ ਹੈ। ਠੀਕ ਹੈ। ਤੇ ਪਹਿਲਾਂ ਇਹ ਮਤਲਬ ਕੀ ਹੈ, ਸਾਰੇ ਜਿਹੜੇ ਹੈ ਉਹ ਉੱਥੋਂ ਹੀ ਪਾਣੀ ਭਰ ਕੇ ਲਿਆਉਂਦੇ ਸਨ। ਠੀਕ ਹੈ। ਤੇ ਕਈਆਂ ਪਿੰਡਾਂ 'ਚ ਤੇ ਕਈਆਂ ਜਗ੍ਹਾ ਤੇ ਹਾਲੇ ਵੀ ਪੁਰਾਣੇ ਉਵੇਂ ਦੇ ਉਵੇਂ ਬਣੇ ਹੋਏ ਆ, ਸਾਂਭੇ ਹੋਏ ਆ, ਮਤਲਬ ਕੀ ਹੈ ਪਿੰਡ ਦੀਆਂ ਪੰਚਾਇਤਾਂ ਨੇ, ਪਿੰਡਾਂ ਦੀਆਂ ਨੇ ਸਾਂਭੇ ਹੋਏ ਹੈ। ਉਹਨਾਂ ਦੀ ਪੂਜਾ ਵੀ ਹੁੰਦੀ ਸੀ। ਦੀਵਾਲੀ ਵਾਲੇ ਦਿਨ ਦੀਵੇ ਵੀ ਧਰ ਕੇ ਆਉਣੇ, ਜਿਵੇਂ ਛੱਪੜ ਤੇ ਧਰ ਕੇ ਆਉਂਦੇ ਸੀ, ਹੈ ਨਾ, ਧਰ ਕੇ ਆਉਣੇ ਨਾ, ਉਸੇ ਤਰ੍ਹਾਂ ਉਹ ਉੱਥੇ ਵੀ ਧਰ ਕੇ ਆਉਣੇ। ਕੀ ਸੀਗਾ? ਰੜੇ ਮੈਦਾਨ ਵਿੱਚ ਪਿਆ ਡੱਬਾ, ਚੱਕ ਨਹੀਂ ਹੁੰਦਾ ਚਕਾਈ ਰੱਬਾ, ਯਾਨੀ ਕਿ ਖੂਹ। ਠੀਕ ਹੈ। ਇਹ ਵੀ ਹੋ ਗਿਆ ਖੂਹ। ਹੁਣ ਉਹ ਖੂਹ ਜਿਹੜਾ ਸੀਗਾ, ਉਹ ਖੂਹ ਸੀ ਹਲਟ ਵਾਲਾ ਖੂਹ। ਠੀਕ ਹੈ। ਉਹ ਹਲਟ ਵਾਲਾ ਖੂਹ, ਹਲਟ ਜਿਵੇਂ ਇੱਕ ਮਾਲ ਹੈ, ਜਿਹੜੀ ਮਾਲ ਦੇ ਉੱਤੇ ਟਿੰਡਾਂ ਲੱਗੀਆਂ, ਇੱਕ ਹਲਟ ਹੈ। ਕਈ ਥਾਵਾਂ ਤੇ 3-3 4-4 ਹਲਟ ਲੱਗੀਆਂ, ਯਾਨੀ ਇੱਕ ਖੂਹ 'ਚ ਮਤਲਬ 6-6 ਮਤਲਬ ਕੀ ਹੈ ਜਿਹੜਾ ਹਲਟ ਲੱਗੇ ਹੈ ਨਾ। ਆਪਣੇ ਇੱਥੇ ਹੈਗੇ ਆ ਅੰਮ੍ਰਿਤਸਰ ਸਾਹਿਬ ਕੋਲੇ ਗੁਰਦੁਆਰਾ ਸਾਹਿਬ ਹੈ। ਠੀਕ ਹੈ। ਤੇ ਉੱਥੇ ਮਤਲਬ ਜਿਹੜੇ ਹੈ ਛੇਹਲਟਾ ਖੂਹ ਵਜੋਂ ਜਾਣਿਆ ਜਾਂਦਾ, ਉਹ 6 ਮਾਲਾਂ ਹੈਗੀਆਂ। ਠੀਕ ਹੈ। ਸੋ ਇਸ ਤਰ੍ਹਾਂ ਕਰਕੇ ਉਹ ਅਲੱਗ ਚੀਜ਼ ਹੈ ਨਾ। ਉਹ ਆਪਣੇ ਮਤਲਬ ਬਲਦ ਨਾਲ ਜਿਹੜਾ ਹੈ, ਬਲਦਾਂ ਨਾਲ ਮਤਲਬ ਕੱਢਿਆ ਜਾਂਦਾ ਪਾਣੀ। ਠੀਕ ਹੈ। ਉਹ ਲਾ ਕੇ, ਤੇ ਪਰ ਇਹਦੇ ਵਿੱਚ ਆਪਾਂ ਸਿੱਧੇ ਵੀ ਬਾਲਟੀ ਫਿਰਨੀ ਲਾਈ ਹੁੰਦੀ ਸੀ, ਉਹਦੇ ਨਾਲ ਵੀ ਕੱਢ ਸਕਦੇ ਸੀ, ਰੱਸੇ ਨਾਲ, ਲਾਸ ਨਾਲ। ਤੇ ਇੱਕ ਹੁੰਦਾ ਸੀ ਪਹਿਲਾਂ ਮਤਲਬ ਕੀ ਹੈ 2 ਬਲਦ ਹੁੰਦੇ ਸੀ, ਜਾਂ ਇੱਕ ਬਲਦ ਹੁੰਦਾ ਸੀ, ਤੇ ਬੋਕਾ ਹੁੰਦਾ ਸੀਗਾ। ਠੀਕ ਹੈ। ਉਹਨੂੰ ਆਪਣੇ ਡੋਲ ਵੀ ਕਹਿੰਦੇ ਸੀ ਪੁਰਾਣੇ ਪਹਿਲਾਂ। ਠੀਕ ਹੈ। ਉਹ ਡੋਲ ਨਾਲ ਮਤਲਬ ਕੀ ਹੈਗਾ, ਜਿਵੇਂ ਮਤਲਬ ਖੂਹ ਹੈ, ਜਿਵੇਂ ਠੀਕ ਹੈ, ਖੂਹ ਹੈ। ਠੀਕ ਹੈ। ਤੇ ਖੂਹ ਦੀ ਮਤਲਬ ਮੌਣ ਹੈ। ਠੀਕ ਹੈ। ਮੌਣ ਹੈ। ਠੀਕ ਹੈ। ਇਸ ਤਰ੍ਹਾਂ ਹੈ ਨਾ। ਤੇ ਇੱਥੋਂ ਮਤਲਬ ਕੀ ਹੈਗਾ, ਇੱਕ ਬੋਕਾ ਆਏ ਕਰਕੇ ਪਾਇਆ ਜਾਂਦਾ ਸੀ, ਤੇ ਇੱਥੇ ਮਤਲਬ ਕੀ ਹੈਗਾ, ਇੱਥੇ ਬਲਦ ਨੂੰ ਬੰਨਿਆ ਹੁੰਦਾ ਸੀ ਅੱਗੇ ਇੱਥੇ। ਠੀਕ ਹੈ। ਤੇ ਉਹ ਫਿਰ ਜਿਵੇਂ ਜਿਵੇਂ ਪਿੱਛੇ ਹਟਦੇ, ਤੇ ਇੱਥੇ ਮਤਲਬ ਇੱਕ ਤਾਂ ਬੋਕਾ ਮਤਲਬ ਇੱਕ ਤਰ੍ਹਾਂ ਦੀ ਉਹ ਹੁੰਦੀ ਸੀ ਆਪਣੇ ਟਿੰਡ ਵਾਂਗੂ, ਜਿਵੇਂ ਆਪਾਂ ਬੋਕਾ ਕਹਿ ਦਿੰਦੇ ਆ, ਤੇ ਜਾਂ ਡੋਲ ਹੁੰਦਾ ਹੈਗਾ। ਠੀਕ ਹੈ। ਉਹ ਥੱਲੇ ਡੁੱਬਦਾ, ਪਾਣੀ ਦਾ ਭਰ ਕੇ ਲਿਆਉਂਦੇ, ਤੇ ਇਹ
ਬਲਦ ਨੂੰ ਪਿੱਛੇ ਲੈ ਆਉਂਦੇ ਤਾਂ ਡੁੱਬ ਜਾਂਦਾ, ਤੇ ਡੁੱਬ ਕੇ ਪਾਣੀ ਦਾ ਭਰਿਆ ਜਾਂਦਾ, ਤੇ ਇਹੀ ਬਲਦ ਰੱਸਾ ਖਿੱਚਦਾ ਗਾਂਹ ਲੈ ਜਾਂਦਾ, ਤੇ 2 ਜਾਣੇ ਕੰਮ ਦਿੰਦੇ ਸਨ। ਇੱਕ ਇੱਥੇ ਹੁੰਦਾ ਸੀ ਤੇ ਇੱਕ ਇੱਥੇ ਸੰਭਾਲਣ ਵਾਸਤੇ, ਇੱਥੇ ਉਹੀ ਚਵੱਚਾ ਹੁੰਦਾ ਸੀ, ਤੇ ਅੱਗੇ ਇਹ ਖੂਹ ਚੋਂ ਪਾਣੀ ਮਤਲਬ ਕਿ ਖੇਤਾਂ ਨੂੰ ਪੈਂਦਾ ਰਹਿੰਦਾ ਸੀ। ਇਹ ਖੂਹ ਚੋਂ ਪਾਣੀ ਕੱਢਣ ਦਾ ਇੱਕ ਹੋਰ ਢੰਗ ਸੀਗਾ, ਹਲਟ ਹੋਰ ਢੰਗ ਹੈ, ਇਹ ਹੋਰ ਸੀਗਾ, ਠੀਕ ਹੈ। ਪਰ ਇੱਥੇ ਆਮ ਆਪਣੇ ਗੱਲ ਪੁੱਛੀ ਗਈ ਕਿ ਰੜੇ ਮੈਦਾਨ ਵਿੱਚ ਪਿਆ ਡੱਬਾ ਚੱਕ ਨਹੀਂ ਹੁੰਦਾ, ਚਕਾਈ ਰੱਬਾ ਖੂਹ ਹੁੰਦਾ ਸੀ। ਅੱਗੇ ਖੂਹ ਹੈ ਜਿਹੜੇ ਉਹ ਆਪਣੇ ਕਹਿੰਦੇ ਨਾ ਖੂਹ ਲਾਉਣਾ, ਕਈ ਮਤਲਬ ਕੀ ਹੈਗਾ ਬਰਾਦਰੀ ਵਾਲੇ ਲੋਕ ਇਕੱਠੇ ਹੋ ਕੇ ਉਹ ਮਤਲਬ ਪਾਣੀ ਦੀ ਸਮੱਸਿਆ ਹੁੰਦੀ ਸੀ ਤੇ ਇੱਕ ਖੂਹ ਆਪਦਾ ਲਾ ਲੈਂਦੇ ਸਨ ਸਾਂਝਾ, ਠੀਕ ਹੈ। ਔਰ ਖੂਹ ਦੇ ਵਿੱਚ ਉਹ ਜਿਹੜਾ ਹੈ ਪਹਿਲੇ ਜ਼ਮਾਨੇ 'ਚ ਆਪਣੇ ਇੱਕ ਲੱਕੜ ਦਾ ਜਿਹੜਾ ਹੈਗਾ ਵਧੀਆ ਲੱਕੜ ਦਾ ਜਿਹੜਾ ਹੈਗਾ ਗੋਲ ਚੱਕ ਹੁੰਦਾ ਸੀਗਾ, ਠੀਕ ਹੈ। ਆ ਜਿਵੇਂ ਖੂਹ ਹੈ ਤੇ ਖੂਹ ਆ ਚੱਕ ਹੁੰਦਾ ਸੀ, ਚੱਕ ਬਿਲਕੁਲ ਮਤਲਬ ਕੀ ਹੈਗਾ ਖੂਹ ਦੀ ਉੱਤੋਂ ਤੋਂ ਲੈ ਕੇ ਥੱਲੇ ਨੂੰ ਚਣਾਈ ਹੁੰਦੀ ਸੀ, ਹੈ ਨਾ, ਇਸ ਤਰ੍ਹਾਂ। ਤੇ ਉਹ ਚੱਕ ਹੁੰਦਾ ਸੀਗਾ, ਚੱਕ ਜਿਹੜਾ ਹੈ ਮੁੜ ਕੇ ਪਾਣੀ 'ਚ ਥੱਲੇ ਹੀ ਡੁੱਬ ਜਾਂਦਾ ਸੀ, ਠੀਕ ਹੈ। ਉਸ ਨੂੰ ਬੋਲਦੇ ਹੈ ਮਤਲਬ ਇੱਕ ਗੋਲ ਇੱਕ ਚੱਕਰ ਹੁੰਦਾ ਹੈ ਜਿਹਨੂੰ ਚੱਕ ਕਹਿੰਦੇ ਆ, ਉਹ ਖੂਹ ਦੇ ਵਿੱਚ ਹੀ ਹੁੰਦਾ ਸੀ, ਪਹਿਲਾਂ ਡੁੱਬ ਜਾਂਦਾ ਸੀ, ਫਿਰ ਉਹਨੂੰ ਕਦੇ ਉਹ ਬਾਹਰ ਨਹੀਂ ਨਿਕਲਦਾ ਸੀ, ਹੈ ਨਾ। ਉੱਥੋਂ ਬਾਤਾਂ ਵੀ ਚੱਲੀਆਂ ਕਿ ਖੂਹ ਦੇ ਚੱਕ ਵਾਂਗੂ ਤੂੰ ਮੁੜ ਕੇ ਜਗਤ ਤੇ ਨਹੀਂ ਆਉਣਾ, ਕਿ ਖੂਹ ਦੇ ਚੱਕ ਵਾਂਗੂ ਤੂੰ ਮੁੜ ਕੇ ਜਗਤ ਤੇ ਨਹੀਂ ਆਉਣਾ। ਪਰ ਖੂਹਾਂ ਵਿੱਚ ਦੇਖੋ ਰੜੇ ਮੈਦਾਨ ਵਿੱਚ ਪਿਆ ਡੱਬਾ, ਡੱਬਾ ਕਹਿਤਾ ਖੂਹ ਨੂੰ, ਤੇ ਚੱਕ ਨਹੀਂ ਹੁੰਦਾ ਚਕਾਈ ਰੱਬਾ, ਹੁਣ ਚੱਕ ਕੇ ਨਹੀਂ ਹੁੰਦਾ ਤੇ ਚਕਾਈ ਰੱਬਾ, ਹੈ ਨਾ। ਹੁਣ ਰੱਬ ਹੀ ਆ ਕੇ ਚਕਾਊਗਾ, ਗੱਲ ਵੀ ਸਹੀ ਹੈ ਵੀ ਆਮ ਬੰਦੇ ਦੇ ਤਾਂ ਹਾਰੀ ਸਾਰੀ ਦੇ ਤਾਂ ਵੱਸ ਦੀ ਗੱਲ ਨਹੀਂ ਇਹ, ਹੈ ਨਾ। ਆਮ ਹੀ ਬੰਦਾ ਜਿਹੜਾ ਹੈਗਾ ਰੱਬ ਹੀ ਚਕਾਊਗਾ ਨਾ, ਠੀਕ ਹੈ। ਸੋ ਇਹ ਖੂਹ ਸੀ ਬੇਟਾ, ਠੀਕ ਹੈ। ਉਹ ਖੂਹ ਹੋਰ ਹੁੰਦੇ ਸੀ, ਇਹ ਖੂਹ ਹੋਰ ਹੁੰਦੇ ਸੀ। ਇੱਥੋਂ ਕੁੜੀਆਂ ਚਿੜੀਆਂ ਹੋਰ ਸਾਰੇ ਜਿਹੜੇ ਆ ਪਾਣੀ ਭਰ ਕੇ ਲਿਜਾਂਦੇ, ਠੀਕ ਹੈ। ਉੱਥੋਂ ਮਤਲਬ ਅੱਗੇ ਘਰਾਂ ਵਾਂਗੂ ਹੁਣ ਤਾਂ ਟੂਟੀਆਂ ਐ ਮਰੋੜਿਆ ਕੰਨ ਤੇ ਟੂਟੀ ਆ ਗਈ, ਪਾਣੀ ਚੱਲ ਪਿਆ। ਪਰ ਉਦੋਂ ਇਹ ਬਹੁਤ ਦੂਰ ਦੂਰ ਤੱਕ ਜਿਹੜੀਆਂ ਸਵਾਣੀਆਂ ਘਰ ਦੀਆਂ ਔਰਤਾਂ ਪਾਣੀ ਲਿਆਇਆ ਕਰਦੀਆਂ ਸਨ, ਠੀਕ ਹੈ। ਤੇ ਕੁਛ ਇਹ ਜਿਹੜਾ ਹੈ ਆਪਣੇ ਉੱਥੋਂ ਖਿੱਚਿਆ ਜਾਂਦਾ, ਕਈ ਵਾਰੀ ਬਲਦਾਂ ਰਾਹੀਂ ਖਿੱਚਿਆ ਜਾਂਦਾ, ਕਈ ਵਾਰੀ ਆਪ ਉਹ ਮਤਲਬ ਇੱਕ ਉੱਤੇ ਭੌਣੀ ਜੀ ਕੱਸ ਲਈ ਜਾਂਦੀ ਤੇ ਉਹਦੇ ਤੇ ਲਾਸ ਪਾ ਕੇ ਬਾਲਟੀ ਡਬੋ ਲਈ ਜਾਂਦੀ, ਤੇ ਐਂ ਕਰਕੇ ਹੌਲੀ ਹੌਲੀ ਕੱਢ ਲਿਆ ਜਾਂਦਾ ਸੀਗਾ ਪਾਣੀ। ਉਹ ਇਸ ਤਰ੍ਹਾਂ ਵੀ ਹੁੰਦਾ ਸੀ, ਉੱਥੇ ਹੀ ਕੋਈ ਲੀੜੇ ਕੱਪੜੇ ਜਿਹੜੇ ਹੈ ਉਹ ਮਤਲਬ ਧੋਣੇ, ਠੀਕ ਹੈ, ਪਸ਼ੂਆਂ ਨੂੰ ਪਿਆਉਣਾ ਲਿਆ ਕੇ, ਬਹੁਤ ਇਹ ਇਸ ਤਰ੍ਹਾਂ ਦਾ ਹੁੰਦਾ ਸੀਗਾ, ਠੀਕ ਹੈ। ਖੂਹਾਂ ਦੀ ਇਸੇ ਕਰਕੇ ਕਿ ਪਾਣੀ ਨੂੰ ਦੇਵਤਾ ਮੰਨਿਆ ਗਿਆ ਹੈ ਤੇ ਖੂਹਾਂ ਦੀ ਵੀ ਪੂਜਾ ਹੁੰਦੀ ਸੀ, ਹੈ ਨਾ, ਖੂਹਾਂ ਨੂੰ ਲੋਕੀ ਪੂਜਦੇ ਸਨ। ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਬਾਤਾਂ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ, ਇਹ ਇਕੱਲੀਆਂ ਬਾਤਾਂ ਨਹੀਂ, ਇਹ ਜ਼ਿੰਦਗੀ ਦਾ ਪੁਰਾਣੇ ਸਮਿਆਂ ਦਾ ਨਿਚੋੜ ਹੈ। ਅੱਗੇ ਹੈਗਾ ਸੁੱਕਾ ਢੀਂਗਰ ਆਂਡੇ ਦੇਵੇ। ਸੁੱਕਾ ਢੀਂਗਰ, ਹੁਣ ਢੀਂਗਰ ਜਿਵੇਂ ਆਮ ਆਪਣੇ ਝਾੜੀ ਹੋ ਗਈ, ਢੀਂਗਰ, ਸੁੱਕਾ ਢੀਂਗਰ ਆਂਡੇ ਦੇਵੇ। ਹੁਣ ਉਹ ਸੁੱਕਾ ਹੈ ਤੇ ਉਹ ਢੀਂਗਰ ਹੈ, ਜਿਵੇਂ ਆਪਣੇ ਆਉਂਦੇ ਨਾ ਝਾਫਾ ਢੀਂਗਰ, ਤੇ ਆਂਡੇ ਦਿੰਦਾ ਹੈ। ਹੁਣ ਆਂਡੇ ਤਾਂ ਆਪਣੇ ਦੇਖੋ ਕੁਕੜੀ ਦੇ ਸੁਣੇ ਹੈ, ਹੈ ਨਾ, ਹੋਰ ਜਿਹੜੇ ਆਂਡੇ ਜਾਨ ਪੰਛੀ ਹੈਗੇ ਆ, ਠੀਕ ਹੈ, ਕਬੂਤਰੀ ਹੈ, ਹੋਰ ਇਸ ਤਰ੍ਹਾਂ ਦੇ ਹੈ, ਠੀਕ ਹੈ, ਸ਼ਤਰਮੁਰਗ ਦਾ ਆਪਾਂ ਕਹਿ ਦਿੰਦੇ ਹਾਂ। ਪਰ ਇੱਥੇ ਹੈ ਸੁੱਕਾ ਢੀਂਗਰ, ਇਹ ਕੋਈ ਜਾਨਵਰ ਵੀ ਨਹੀਂ ਗਾ ਤੇ ਫਿਰ ਵੀ ਆਂਡੇ ਦਿੰਦਾ ਹੈ, ਕੋਈ ਇਸ ਤਰ੍ਹਾਂ ਦਾ ਪੰਛੀ ਨਹੀਂ ਗਾ, ਹੈ ਨਾ। ਅੱਛਾ, ਇਹ ਕੀ ਚੀਜ਼ ਹੈ, ਇਹਦੇ ਨਾਲ ਮੈਂ ਦੱਸ ਦਿੰਦਾ ਵੀ ਇਹ ਚੱਚੇ ਤੇ ਪੈਂਦਾ ਹੈ, ਚੱਚੇ ਅੱਖਰ ਤੇ। ਦੂਜੀ ਗੱਲ ਹੈ, ਘਰਾਂ ਵਿੱਚ ਹਾਲੇ ਵੀ ਕਈਆਂ ਦੇ ਇਹ ਪਿਆ ਹੋਣਾ, ਕਈਆਂ ਦੇ ਘਰਾਂ ਵਿੱਚ ਇਹ ਪਿਆ ਹੋਣਾ ਹੈਗਾ, ਤੁਸੀਂ ਦੇਖ ਲੈਣਾ, ਠੀਕ ਹੈ। ਔਰ ਇਹਨੂੰ ਆਪਣੇ ਡਾਹਿਆ ਜਾਂਦਾ ਸੀ ਤੇ ਕੱਤਿਆ ਜਾਂਦਾ ਸੀ, ਇੱਥੋਂ ਤੱਕ ਦੱਸ ਦਿੰਦਾ। ਹੁਣ ਦੱਸੋ ਅੱਗੇ ਕੀ ਹੋ ਗਿਆ? ਚਰਖਾ। ਕੀ ਹੋ ਗਿਆ? ਚਰਖਾ, ਠੀਕ ਹੈ। ਇਹ ਹੋ ਗਿਆ ਚਰਖਾ, ਠੀਕ ਹੈ, ਸਮਝੇ ਗੱਲ? ਚਰਖਾ, ਠੀਕ ਹੈ। ਹੁਣ ਚਰਖਾ, ਠੀਕ ਹੈ, ਚਰਖਾ ਇੱਕ ਤਰ੍ਹਾਂ ਦਾ ਉਹੀ ਉਸੇ ਤਰ੍ਹਾਂ ਮਤਲਬ ਇਹਦੇ ਵੀ ਬਹੁਤ ਸਾਰੇ ਅੰਗ ਹੈ। ਦੇਖੋ ਇਹ ਸਾਰੇ, ਦੇਖੋ ਆਪਾਂ ਇੱਕ ਮਤਲਬ ਇਨਸਾਨ ਹੈ, ਹੈ ਨਾ, ਤੇ ਇਨਸਾਨ ਹੁਣ ਇਹਦੇ ਵਿੱਚ ਆਪਣੇ ਦੇਖੋ ਮਨੁੱਖ ਹੈ, ਇਹਦੇ ਵਿੱਚ ਅੰਗ ਕੀ ਹੈ? ਸਾਰੇ ਅੰਗ ਹੈ, ਠੀਕ ਹੈ। ਆ ਬਾਂਹ ਹੈ, ਲੱਤਾਂ ਹੈ, ਸਿਰ ਹੈ, ਅੱਖਾਂ ਹੈ, ਸਾਰਾ ਢਾਂਚਾ ਹੀ ਇਹ ਫੇਰ ਬਣਿਆ ਜਾਂਦਾ ਮਨੁੱਖ, ਸਰੀਰ ਬਣਦਾ ਆਪਣਾ, ਜਿਹੜਾ ਬਣਦਾ ਕਿ ਨਹੀਂ ਬਣਦਾ। ਉਸੇ ਤਰ੍ਹਾਂ ਚਰਖਾ ਇਕੱਲੀ ਕੋਈ ਇੱਕ ਚੀਜ਼ ਨੂੰ ਨਹੀਂ, ਸਾਰੇ ਮਿਲ ਕੇ ਜਿਹੜੇ ਅੰਗ ਹੈ ਉਹਦੇ, ਉਹਨਾਂ ਨੂੰ ਕਿਹਾ ਜਾਂਦਾ ਹੈ ਚਰਖਾ, ਠੀਕ ਹੈ। ਤੇ ਚਰਖੇ ਦਾ ਵੀ ਆਪਣੇ ਉਹੀ ਚੀਜ਼ ਹੈ। ਚਰਖੇ ਦਾ ਕੀ ਚੀਜ਼ ਹੈ ਬੇਟਾ? ਚਰਖਾ ਜਿਹੜਾ ਹੈ ਕਈ ਚੀਜ਼ਾਂ ਦੇ ਕੰਮ ਆਉਂਦਾ ਹੈਗਾ, ਪਰ ਉਹ ਆਪਣੇ ਤੁਸੀਂ ਦੇਖਿਆ ਹੋਣਾ ਬਹੁਤ ਘਰਾਂ 'ਚ ਪਿਆ ਹੁੰਦਾ ਹੈ। ਚਰਖੇ ਦੇ ਇੱਕ ਵੱਡੇ ਫੱਟੇ ਹੁੰਦੇ ਐ ਕਰਕੇ, ਹੈ ਨਾ, ਐ ਦੋ ਫੱਟੇ ਹੁੰਦੇ ਐ, ਠੀਕ ਹੈ।
ਚਰਖੇ ਦੇ ਲੱਗੇ ਤੇ ਫਿਰ ਉਹਦੇ ਤੇ ਮਤਲਬ ਕੀ ਹੈ ਇੱਥੇ ਮੁੰਨੇ ਹੁੰਦੇ ਆ ਇੱਕ ਥਾਵਾਂ ਤੇ ਵੱਡੇ, ਜਿਹੜਾ ਚੱਕਰ ਵੱਡਾ ਚਰਖੇ ਦਾ ਵੱਡਾ ਚੱਕਰ ਹੁੰਦਾ ਹੈ, ਵੱਡਾ ਚੱਕਰ ਹੁੰਦਾ ਹੈ, ਉਹ 2 ਫੱਟੇ ਹੁੰਦੇ ਆ, ਠੀਕ ਹੈ। ਉਹਨਾਂ ਨੂੰ ਕੀ ਬੋਲਦੇ ਆ, ਉਹਨਾਂ ਨੂੰ ਕਈ ਵਾਰੀ ਫੱਟੇ ਵੀ ਬੋਲ ਦਿੰਦੇ ਆ, ਫੱਲੜ ਵੀ ਬੋਲ ਦਿੰਦੇ ਆ, ਹੈ ਨਾ। ਤੇ ਫਿਰ ਉਹਦੇ ਤੇ ਜਿਹੜੇ ਵਿਚਾਲੇ ਜਿਹੜੀ ਉਹ ਇੱਕ ਤਰ੍ਹਾਂ ਦੀ ਐ ਕਰਕੇ ਮਤਲਬ ਆਪਣੇ ਕੀ ਕਹਿ ਦਈਏ ਵੀ ਧਾਗੇ ਨਾਲ ਉਹ ਬੁਣੀ ਹੁੰਦੀ ਹੈ, ਠੀਕ ਹੈ। ਉਹ ਐ ਕਰਕੇ ਪੂਰੀ ਉਹ ਫੱਟੇ ਜੋੜੇ ਹੁੰਦੇ ਆ, ਵਿਚਾਲਿਓਂ ਫੱਟੇ ਜਿਹੜੇ ਹੈ ਉਹ ਜੋੜੇ ਹੁੰਦੇ ਹੈ, ਠੀਕ ਹੈ। ਜਿਵੇਂ ਇੱਕ ਇੱਧਰ ਫੱਟਾ ਹੋ ਗਿਆ ਤੇ ਇੱਕ ਇੱਧਰ ਫੱਟਾ ਹੋ ਗਿਆ ਤੇ ਵਿਚਾਲੋਂ ਆ ਜੁੜੇ ਹੈਗੇ ਆ ਜਿਹੜੇ, ਇਹਦੇ ਵਿਚਾਲੇ ਇੱਕ ਨਾਭ ਹੁੰਦੀ ਹੈ ਜਿਹਨੂੰ ਆਪਣੇ ਨਾਭ ਮਝੇਰੂ ਕਹਿੰਦੇ ਆ, ਠੀਕ ਹੈ। ਇਹਨੂੰ ਕੀ ਕਹਿੰਦੇ ਆ, ਮਝੇਰੂ ਕਹਿੰਦੇ ਆ। ਤੇ ਮਝੇਰੂ ਤੇ ਉਹ ਦੋਨਾਂ ਫੱਟਿਆਂ ਦੇ ਵਿਚਾਲੇ ਤੇ ਇਧਰੋਂ ਪਾਸੇ ਤੇ ਆ ਮੁੰਨੇ ਹੁੰਦੇ ਆ ਵੱਡੇ, ਇੱਕ ਇੱਧਰ ਲਾ ਲਓ ਤੇ ਇੱਕ ਇੱਧਰ ਲਾ ਲਓ, ਦੋਨੇ ਮੁੰਨੇ ਹੁੰਦੇ ਆ ਤੇ ਇੱਥੇ ਫੱਟੇ ਹੋ ਗਏ, ਠੀਕ ਹੈ। ਤੇ ਉਹ ਇੱਕ ਜਿਹੜੀ ਹੈ ਮਤਲਬ ਲੱਠ ਹੈ ਨਾ ਜਿਹੜੀ, ਉਹਨੂੰ ਆਪਣੇ ਬੋਲਦੇ ਆ ਗੁੱਝ। ਉਹ ਗੁੱਝ ਜਿਹੜੀ ਲੋਹੇ ਦੀ ਹੁੰਦੀ ਹੈ, ਜਿਹੜੀ ਮੁੰਨਿਆਂ ਤੋਂ ਤੇ ਫੱਟਿਆਂ ਤੋਂ ਤੇ ਮਝੇਰੂ ਦੇ ਵਿੱਚ ਦੀ ਲੰਘਦੀ, ਉਹਨਾਂ ਨੂੰ ਸਾਰਿਆਂ ਨੂੰ ਇੱਕ ਢਾਂਚਾ ਕੱਸ ਦਿੰਦੀ ਹੈ ਉਹ, ਠੀਕ ਹੈ। ਔਰ ਮੂਹਰੇ ਹੱਥੀ ਹੁੰਦੀ ਹੈ ਜਿੱਥੇ ਗੇੜਦੇ ਆ। ਕਦੇ ਜਾ ਕੇ ਦੇਖਿਓ ਹੁਣ ਤੁਸੀਂ, ਜਦੋਂ ਚਰਖਾ ਮਿਲ ਜੇ ਨਾ ਕਿਤੇ ਜ਼ਰੂਰ ਦੇਖਿਓ, ਜਿੱਥੇ ਹੱਥੀ ਆਪਾਂ ਘਮਾਉਂਦੇ ਉਹ ਹੱਥੀ ਹੁੰਦੀ ਹੈ ਤੇ ਜਿਹੜੀ ਉਹ ਲੋਹੇ ਦੀ ਗਾਂਹ ਪਾਰ ਟੱਪੀ ਹੁੰਦੀ ਹੈ, ਠੀਕ ਹੈ, ਉਹ ਹੁੰਦੀ ਹੈ ਗੁੱਝ, ਠੀਕ ਹੈ। ਤੇ ਉਸੇ ਤਰ੍ਹਾਂ ਉੱਤੇ ਜਿਹੜਾ ਐ ਕਰਕੇ ਉਹ ਆਪਣੇ ਜਿੱਥੇ ਮਾਲ ਘੁੰਮਦੀ ਹੈ, ਮਾਲ ਘੁੰਮਦੀ ਹੈ ਜਿੱਥੇ, ਉਹਨੂੰ ਬਾਇੜ ਕਿਹਾ ਜਾਂਦਾ ਹੈਗਾ। ਕੀ ਕਿਹਾ ਜਾਂਦਾ ਹੈ, ਬਾਇੜ, ਠੀਕ ਹੈ। ਦੇਖੋ ਆਪਾਂ ਚਰਖੇ ਦੇ ਆਪਾਂ ਨਾਮ ਜੇ ਲਿਖੀਏ ਨਾ ਤੇ ਨਾਮ ਬੜੇ ਹੁੰਦੇ ਹੈਗੇ ਆ, ਜਿਵੇਂ ਆਪਣੇ ਇੱਕ ਲਿਖ ਦਈਏ ਆਪਾਂ ਮੁੰਨੇ, ਠੀਕ ਹੈ, ਇਹ ਮੁੰਨੇ ਹੋ ਗਏ, ਠੀਕ ਹੈ। ਫਿਰ ਆਪਣੇ ਲਿਖ ਦਈਏ ਗੁੱਝ, ਠੀਕ ਹੈ, ਗੁੱਝ ਹੋ ਗਿਆ। ਫਿਰ ਆਪਣੇ ਲਿਖ ਦਈਏ ਜਿਹੜਾ ਹੈਗਾ ਆਪਣੇ ਮਝੇਰੂ, ਠੀਕ ਹੈ, ਮੰਝੇਰੂ ਵੀ ਬੋਲ ਦਿੰਦੇ ਆ ਤੇ ਮਝੇਰੂ, ਠੀਕ ਹੈ, ਇਹ ਹੋ ਗਿਆ। ਫਿਰ ਆਪਣੇ ਫੱਟੇ, ਠੀਕ ਹੈ, ਜਿਹਨੂੰ ਆਪਣੇ ਗੋਲ ਹੁੰਦੇ ਆ ਚੌੜਾਈ ਫੱਲੜ। ਫਿਰ ਆਪਣੇ ਇੱਥੇ ਜਿਹੜੀ ਹੈ ਹੱਥੀ ਹੋ ਗਈ, ਠੀਕ ਹੈ। ਇਹ ਤਾਂ ਹੋ ਗਏ ਇੱਧਰਲੇ ਅਗਲੇ ਪਾਸੇ ਪਿਛਲੇ ਜਿੱਥੇ ਗੋਲ ਚੱਕਰ ਘੁੰਮਦਾ ਹੈ ਪੂਰਾ, ਹੈ ਨਾ। ਫਿਰ ਉਸ ਤੋਂ ਬਾਅਦ ਇੱਧਰ ਦੂਜਾ ਹੁੰਦਾ ਹੈਗਾ ਗਾਂਹ, ਉੱਥੇ ਹੁੰਦੇ ਆ ਮੁੰਨੇ, ਹੈ ਨਾ, ਮੁੰਨੀਆਂ, ਠੀਕ ਹੈ। ਉੱਥੇ ਕੀ ਹੈ, ਮੁੰਨੀਆਂ ਹੁੰਦੀਆਂ, ਮੁੰਨੀਆਂ, ਠੀਕ ਹੈ। ਉਹ ਆਪਣੇ 3 ਹੁੰਦੀਆਂ, ਠੀਕ ਹੈ। ਤੇ ਉਹ ਫਿਰ ਉਸ ਤੋਂ ਬਾਅਦ ਉਹ ਜਿਹੜਾ ਹੈਗਾ ਆਪਣੇ ਹੁੰਦਾ ਹੈਗਾ, ਇਹਦੇ ਵਿੱਚ ਇੱਕ ਹੁੰਦੀ ਹੈ ਮਾਲ, ਠੀਕ ਹੈ, ਮਾਲ ਹੁੰਦੀ ਹੈ, ਠੀਕ ਹੈ। ਫਿਰ ਮਾਲ ਜਿਹਦੇ ਤੇ ਘੁੰਮਦੀ ਹੈ ਯਾਨੀ ਉਹ ਬਾਇੜ ਹੁੰਦਾ ਹੈਗਾ, ਠੀਕ ਹੈ। ਉਹ ਸੂਤ ਦਾ ਬੁਣਿਆ ਹੁੰਦਾ, ਦੋਨਾਂ ਫੱਟਿਆਂ ਨੂੰ ਉੱਪਰੋਂ ਜੋੜਿਆ ਹੁੰਦਾ ਤੇ ਉੱਤੋਂ ਦੀ ਮਾਲ ਘੁੰਮਦੀ ਹੈ। ਫਿਰ ਇਸੇ ਤਰ੍ਹਾਂ ਅਗਲੇ ਪਾਸੇ ਜਿਹੜਾ ਹੈਗਾ ਇੱਕ ਤੱਕਲਾ ਹੁੰਦਾ ਮੇਨ, ਹੈ ਨਾ, ਲੋਹੇ ਦਾ ਤੱਕਲਾ, ਤੇ ਜਿਹਦੇ ਤੇ ਗਲੋਟੇ ਬਣਦੇ ਆ, ਠੀਕ ਹੈ। ਤੱਕਲਾ ਹੁੰਦਾ, ਇੱਕ ਦਮਕੜਾ ਹੁੰਦਾ, ਤੱਕਲੇ ਤੇ ਚਾੜਿਆ ਹੁੰਦਾ ਕਿ ਉਹ ਗਾਂਹ ਅੱਗੇ ਪਿੱਛੇ ਨਾ ਫਿਰੇ। ਇੱਕ ਮਿੰਟ, ਦਮਕੜਾ, ਠੀਕ ਹੈ, ਇਹ ਹੁੰਦਾ ਹੈ ਦਮਕੜਾ, ਠੀਕ ਹੈ। ਦਮਕੜਾ ਹੁੰਦਾ ਹੈ ਤੱਕਲੇ ਤੇ ਪਾਇਆ ਕਿ ਉਹ ਮਤਲਬ ਗਾਂਹ ਅੱਗੇ ਨਾ ਵਧੇ, ਠੀਕ ਹੈ। ਜਿਹੜਾ ਉਹ ਆਪਣੇ ਗਲੋਟਾ ਹੁੰਦਾ ਜਿਹਨੂੰ ਆਪਣੇ ਸੂਤ ਦਾ ਬਣਾਉਂਦੇ ਨਾ ਆਪਣੇ ਗਲੋਟਾ, ਠੀਕ ਹੈ। ਗਲੋਟਾ ਜਾਂ ਛੱਲੀ ਵੀ ਕਹਿ ਦਿੰਦੇ ਆ, ਹੈ ਨਾ, ਛੱਲੀ, ਗਲੋਟਾ ਜਾਂ ਛੱਲੀ। ਆ ਉਹੀ ਚੀਜ਼ ਹੈ ਜਿਹੜੀ ਆਪਾਂ ਇੱਥੇ ਦਾ ਆਂਡੇ ਦੇਵੇ, ਆਂਡੇ ਕਿਹਨੂੰ ਆਖਿਆ, ਗਲੋਟੇ ਨੂੰ ਆਖਿਆ, ਚਿੱਟੇ ਗਲੋਟੇ ਨੂੰ। ਪੂਣੀਆਂ ਕੱਤਦੇ ਆ ਨਾ, ਪੂਣੀ ਹੁੰਦੀ ਹੈ ਸੂਤ ਦੀ ਪੂਣੀ, ਇਧਰੋਂ ਫੜ ਕੇ ਤੇ ਇਧਰੋਂ ਹੱਥੀ ਨਾਲ ਚਲਾਉਂਦੇ ਆ ਤੇ ਐਂ ਕਰਕੇ ਐਂ ਕੱਤਦੀਆਂ, ਐਂ ਕਰਕੇ ਇੱਥੋਂ ਪੂਣੀ ਲਿਜਾਂਦੀਆਂ, ਇੱਥੋਂ ਬੁੜੀਆਂ ਐਂ ਚਲਾਉਂਦੀਆਂ, ਹੈ ਨਾ, ਐਂ ਕਰਦੀਆਂ ਨਾ। ਇੱਧਰ ਦੇਖੋ ਦੁਆਰ, ਇਹ ਐਂ ਕਰਕੇ ਇੱਥੋਂ ਹੱਥੀ ਚੋੜਦੀਆਂ ਤੇ ਐਂ ਕਰਕੇ ਤੱਕਲੇ ਤੇ ਪੂਣੀ ਐਂ ਕਰਕੇ ਤੰਦ ਬਣਦਾ ਹੈ, ਕੱਤਦੇ ਆ ਨਾ ਇਸ ਤਰ੍ਹਾਂ। ਤੇ ਉਹ ਜਿਹੜਾ ਗਲੋਟਾ ਬਣਦਾ ਹੈ ਉਹਨੂੰ ਛੱਲੀ ਵੀ ਆਂਦੇ ਆ ਤੇ ਉਹੀ ਇੱਥੇ ਆਂਡਾ ਆਖਿਆ, ਆਂਡੇ ਦਿੰਦਾ, ਹੈ ਨਾ, ਠੀਕ ਹੈ ਨਾ। ਸੋ ਇਸੇ ਤਰ੍ਹਾਂ ਹੋਰ ਵੀ ਚੀਜ਼ ਹੁੰਦੀ ਹੈ, ਇੱਕ ਜਿਹੜੀ ਬੀੜੀ ਹੁੰਦੀ ਹੈ, ਠੀਕ ਹੈ, ਬੀੜੀ, ਜਿਹਦੇ ਤੇ ਮਤਲਬ ਕੀ ਹੈ, ਇੱਥੋਂ ਮਤਲਬ ਆਹ ਚੀਜ਼ ਇੱਥੋਂ ਆਪਣੇ ਮਾਲ ਪਾਈ ਹੈ, ਠੀਕ ਹੈ, ਆ ਉੱਤੇ ਮਾਲ ਘੁੰਮਦੀ ਹੈ ਤੇ ਮਾਲ ਇੱਥੋਂ ਜਾ ਕੇ ਐਂ ਢਾਂਚਾ ਹੁੰਦਾ ਚਰਖੇ ਦਾ, ਠੀਕ ਹੈ। ਤੇ ਇੱਥੋਂ ਆਪਣੇ ਐਂ ਕਰਕੇ ਆਹ ਮੁੰਨੇ ਹੁੰਦੇ ਹੈਗੇ ਐਂ ਕਰਕੇ, ਠੀਕ ਹੈ ਨਾ, 3 ਐਂ ਕਰਕੇ ਅੱਡੋ ਅੱਡੀ, ਠੀਕ ਹੈ, ਇਸ ਤਰ੍ਹਾਂ ਕਰਕੇ। ਤੇ ਇਹਨਾਂ ਵਿਚਾਲੜੇ ਮੁੰਨੇ 'ਚ ਇੱਥੇ ਇੱਕ ਬੀੜੀ ਪਾਈ ਹੁੰਦੀ ਹੈ। ਬੀੜੀ ਦਾ ਮਤਲਬ ਉਹਦੇ ਤੇ ਸੂਤ ਵਲੇਟਿਆ ਹੁੰਦਾ ਹੈ, ਠੀਕ ਹੈ। ਇਹ ਸਾਰੀ ਚਰਖੇ ਦੀ ਬਣਤਰ ਹੈ। ਇਹ ਮੈਂ ਕਿਉਂ ਦੱਸ ਰਿਹਾ ਇਹਨੂੰ ਵਿਸਤਾਰ ਨਾਲ, ਕਿਉਂਕਿ ਇਹ ਬੱਚਿਓ ਥੋਥੋਂ ਬਹੁਤ ਚੀਜ਼ਾਂ ਜਿਹੜੀਆਂ ਆਪਣੇ ਵਿਰਸੇ ਵਿਰਾਸਤ 'ਚੋਂ ਅਲੋਪ ਹੋ ਗਈਆਂ।
ਇਹ ਹੌਲੀ ਹੌਲੀ ਖਤਮ ਹੋ ਰਹੀਆਂ। ਇਹਨਾਂ ਬਾਰੇ ਤੁਸੀਂ ਜੇ ਬਾਤਾਂ ਬਾਰੇ ਜਾਣਨਾ ਹੈ ਤੇ ਬਾਤਾਂ ਦੇ ਬਾਰੇ ਜੇ ਤੁਸੀਂ ਇੱਕ ਮਨੋਰੰਜਨ ਹੀ ਨਹੀਂ ਇਕੱਲਾ, ਇਹਦੇ ਵਿੱਚ ਬਹੁਤ ਕੁਝ ਲੁਕਿਆ ਛੁਪਿਆ ਜਿਹੜਾ ਹੈਗਾ ਉਹਨੂੰ ਵੀ ਤੁਸੀਂ ਢੂੰਡਣਾ ਭਾਲਣਾ ਹੈ ਕਿ ਇਹ ਆਪਣਾ ਕੀ ਹੁੰਦਾ ਸੀਗਾ, ਇਹ ਵਿਰਸਾ ਕੀ ਹੁੰਦਾ ਸੀਗਾ, ਹੈ ਨਾ। ਇਸੇ ਤਰ੍ਹਾਂ ਇਹਦੇ ਨਾਲ ਬਹੁਤ ਸਾਰੀਆਂ ਕਿ ਚਰਖੇ ਦੀ ਘੂਕ ਸੁਣ ਕੇ ਜਦੋਂ ਕੱਤਦੇ ਆ ਉਹ ਘੂਕਦਾ, ਚਰਖੇ ਦੀ ਘੂਕ ਸੁਣ ਕੇ ਜੋਗੀ ਉੱਤਰ ਪਹਾੜੋਂ ਆਏ, ਹੈ ਨਾ, ਤੇ ਚਰਖਾ ਮੈਂ ਆਪਣਾ ਕੱਤਾਂ, ਇਸ ਤਰ੍ਹਾਂ ਕਰਕੇ ਪਤਾ ਨਹੀਂ ਕਿੰਨੇ ਮਤਲਬ ਕੀ ਹੈ ਚਰਖੇ ਦੇ ਨਾਲ ਸੰਬੰਧਿਤ ਹੈ ਨਾ, ਕਿ ਮਾਂ ਮੇਰੀ ਨੇ ਚਰਖਾ ਦਿੱਤਾ ਤੇ ਵਿੱਚ ਸੋਨੇ ਦੀਆਂ ਮੇਖਾਂ, ਤੇ ਮਾਂ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ। ਦੇਖੋ ਕਿੰਨੇ ਗੀਤ ਬਣੇ ਆ, ਵੀਰ ਨਾਲ ਸੰਬੰਧਿਤ ਹੈ। ਅੱਗੇ ਦਾਜ 'ਚ ਚਰਖਾ ਨਹੀਂ ਨਾ ਦਿੱਤਾ ਜਾਂਦਾ ਸੀ, ਤੇ ਬੁੜੀਆਂ ਜਿਹੜੀਆਂ ਗਾਂਹ ਜਾਂਦੀਆਂ ਸੀ ਨਾ, ਮਤਲਬ ਕੀ ਹੈ ਜਦੋਂ ਉਹ ਧੀ ਜਾਂਦੀ ਉਹ ਤੇ ਉਹ ਕਹਿੰਦੀਆਂ ਲੈ ਆਹ ਕਿਹੜੇ ਤੇਰੇ ਪੇਕੇ ਆ ਜਿਨ੍ਹਾਂ ਨੇ ਚਰਖਾ ਹੀ ਨਹੀਂ ਦਿੱਤਾ। ਅੱਗੇ ਚਰਖਾ ਜਿਹੜਾ ਹੈ ਕੱਤਦੀਆਂ ਸਨ, ਚਰਖੇ ਨੂੰ ਡਾਹਿਆ ਜਾਂਦਾ, ਜਿਵੇਂ ਮੰਜਾ ਡਾਹਿਆ ਜਾਂਦਾ ਚਰਖੇ ਨੂੰ ਡਾਹਿਆ ਜਾਂਦਾ ਹੈ, ਠੀਕ ਹੈ। ਆਪਾਂ ਇਹ ਨਹੀਂ ਕਹਿੰਦੇ ਵੀ ਚਰਖਾ ਰੱਖਿਆ ਵਿਹੜੇ 'ਚ, ਚਰਖੇ ਨੂੰ ਡਾਹਿਆ ਜਾਂਦਾ ਹੈ, ਡਾਹ ਕੇ ਕੱਤਿਆ ਜਾਂਦਾ ਹੈ ਨਾ, ਪੂਣੀਆਂ ਕੱਤੀਆਂ ਜਾਂਦੀਆਂ ਹੈਗੀਆਂ, ਗਲੋਟੇ ਲਾਏ ਜਾਂਦੇ ਹੈ ਨਾ। ਇਸੇ ਤਰ੍ਹਾਂ ਆਹ ਸਾਰੇ ਕੰਮ ਆਉਂਦੇ, ਇਹਦੇ ਹੋਰ ਵੀ ਬਥੇਰੇ ਭਾਗ ਹੈ, ਠੀਕ ਹੈ, ਹੋਰ ਵੀ ਆਪਣੇ ਤੁਸੀਂ ਪੁੱਛਿਓ ਕਿਤੋਂ, ਪਰ ਇਹ ਚੀਜ਼ ਆ ਸੁੱਕਾ ਢੀਂਗਰ। ਇਹ ਸਾਰਾ ਦੇਖੋ ਇਹ ਇੱਕ ਤਰ੍ਹਾਂ ਦਾ ਸੁੱਕੀ ਲੱਕੜ ਦਾ ਬਣਿਆ ਹੁੰਦਾ ਹੈਗਾ, ਤੇ ਉਸ ਤੋਂ ਬਾਅਦ ਇਹ ਆਂਡੇ ਦਿੰਦਾ ਹੈ, ਠੀਕ ਹੈ। ਚਲੋ ਅੱਗੇ ਹੈ ਆਪਣਾ, ਅੱਗੇ ਹੈਗਾ ਆਰ ਕੱਸੀ ਪਾਰ ਕੱਸੀ ਵਿੱਚ ਟੱਲ ਮਟੱਲੀਆਂ, ਠੀਕ ਹੈ। ਇੱਕ ਮਿੰਟ, ਆਰ ਕੱਸੀ ਪਾਰ ਕੱਸੀ ਵਿੱਚ ਟੱਲ ਮਟੱਲੀਆਂ, ਤੋਪਖਾਨੇ ਅੱਗ ਲੱਗੀ। ਇਹ ਬਾਤ ਜਿਹੜੀ ਹੈ ਪੂਰੀ ਨਹੀਂ ਲਿਖੀ ਗਈਗੀ, ਮਾਫੀ ਚਾਹੁੰਦਾ ਬੇਟਾ ਮੈਂ। ਠਾ ਠਾ ਬੰਦੂਕਾਂ ਚੱਲੀਆਂ, ਠਾ ਠਾ ਬੰਦੂਕਾਂ ਚੱਲੀਆਂ, ਠੀਕ ਹੈ। ਠਾ ਠਾ ਬੰਦੂਕਾਂ ਚੱਲੀਆਂ, ਠੀਕ ਹੈ। ਹੁਣ ਇਹ ਦੇਖੋ, ਇਹ ਵੀ ਆਪਾਂ ਜਿਹੜਾ ਹੈ ਸਾਰਾ ਸਿਸਟਮ ਆਪਾਂ ਦੇਖਦੇ ਹਾਂ ਬੇਟਾ ਵੀ ਇਹਦਾ ਕੀ ਹੈ। ਹੁਣ ਆਪਾਂ ਚਰਖੇ ਨੂੰ ਤਾਂ ਸਮਝ ਲਿਆ, ਠੀਕ ਹੈ, ਇਹਦੇ ਜਿਹੜੇ ਸਾਰੇ ਕੰਮ ਧੰਦੇ ਉਹ ਸਮਝ ਲਏ ਆਪਾਂ। ਹੁਣ ਇਹ ਹੈਗਾ ਕਿ ਆਰ ਕੱਸੀ ਪਾਰ ਕੱਸੀ। ਅੱਛਾ, ਇਹ ਆਪਣੇ ਹੁਣ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਨਾ ਬਾਜ਼ਾਰ 'ਚ ਜਦੋਂ ਜਾਂਦੇ ਹੋ ਤੇ ਕੁਝ ਗਿਰੀਆਂ ਭੁੰਨਣ ਵਾਲੇ, ਜਿਹਨੂੰ ਆਪਣੇ ਗੋਟੇ ਕਹਿ ਦਿੰਦੇ, ਕਈ ਹੋਰ ਨਾਮ ਲੈਂਦੇ ਹੋਣੇ, ਹੈ ਨਾ, ਭੁੰਨੀਆਂ ਗਿਰੀਆਂ ਭੁੰਨਦੇ ਨਾ ਭਾਈ, ਕਰਦੇ ਨਾ ਇਸ ਤਰ੍ਹਾਂ, ਤੇ ਫਿਰ ਉਹ ਆਪਾਂ ਮਤਲਬ ਕਹਿ ਦਿੰਦੇ 5-10 ਦੀਆਂ ਦੇ ਦਿਓ ਉਹ ਚੀਜ਼ਾਂ। ਉਹ ਕਿਵੇਂ ਭੁੰਨਦੇ ਹੈ, ਉਹਦੇ ਨਾਲ ਹੀ ਸੰਬੰਧਿਤ ਚੀਜ਼ ਹੈ, ਇਹ ਉਸੇ ਨਾਲ ਹੀ ਸੰਬੰਧਿਤ ਚੀਜ਼ ਹੈ, ਬਸ ਉਸੇ ਤਰ੍ਹਾਂ, ਠੀਕ ਹੈ। ਕੀ ਹੈ, ਆਰ ਕੱਸੀ ਪਾਰ ਕੱਸੀ ਵਿੱਚ ਟੱਲ ਮਟੱਲੀਆਂ, ਠੀਕ ਹੈ। ਤੋਪਖਾਨੇ ਅੱਗ ਲੱਗੀ, ਠਾ ਠਾ ਬੰਦੂਕਾਂ ਚੱਲੀਆਂ, ਠੀਕ ਹੈ। ਇਹ ਹੁਣ ਵਿੱਚ ਕੱਲ ਮਕੱਲੀਆਂ ਵੀ ਕਹਿ ਦਿੰਦੇ, ਕਈ ਕੱਲ ਮਕੱਲੀਆਂ ਜੋੜਨ ਵਾਸਤੇ ਹੈ ਨਾ ਕਈ ਵਾਰੀ। ਆਰ ਕੱਸੀ ਪਾਰ ਕੱਸੀ ਵਿੱਚ ਟੱਲ ਮਟੱਲੀਆਂ, ਤੋਪਖਾਨੇ ਅੱਗ ਲੱਗੀ, ਠਾ ਠਾ ਬੰਦੂਕਾਂ ਚੱਲੀਆਂ। ਹੁਣ ਇਹ ਉਸੇ ਤਰ੍ਹਾਂ ਹੀ ਢਾਂਚਾ ਹੁੰਦਾ, ਇਹਨੂੰ ਆਖਦੇ ਆ ਬੇਟਾ ਪੱਠੀ। ਕੀ ਆਖਦੇ ਆ? ਪੱਠੀ, ਠੀਕ ਹੈ। ਕੀ ਆਖਦੇ ਨੇ? ਪੱਠੀ। ਇਹ ਯਾਦ ਰੱਖਿਓ, ਇਹ ਹੈਗਾ ਪੱਠੀ, ਦਾਣੇ ਭੁੰਨਣ ਵਾਲੀ ਪੱਠੀ, ਹੈ ਨਾ, ਠੀਕ ਹੈ। ਇਹ ਵੀ ਉਸੇ ਤਰ੍ਹਾਂ ਵੀ ਮਤਲਬ ਕੀ ਹੈਗਾ, ਇੱਕ ਚੁੱਲ੍ਹਾ ਬਣਾ ਲਿਆ, ਠੀਕ ਹੈ, ਠੀਕ ਹੈ। ਇੱਕ ਚੁੱਲ੍ਹਾ ਬਣਾ ਲਿਆ ਤੇ ਚੁੱਲ੍ਹੇ ਤੇ ਆਹ ਮਤਲਬ ਕਿ ਇੱਕ ਤਰ੍ਹਾਂ ਦੀ ਕੜਾਹੀ ਰੱਖ ਲਈ, ਤੇ ਆਹ ਇੱਧਰ ਮਤਲਬ ਕੀ ਹੈਗਾ ਜਿਹੜੇ ਝੋਕਾ ਲਾਉਣ ਨੂੰ ਇੱਕ ਹੈਗਾ, ਤੇ ਇੱਧਰੋਂ ਇੱਕ ਹੋਰ ਬੈਕ ਸਾਈਡ ਤੇ ਮੋਰੀ ਹੁੰਦੀ ਹੈ ਇੱਕ ਹੋਰ, ਠੀਕ ਹੈ। ਇੱਥੋਂ ਦੀ ਆਹ ਮਤਲਬ ਕੀ ਹੈਗਾ ਜਿਹੜਾ ਹੈ ਝੋਕਾ ਲਾਇਆ ਜਾਂਦਾ। ਝੋਕਾ ਦਾ ਮਤਲਬ ਜਿਹੜੇ ਸਰਕੰਡੇ ਹੋਰ ਛਟੀਆਂ ਵਗੈਰਾ ਕੋਈ ਵੀ ਉਹ ਚੀਜ਼ ਲਾਉਂਦੇ ਆ ਇੱਥੋਂ, ਤੇ ਤਪਦੀ ਹੈ, ਤੇ ਇੱਥੇ ਇੱਕ ਰੇਤ ਪਾਈ ਹੁੰਦੀ ਹੈ, ਹੈ ਨਾ, ਕੱਕਾ ਰੇਤਾ ਪਾਇਆ ਹੁੰਦਾ ਹੈਗਾ। ਜਿਹੜੀ ਕੜਾਹੀ ਹੁੰਦੀ ਹੈ ਇਹਨੂੰ ਕੀ ਕਹਿੰਦੇ ਆ? ਕੜਾਹੀ। ਇਹ ਲੋਹੇ ਦੀ ਹੁੰਦੀ ਹੈ, ਠੀਕ ਹੈ। ਆਹ ਕੜਾਹੀ ਹੁੰਦੀ ਹੈ, ਠੀਕ ਹੈ। ਤੇ ਫਿਰ ਆਹ ਹੁੰਦਾ ਹੈਗਾ ਪੱਠੀ। ਇਹਨੂੰ ਪੱਠੀ ਮਤਲਬ ਕੀ ਹੈਗਾ? ਇਹ ਹੁੰਦੀ ਹੈ ਮਿੱਟੀ ਦੀ ਬਣੀ, ਠੀਕ ਹੈ, ਮਿੱਟੀ ਦੀ ਬਣੀ ਭੱਠੀ ਹੁੰਦੀ ਹੈ, ਤੇ ਮਗਰੋਂ ਧੂਆਂ ਕੱਢਣਾ, ਤੇ ਸਾਰਾ ਇੱਥੋਂ ਆਹ ਲਿਪਿਆ ਜਾਂਦਾ ਇੱਥੇ ਬੈਠਣ ਵਾਸਤੇ ਜਿਹੜੇ ਦਾਣੇ ਬਣਾਉਣ ਆਉਂਦੇ ਆ, ਕਿਤੇ ਛੋਲਿਆਂ ਦੇ, ਕਿਤੇ ਕਣਕ, ਕਿਤੇ ਬਾਜਰਾ, ਕਿਤੇ ਜਵਾਰ, ਹੈ ਨਾ। ਇਸੇ ਤਰ੍ਹਾਂ ਦੇ ਸਾਰੇ ਜਿਹੜੇ ਉਹ ਚੀਜ਼ ਇੱਥੇ ਭੁੰਨਣ ਵਾਸਤੇ ਆਉਂਦੇ ਹੁੰਦੇ, ਬਣਾਉਣ ਵਾਸਤੇ ਆਉਂਦੇ ਹੁੰਦੇ ਸਨ, ਠੀਕ ਹੈ। ਤੇ ਭੁੰਨਦੇ ਹੁੰਦੇ ਸਨ, ਜਿਹਨੂੰ ਆਪਣੇ ਦਾਣੇ ਭੁੰਨਣ ਵਾਲੇ ਜਿਹਨੂੰ ਝਿਉਰ ਕਿਹਾ ਜਾਂਦਾ ਹੈਗਾ, ਠੀਕ ਹੈ। ਆਪਣੇ ਝਿਉਰ, ਝਿਉਰੀ, ਠੀਕ ਹੈ। ਆਪਣੇ ਉਹਨੂੰ ਕਹਿ ਦਿੰਦੇ ਦਾਣੇ ਭੁੰਨਣ ਵਾਲੀ ਝਿਉਰੀ। ਜਿਹੜੇ ਪਾਣੀ ਭਰਨ ਦਾ ਕੰਮ ਵੀ ਕਰਦੇ ਸਨ ਪਹਿਲਾਂ ਜ਼ਮਾਨੇ ਵਿੱਚ, ਠੀਕ ਹੈ। ਘਰਾਂ ਘਰਾਂ ਤੇ ਪਾਣੀ ਭਰਨ ਦਾ ਕੰਮ ਵੀ ਕਰਦੇ ਸਨ ਝਿਉਰੇ, ਝਿਉਰੀ, ਠੀਕ ਹੈ। ਉਹ ਦਾਣੇ ਭੁੰਨਣ ਵਾਲੇ ਜਿਹੜੀ ਮਤਲਬ ਔਰਤ ਹੈ ਉਹ ਮਤਲਬ ਆਂਦੇ ਉਹਨਾਂ ਨੂੰ, ਠੀਕ ਹੈ। ਤੇ ਇਸੇ ਤਰ੍ਹਾਂ ਕਰਕੇ ਆ ਕੱਕਾ ਰੇਤਾ ਪਾਇਆ ਜਾਂਦਾ। ਆ ਜਿਹੜੇ ਨਿੱਕੇ ਨੇ ਕੱਕਾ ਰੇਤਾ ਹੁੰਦਾ, ਟਿੱਬਿਆਂ ਦਾ ਰੇਤਾ। ਕੱਕਾ ਰੇਤਾ ਕਿਹੜਾ ਹੁੰਦਾ ਹੈ? ਉਹ ਟਿੱਬਿਆਂ ਦਾ ਰੇਤਾ, ਠੀਕ ਹੈ।
ਇਹ ਟਿੱਬਿਆਂ ਦਾ ਰੇਤਾ ਹੁੰਦਾ ਜਿਹੜਾ ਉਹ ਵਿੱਚ ਪਾਇਆ ਜਾਂਦਾ ਤੇ ਫਿਰ ਅੱਗ ਜਦੋਂ ਝੋਕਾ ਲਾਇਆ ਜਾਂਦਾ ਹੈਗਾ। ਤੇ ਇੱਕ ਹੁੰਦੀ ਹੈਗੀ ਹੈ ਆਪਣੇ ਜਿਹੜੀ ਫਸਲ ਵੱਢਣ ਵਾਲੀ, ਇੱਕ ਆਪਣੇ ਹੁੰਦੀ ਨਾ ਕਣਕ ਵੱਢਣ ਵਾਲੀ ਦਾਤੀ, ਇੱਕ ਦਾਤੀ ਹੁੰਦੀ ਹੈ, ਠੀਕ ਹੈ। ਉਹ ਦਾਤੀ ਜਿਹੜੀ ਹੈ ਉਹ ਮਤਲਬ ਕੀ ਹੈਗਾ ਵੀ ਜਾਂ ਤਾਂ ਇੱਕ ਪਾਸੇ ਦੰਦੇ ਹੁੰਦੇ ਹੈ ਤੇ ਜਾਂ ਕਈ ਵਾਰੀ ਨਹੀਂ ਵੀ ਹੁੰਦੀ, ਸਾਫ਼ ਹੁੰਦੀ ਹੈ, ਤੇ ਉਹ ਕੜਾਹੀ ਚਾਹੇ ਮਾਰਨ ਵਾਸਤੇ ਦਾਣਿਆਂ ਨੂੰ ਹਿਲਾਉਣ ਵਾਸਤੇ ਐ ਕਰਕੇ ਹੁੰਦੇ। ਤੇ ਇੱਕ ਹੁੰਦਾ ਕੁੱਜਾ, ਦੇਖੋ ਕਿੰਨਾ ਕੁਛ ਹੈ ਇਹਦੇ ਵਿੱਚ, ਹਨਾ। ਹੋਰ ਵੀ ਬਹੁਤ ਕੁਛ ਹੋਊਗਾ, ਠੀਕ ਹੈ, ਮੈਨੂੰ ਸ਼ਾਇਦ ਇੱਥੇ ਚੇਤੇ ਨਾ ਆਵੇ। ਕੁੱਜਾ ਹੁੰਦਾ ਹੈਗਾ ਤੇ ਉਹ ਕੀ ਹੈ ਵੀ ਜਦੋਂ ਝੋਕਾ ਲਾਇਆ ਜਾਂਦਾ ਹੈ, ਜਿਵੇਂ ਹੁਣ ਛੋਲਿਆਂ ਦੇ ਦਾਣੇ ਪਾਤੇ, ਉਹ ਥੋੜੀ ਜੀ ਮਤਲਬ ਜਿਵੇਂ ਉਹ ਦਾਣੇ ਇੰਨੇ ਭਾਈ ਲਿਆਂਦੇ, ਉਹ ਕਿਸੇ ਨੇ ਲਿਆਂਦੇ, ਠੀਕ ਹੈ, ਤੇ ਉਹ ਉਦੋਂ ਬਾਅਦ ਉਹ ਜਿੰਨੇ ਕ ਦਾਣੇ ਭੱਠੀ 'ਚ ਪੈਣੇ ਹੈ, ਉਹਨੂੰ ਬੋਲਿਆ ਜਾਂਦਾ ਚੁੰਗ। ਕੀ ਬੋਲਿਆ ਜਾਂਦਾ ਹੈ? ਚੁੰਗ, ਠੀਕ ਹੈ, ਐਂ ਕਰਕੇ ਚੁੰਗ। ਉਹਨੂੰ ਭਾਈ ਵੀ ਮੈਂ ਇੱਕ ਚੁੰਗ, ਕਿੰਨੇ ਚੁੰਗਾਂ ਭਾਈ? 4 ਚੁੰਗਾਂ ਹੈਗੀਆਂ, ਹਨਾ, ਜਾਂ ਕੁਛ ਵੀ ਹੈ। ਤੇ ਫਿਰ ਇਹ ਭਾੜਾ ਵੀ ਲੈਂਦੀ ਸੀ, ਉਹਨਾਂ ਦਾਣਿਆਂ 'ਚੋਂ ਹੀ ਰੱਖ ਲੈਂਦੀ ਸੀ ਕੁਛ ਦਾਣੇ, ਜਾਂ ਭੁੰਨਿਆਂ 'ਚੋਂ ਜਾਂ ਉਸੇ ਤਰ੍ਹਾਂ, ਤੇ ਜਾਂ ਪੈਸੇ ਵੀ ਕਈ ਦੇ ਦਿੰਦੇ ਸੀ ਬਾਅਦ 'ਚ, ਹਨਾ। ਪਰ ਦਾਣੇ ਜ਼ਿਆਦਾ ਲੈਂਦੇ ਸਨ ਕਿਉਂਕਿ ਉਹਨਾਂ ਦੇ ਵੀ ਅੱਗੇ ਖਾਣ ਨੂੰ ਕੰਮ ਆਉਂਦੇ ਸਨ, ਹਨਾ। ਤੇ ਇਸੇ ਤਰ੍ਹਾਂ ਕਰਕੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸਨ। ਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਬਹੁਤ ਕੁਛ ਮਤਲਬ ਕੀ ਹੈਗਾ, ਅਨਾਜ ਹੈ ਜਿਹੜਾ ਉਹ ਭੁੰਨਿਆ ਜਾਂਦਾ ਸੀਗਾ, ਹੈ ਨਾ। ਆਪਣੇ ਦੀਵਾਲੀ ਵੇਲੇ, ਲੋਹੜੀ ਵੇਲੇ ਬੜੇ ਹੀ ਮਤਲਬ ਕੀ ਹੈਗਾ ਰੌਣਕਾਂ ਲੱਗੀਆਂ ਹੁੰਦੀਆਂ ਸਨ ਭੱਠੀ ਤੇ, ਹਨਾ। ਤੇ ਉਹ ਆਂਦੇ ਨਾ ਹੱਟੀ ਭੱਠੀ ਖੂਹ ਦਰਵਾਜ਼ੇ ਜਿੱਥੇ ਰੌਣਕ ਰਹਿੰਦੀ। ਆਪਾਂ ਇਹ ਵੀ ਹੱਟੀ ਦੁਕਾਨ, ਹੱਟੀਆਂ ਤੇ ਭੱਠੀ ਤੇ ਦਰਵਾਜ਼ਾ ਹੁੰਦਾ ਸੀ ਅੱਗੇ ਪਿੰਡ ਦਾ ਸਾਂਝਾ ਕੋਈ ਦਰਵਾਜ਼ਾ ਹੁੰਦਾ ਸੀਗਾ, ਇੱਕ ਥਾਂ ਹੁੰਦੀ ਸੀਗੀ ਜਿਹਨੂੰ ਜਾਂ ਸੱਥ ਕਹਿ ਲਓ ਜਾਂ ਇੱਕ ਦਰਵਾਜ਼ਾ ਹੁੰਦਾ ਸੀ ਪੂਰਾ, ਹਨਾ। ਅੱਗੇ ਪੁਰਾਣੇ ਪਿੰਡਾਂ 'ਚ ਅੱਜ ਕੱਲ੍ਹ ਦਰਵਾਜ਼ੇ ਬਣੇ ਆ ਬਹੁਤ ਜਿਵੇਂ ਹੁਣ ਆਪਣੇ ਕਈ ਕਹਿ ਦਈਏ ਨਾ ਵੀ ਉਹ ਮਤਲਬ ਆਪਣੇ ਸ਼ਹਿਰਾਂ 'ਚ ਕਿਤੇ ਜਾਂਦੇ ਰਹੀਏ ਤੇ ਤੁਹਾਨੂੰ ਮਿਲਣਗੇ ਪੁਰਾਣੇ, ਆਪਾਂ ਉਹ ਤੋਂ ਲੰਘ ਕੇ ਗਾਂਹ ਬਾਜ਼ਾਰ 'ਚ ਚਲੇ ਜਾਂਦੇ, ਉਹੋ ਜਿਹੇ ਦਰਵਾਜ਼ੇ ਪਿੰਡਾਂ 'ਚ ਵੀ ਹੁੰਦੇ ਸਨ। ਤੇ ਉੱਥੇ ਆਮ ਲੋਕੀ ਜਿਹੜੇ ਹੈ ਪੁਰਾਣੇ ਬਜ਼ੁਰਗ ਤੇ ਹੋਰ ਜਿਹੜੇ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਗੱਲ ਹੁੰਦੀ ਕਰਨੀ, ਆਪਦਾ ਆਰਾਮ ਨਾਲ ਉੱਥੇ ਬਹਿ ਜਾਂਦੇ, ਟਾਈਮ ਪਾਸ ਵੀ ਕਰ ਲੈਂਦੇ ਤੇ ਹੋਰ ਗੱਲਬਾਤ ਵੀ ਜਿਹੜੀਆਂ ਘਰ ਦੀਆਂ ਕਬੀਲਦਾਰੀਆਂ ਉਹਨਾਂ ਦੀਆਂ ਵੀ ਗੱਲਾਂ ਨਾਲ ਤੁਰ ਪੈਂਦੀਆਂ। ਸੋ ਇਸ ਤਰ੍ਹਾਂ ਕਰਦੇ ਸਨ। ਤੇ ਭੱਠੀ ਤੇ ਜਾ ਕੇ ਵੀ ਇਸੇ ਤਰ੍ਹਾਂ, ਹਨਾ, ਸਾਰੇ ਜਿਹੜੇ ਦਾਣੇ ਬਣਾਉਣ ਆਉਂਦੇ ਆਪਦਾ ਦੁੱਖ ਸੁੱਖ ਵੀ ਕਰ ਲੈਂਦੇ ਤੇ ਇਸ ਤਰ੍ਹਾਂ ਦਾਣੇ ਬਣਾ ਕੇ ਵੀ ਲੈ ਜਾਂਦੇ, ਠੀਕ ਹੈ। ਛੋਲਿਆਂ ਦੇ ਦਾਣੇ ਜ਼ਿਆਦਾ ਬਣਾਏ ਜਾਂਦੇ ਸਨ। ਤੇ ਫਿਰ ਉੱਥੇ ਕੀ ਹੈ, ਇਹ ਜਦੋਂ ਪੂਰੇ ਕੜਾਹੀ ਨਾਲ ਤਪਦੇ, ਠੀਕ ਹੈ, ਤੇ ਫਿਰ ਉਹ ਝੌਰੀ ਜਿਹੜੇ ਦਾਣੇ ਭੁੰਨਣ ਵਾਲੀ, ਉਹ ਫਿਰ ਕੁੱਜਾ ਹੁੰਦਾ ਸੀ ਨਾ, ਜਦੋਂ ਮਾੜੇ ਜਿਹੇ ਸਖਤ ਭੁੱਜ ਜਾਂਦੇ ਫਿਰ ਐਂ ਕਰਕੇ ਵਿੱਚ ਕੁੱਜਾ ਮਾਰ ਦਿੰਦੀ ਤੇ ਉਹ ਛੋਲਿਆਂ ਨੂੰ ਜਿਹੜਾ ਹੈ ਉਹ ਦਫਾੜ ਹੋ ਜਾਂਦੇ, ਠੀਕ ਹੈ। ਦਫਾੜ ਹੋ ਕੇ ਤੇ ਉਹ ਮਤਲਬ ਕੀ ਹੈਗਾ ਇੱਕ ਵਧੀਆ ਤਰੀਕੇ ਨਾਲ ਜਿਹੜੇ ਹੈ ਹੋਰ ਵੀ ਉਹਦੀ ਜਿਹੜੀ ਕੁਆਲਿਟੀ ਵਧੀਆ ਬਣ ਜਾਂਦੀ ਸੀ, ਗੁਣਵੱਤਾ ਜਿਹੜੀ ਹੈ, ਹਨਾ। ਸੋ ਇਸ ਤਰ੍ਹਾਂ ਕਰਕੇ ਇਹ ਕਿੰਨੀਆਂ ਵਧੀਆ ਚੀਜ਼ਾਂ ਹੁੰਦੀਆਂ ਸੀਗੀਆਂ। ਸੋ ਇਹ ਆਪਣੇ ਜਿਹੜੇ ਬੇਟਾ ਇਹ ਬਾਤਾਂ ਹੈ ਕਿ ਆਪਾਂ ਦੇਖਿਆ ਆਰ ਕੱਸੀ ਪਾਰ ਕੱਸੀ ਵਿੱਚ ਟਲ ਮਟੱਲੀਆਂ, ਤੋਪਖਾਨੇ ਅੱਗ ਲੱਗੀ ਠਾ ਠਾ ਬੰਦੂਕਾਂ ਚੱਲੀਆਂ। ਇਹਦਾ ਉੱਤਰ ਕੀ ਹੋਇਆ? ਭੱਠੀ ਹੋਇਆ, ਠੀਕ ਹੈ। ਸੋ ਇੰਨਾ ਕਰਨ ਤੋਂ ਬਾਅਦ ਆਪਾਂ ਦੇਖਿਆ ਕਿ ਕਿੰਨੀਆਂ ਬਾਤਾਂ ਆਪਾਂ ਨੂੰ ਕਿੰਨਾ ਕੁਛ ਸਿੱਖਣ ਨੂੰ ਮਿਲਿਆ, ਕਿੰਨਾ ਸੱਭਿਆਚਾਰ ਬਾਰੇ, ਕਿੰਨਾ ਹੋਰ ਗੱਲਾਂ ਬਾਤਾਂ ਬਾਰੇ ਜਿਹੜਾ ਹੈ, ਠੀਕ ਹੈ। ਤੇ ਇਸ ਤਰ੍ਹਾਂ ਮੈਂ ਜਿਹੜਾ ਉਮੀਦ ਕਰਦਾ ਕਿ ਤੁਹਾਨੂੰ ਇਹ ਬਾਤਾਂ ਚੰਗੀਆਂ ਵੀ ਲੱਗੀਆਂ ਹੋਣਗੀਆਂ, ਤੁਹਾਡੇ ਜਾਣਕਾਰੀ ਵਿੱਚ ਵੀ ਵਾਧਾ ਹੋਇਆ ਹੋਊਗਾ, ਠੀਕ ਹੈ। ਤੇ ਅੱਗੇ ਆਪਾਂ ਅਗਲੀ ਵੀਡੀਓ 'ਚ, ਆਉਣ ਵਾਲੀ ਵੀਡੀਓ 'ਚ ਆਪਾਂ ਹੋਰ ਵੀ ਕੁਝ ਬਾਤਾਂ ਜਿਹੜੀਆਂ ਲੈ ਕੇ ਆਵਾਂਗੇ। ਤਦ ਤੱਕ ਲਈ ਆਪ ਸਾਰੇ ਬੱਚਿਆਂ ਦਾ ਪਿਆਰ ਭਰਿਆ ਜਿਹੜਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ।